ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫਤੇ ਦੀ ਤਰ੍ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਰੰਟ ਇਸ਼ੂ ਲੈ ਕੇ ਅੱਜ ਫਿਰ ਹਾਜ਼ਰ ਹੋਇਆ, ਕਿਉਂਕਿ ਸਿੱਖ ਚੈਨਲ ਸਿੱਖਾਂ ਦਾ ਆਪਣਾ ਚੈਨਲ ਤੇ ਅਸੀਂ ਇਸ ਚੀਜ਼ ਦੀ ਖੁਸ਼ੀ ਮਹਿਸੂਸ ਕਰਦੇ ਹਾਂ ਅੱਜ ਮਾਘੀ ਦੇ ਪਵਿੱਤਰ ਦਿਹਾੜੇ ਤੇ ਵੀ ਕਿ ਜਿਸ ਦਿਨ ਤੋਂ ਇਹ ਚੈਨਲ ਸਿੱਖ ਚੈਨਲ ਹੋਂਦ ਵਿੱਚ ਆਇਆ, ਇੰਗਲੈਂਡ ਹੀ ਨਹੀਂ ਯੂਰਪ ਹੀ नहीं पूरी दुनिया 'ਚ बसते ਸਿੱਖਾਂ ਨੇ ਇਹਨੂੰ ਸਿਰ ਮੱਥੇ ਤੇ ਬਿਠਾਇਆ, ਇਹਨੂੰ ਪਿਆਰ ਦਿੱਤਾ, ਇਹਨੂੰ ਸਤਿਕਾਰ ਦਿੱਤਾ, ਇਹਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਤੇ ਸਿੱਖ ਚੈਨਲ ਨੇ ਵੀ ਆਪਣੇ ਕੀਤੇ ਵਾਅਦਿਆਂ ਮੁਤਾਬਕ ਹਰ ਕਿਤੇ ਜਾ ਕੇ ਹਰ ਫੰਕਸ਼ਨ ਤੇ ਜਾ ਕੇ ਕੋਸ਼ਿਸ਼ ਕੀਤੀ ਕਿ ਲਾਈਵ ਕਵਰੇਜ ਕੀਤੀ ਜਾਵੇ। ਜਿਸ ਤਰ੍ਹਾਂ ਭਲੀ ਭਾਂਤ ਜਾਣਦੇ ਹੋ ਕਿ ਪਿਛਲੇ ਹਫਤੇ ਪੂਰਾ ਹਫਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਇੱਕ ਹਫਤੇ ਲਈ ਇੰਗਲੈਂਡ ਦੀ ਫੇਰੀ ਤੇ ਆਏ ਸਨ ਅਤੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ 'ਚ ਜਿੱਥੇ ਸਮੂਲੀਅਤ ਕੀਤੀ, ਉਹ ਵੀ ਸਿੱਖ ਚੈਨਲ ਨੇ ਤੁਹਾਡੇ ਰੂਬਰੂ ਲਾਈਵ ਦਿਖਾ ਲਿਆ। ਸੋ ਅੱਜ ਗੱਲ ਕਰਾਂਗੇ ਮੁਕਤਸਰ ਦੀ ਧਰਤੀ ਦੀ, ਉਹ ਪਵਿੱਤਰ ਧਰਤੀ ਦੀ, ਕਿ ਮਾਘੀ ਦਾ ਮੇਲਾ ਵੀ ਜਿੱਥੇ ਲੱਗਦਾ, ਜਿੱਥੇ 40 ਮੁਕਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ, ਜਿੱਥੇ ਮਾਈ ਭਾਗੋ ਜੀ ਨੇ ਲਲਕਾਰ ਪਾਈ, ਆਪ ਜੰਗੇ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣਾਂ ਨਾਲ ਦੋ ਹੱਥ ਕੀਤੇ। ਇਹ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਕੀ ਲੋੜ ਪਈ, ਕਿਉਂ 40 ਮੁਕਤਿਆਂ ਨੂੰ ਬਦਾਵਾ ਲਿਖਣਾ ਪਿਆ, ਕਿਉਂ ਕਰਨਾ ਪਿਆ ਸਾਰਾ, ਮੁੜ ਕੇ ਕਿਉਂ ਉਹਨਾਂ ਨੂੰ ਮਾਫੀ ਮੰਗਣੀ ਪਈ, ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ, ਇਹ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਸਿੱਖ ਚੈਨਲ ਦੇ ਸਟੂਡੀਓ 'ਚ ਪੰਥ ਦੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਸਰਦਾਰ ਸੁਖਮੰਦਰ ਸਿੰਘ ਜੀ ਬਰਾੜ ਸਾਹਿਬ, ਸਰਦਾਰ ਸੰਤੋਖ ਸਿੰਘ ਜੀ ਰਜ਼ਾਵਾ ਸਾਹਿਬ ਪੁੱਜੇ ਨੇ। ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਿੱਖ ਚੈਨਲ ਦੇ ਸਟੂਡੀਓ ਤੇ ਆਉਣ ਤੇ ਮੈਂ ਜੀ ਆਇਆਂ ਆਖਦਾ ਹੋਇਆ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾੜਾ ਸਾਹਿਬ ਜੀ ਅਨੰਦਪੁਰ ਦੇ ਸਾਹਿਬ ਦੇ ਕਿਲੇ ਤੋਂ ਲੈ ਕੇ ਜੀ ਮੁਕਤਸਰ ਤੱਕ ਕੀ ਹੋਇਆ, ਕਿੱਦਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ, ਬਾਗੀ ਦੇ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ? ਪਹਿਲਾਂ ਤੇ ਫਿਰ ਇੱਕ ਵਾਰੀ ਆਪਾਂ ਸਮੂਹ ਸਿੱਖ ਚੈਨਲ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਤਿਹ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਪਹਿਲਾਂ ਆਪਾਂ ਸਾਰਿਆਂ ਨੂੰ ਹੀ ਚੜ੍ਹੇ ਮਹੀਨੇ ਦੇ ਜੋ ਮਾਘ ਦਾ ਮਹੀਨਾ ਚੜ੍ਹਿਆ, ਉਸ ਦੀਆਂ ਮਤਲਬ ਸੰਗਰਾਂਦ ਦਾ ਜੀ ਸੰਗਰਾਂਦ ਦਾ ਦਿਹਾੜਾ ਆ, ਤੇ ਉਸ ਦੀਆਂ ਵੀ ਆਪਾਂ ਇਹ ਅਰਦਾਸ ਬੇਨਤੀਆਂ ਕਰਦੇ ਹਾਂ ਕਿ ਵੀ ਜੋ ਪਿਛਲਾ ਮਹੀਨਾ ਸੀ ਉਹ ਖੁਸ਼ੀਆਂ ਭਰਿਆ ਸੁੱਖਾ ਭਰਿਆ ਬਤੀਤ ਹੋਇਆ। ਬਿਲਕੁਲ ਕੁਝ ਖੱਟੀਆਂ ਮਿੱਠੀਆਂ ਯਾਦਾਂ ਵੀ ਛੱਡ ਕੇ ਗਿਆ ਕਈ ਪਰਿਵਾਰਾਂ ਵਿੱਚ, ਅਤੇ ਨਾਲ ਅੱਜ ਜੋ ਮਹੀਨਾ ਚੜ੍ਹਿਆ, ਇਹ ਮਹੀਨਾ ਸਾਰੇ ਹੀ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ, ਤੰਦਰੁਸਤੀ ਪ੍ਰਦਾਨ ਕਰਨ, ਵਿੱਦਿਆ ਦਾ ਬੱਚਿਆਂ ਨੂੰ ਦਾਨ ਬਖਸ਼ਣ ਕਰਨ, ਸਿੱਖੀ ਦਾ ਨਾਮਦਾਨ ਦੇ ਨਾਲ ਜੋੜੀ ਰੱਖਣ। ਜਿਸ ਤਰ੍ਹਾਂ ਆਪਾਂ ਪਿਛਲੇ ਮਹੀਨੇ ਦੇ ਕਰਦੇ ਆ ਰਹੇ ਹਾਂ ਹਾਂਜੀ, ਕਿਉਂਕਿ ਸ਼ਹੀਦੀਆਂ ਦਾ ਸ਼ਹਾਦਤਾਂ ਦਾ ਮਹੀਨਾ ਸੀਗਾ, ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਜਦੋਂ ਇਹ ਗੜੀ ਦੇ ਵਿੱਚ ਉੱਥੇ ਕਿਲੇ ਦੇ ਵਿੱਚ ਸੀ, ਆਨੰਦ ਕਿਲੇ ਦੇ ਵਿੱਚ ਸਨ ਜੀ ਹਾਂਜੀ, ਤੇ ਉੱਥੇ ਇਹਨਾਂ ਨੇ ਤਕਰੀਬਨ ਸਮਾਂ 6 ਤੋਂ 8 ਮਹੀਨੇ ਤੱਕ ਉੱਥੇ ਰਹੇ, ਜਿਨ੍ਹਾਂ ਦੇ ਵਿੱਚੋਂ ਮਤਲਬ ਭੁੱਖੇ ਭਾਣੇ ਵੀ ਰਹੇ, ਬੱਚੇ ਵੀ ਨਾਲ ਹੀ ਸਨ, ਪਰਿਵਾਰ ਨਾਲ ਸੀ ਗੁਰੂ ਮਹਾਰਾਜ ਦੇ ਹਾਂਜੀ। ਔਰ ਲੇਕਿਨ ਕੁਛ ਕੁ ਉੱਥੋਂ ਇਹ ਜਿਸ ਤਰ੍ਹਾਂ ਆਪਾਂ ਇਹਨਾਂ ਦਾ ਰਿੰਗ ਲੀਡਰ ਕਹਿ ਲਈਏ, ਜਥੇਦਾਰ ਕਹਿ ਲਈਏ, ਜਾਂ ਕਿ ਜਿਹੜਾ ਮੋਢੀ ਕਹਿ ਲਈਏ, ਕਿ ਜਿਹਦੇ 'ਚੋਂ ਇਹ ਭਾਈ ਮਹਾਂ ਸਿੰਘ ਜੀ ਹੈ ਨਾ ਜੀ, ਉਹਨਾਂ ਨੇ ਮਤਲਬ ਇਸ ਚੀਜ਼ ਤੋਂ ਤੰਗ ਹੋ ਕੇ ਮਤਲਬ ਯਾਨੀ ਕਹਿ ਲਓ ਉਹਨਾਂ ਨੇ ਗੁਰੂ ਮਹਾਰਾਜ ਨੂੰ ਮਤਲਬ ਇਹ ਇੱਕ ਕਿਹਾ ਕਿ ਜੀ ਅਸੀਂ ਨਹੀਂ ਇੱਥੇ ਹੁਣ ਰਹਿ ਸਕਦੇ, ਵੀ ਅਸੀਂ ਹੁਣ ਵਾਪਸ ਜਾਣਾ ਚਾਹੁੰਦੇ ਹਾਂ ਹੈ ਨਾ ਜੀ। ਅਤੇ ਮਤਲਬ ਅਸੀਂ ਉਹਨਾਂ ਨੇ ਕਿਹਾ, ਗੁਰੂ ਮਹਾਰਾਜ ਨੇ ਕਿਹਾ ਕਿ ਵੀ ਜੇ ਤੁਸੀਂ ਜਾਣਾ ਚਾਹੁੰਦੇ ਆ ਫਿਰ ਮੈਨੂੰ ਲਿਖ ਕੇ ਦੇ ਦਿਓ ਬਈ ਕਿ ਵੀ ਮੈਂ ਤੇ ਅਸੀਂ ਨਹੀਂ ਤੁਹਾਡੇ ਸਿੱਖ ਤੇ ਤੂੰ ਨਹੀਂ ਸਾਡਾ ਗੁਰੂ ਹਾਂਜੀ। ਤੇ ਉਹਨਾਂ ਨੇ ਫਿਰ ਪੇਪਰ ਆਪ ਦੇ ਕੇ ਤੇ ਬਦਾਵਾ ਉੱਥੇ ਲਿਖ ਕੇ ਇਹ ਸਨ ਚਲੇ ਗਏ ਹਾਂਜੀ। ਪਰ ਗੁਰੂ ਮਹਾਰਾਜ ਜੀ ਉੱਥੋਂ ਮਤਲਬ ਚਮਕੌਰ ਇੱਥੋਂ ਅਨੰਦਪੁਰ ਸਾਹਿਬ ਤੋਂ ਚੱਲਦੇ ਹੋਏ ਮਤਲਬ ਇਹਨਾਂ ਨੇ ਸਰਸਾ ਨਦੀ ਤੋਂ ਹੁੰਦੇ ਹੋਏ ਜੀ ਮਤਲਬ ਉੱਥੇ ਪਹਾੜੀ ਰਾਜੇ ਨਾਲ ਲੜਾਈ ਕਰਦੇ, ਫਿਰ ਇਹ ਚਮਕੌਰ ਦੀ ਗੜੀ 'ਚ ਵੀ ਗਿਆ ਜੀ ਬਿਲਕੁਲ ਹਾਂਜੀ। ਚਮਕੌਰ ਦੀ ਗੜੀ ਦੇ ਵਿੱਚ ਵੀ ਇਹਨਾਂ ਨੇ ਜਾ ਕੇ ਫਿਰ ਉੱਥੇ ਵੀ 40 ਸਿੰਘਾਂ ਦੇ ਨਾਲ ਹਾਂਜੀ, ਨਾਲ ਉੱਥੇ 5 ਪਿਆਰੇ ਵੀ ਸਨ ਜੀ ਹਾਂਜੀ, ਜਿੱਥੇ ਵੱਡੇ ਸਾਹਿਬਜ਼ਾਦੇ ਸਨ, ਤੇ ਇਹਨਾਂ ਨੇ ਉੱਥੇ ਵੀ ਚਮਕੌਰ ਦੀ ਗੜੀ 'ਚ ਵੀ ਲੜਾਈ ਹੋਈ ਜੀ ਹਾਂਜੀ। ਜੁੱਧ ਉੱਥੇ ਵੀ ਹੋਇਆ, ਘਮਸਾਨ ਜੁੱਧ ਹੋਇਆ। ਉਦੋਂ ਫਿਰ ਉੱਚ ਤੇ ਪੀਰ ਬਣ ਕੇ ਗੁਰੂ ਮਹਾਰਾਜ ਜੀ ਗਏ ਮਾਛੀਵਾੜੇ ਤੇ ਹੁੰਦੇ ਹੋਏ, ਕਾਂਗੜ ਗਏ ਹੁੰਦੇ ਹੋਏ ਮੁਕਤਸਰ ਗਏ ਜੀ ਹਾਂਜੀ। ਖਦਰਾਣੇ ਦੀ ਢਾਬ, ਖਦਰਾਣਾ ਇਹ 2 ਭਰਾ ਸੀ, ਅੱਛਾ,
ਇੱਕ ਖਦਰਾਣਾ ਤੇ ਇੱਕ ਸਤਰਾਣਾ। ਹਾਂਜੀ, ਇਹਨਾਂ ਦੇ ਢਾਬ ਦਾ ਮਤਲਬ ਕੋਈ ਉੱਥੇ ਇੱਕ ਨੀਵੀਂ ਜਗ੍ਹਾ ਤੇ ਮੀਂਹ ਬਰਸਾਤ ਦਾ ਪਾਣੀ ਇਕੱਠਾ ਹੋ ਕੇ ਜਿੱਥੇ ਕਿਉਂਕਿ ਉਧਰ ਰੇਤਲਾ ਇਲਾਕਾ ਸੀਗਾ ਪਹਿਲਾਂ ਜੀ, ਤੇ ਉਹ ਢਾਬ 'ਚ ਪਾਣੀ ਇਕੱਠਾ ਹੋ ਜਾਂਦਾ ਸੀਗਾ ਤੇ ਉਹ ਇਹਨਾਂ ਦੇ ਅੰਡਰ ਆਉਂਦਾ ਸੀ ਇਹ ਜਿਹੜੇ ਖਦਰਾਣਾ ਬੰਦਾ ਸੀਗਾ ਜੀ ਇਹਨਾਂ ਬਜ਼ੁਰਗ ਦੇ। ਹਾਂਜੀ, ਇਹਨਾਂ ਕੋਲ ਤੇ ਇਹਨਾਂ ਨੂੰ ਮਤਲਬ ਜਦੋਂ ਪਿੱਛੇ ਕਿਸੇ ਨੇ ਕਪੂਰੇ ਨੇ, ਕਿਉਂਕਿ ਚਵਾਬ ਤੇ ਮਝੈਲੀ ਜਿਹੜੇ ਸਨ ਜੀ, ਇਹਨਾਂ ਨੇ ਇਹ ਬਦਾਵਤ ਲਿਖ ਕੇ ਦਿੱਤਾ ਸੀਗਾ ਤੇ ਇਹ ਮਗਰੋਂ ਮਤਲਬ ਪਹੁੰਚਦੇ ਇਹ ਵੀ ਆਏ ਸੀਗੇ ਉੱਥੇ ਆਪਣੇ ਵਾਪਸ ਮੁਕਤਸਰ ਮਤਲਬ ਲੈਣ ਜੀ, ਜਾਂ ਆਪਣੇ ਪਿੰਡਾਂ 'ਚ ਉਧਰਲੇ ਇਲਾਕੇ 'ਚ ਜੀ। ਪਰ ਲੇਕਿਨ ਜਦੋਂ ਮਾਈ ਭਾਗੋ ਜੀ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਹੋਰ, ਕਿਉਂਕਿ ਮਾਈ ਭਾਗੋ ਜੀ ਇਕੱਲੇ ਨਹੀਂ ਸੀ, ਉਹਨਾਂ ਦੇ ਨਾਲ ਹੋਰ ਇਸਤਰੀਆਂ ਵੀ ਸਨ ਮਤਲਬ ਜੀ, ਹੈ ਨਾ ਜੀ। ਉਹਨਾਂ ਨੇ ਸਾਰਿਆਂ ਨੇ ਇਕੱਤਰ ਹੋ ਕੇ ਇਹਨਾਂ ਨੂੰ ਪੁੱਛਿਆ ਗਿਆ, ਇਹਨਾਂ ਨੇ ਤਾਂ ਸੋਚਿਆ ਜੀ ਮੰਨ ਕੇ ਵੀ ਉਹ ਖੁਸ਼ ਹੋਣਗੇ ਕਿ ਵੀ ਅਸੀਂ ਜੀਂਦੇ ਜਾਗਦੇ ਵਾਪਸ ਆ ਗਏ ਹਾਂ, ਪਰ ਉਹਨਾਂ ਨੇ ਕਿਹਾ ਕਿ ਵੀ ਜਦ ਗੁਰੂ ਮਹਾਰਾਜ ਦਾ ਪਰਿਵਾਰ ਵਿਛੜ ਗਿਆ, ਉੱਥੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ, 2 ਨੀਹਾਂ ਚਿਣੇ ਗਏ ਨੇ, ਤੇ ਤੁਸੀਂ ਵਾਪਸ ਆ ਗਏ ਵੀ ਆਹ ਲਓ ਚੂੜੀਆਂ ਤੁਸੀਂ ਸਾਂਭੋ ਪਾਓ ਤੇ ਅਸੀਂ ਹੁਣ ਮਤਲਬ ਤੁਸੀਂ ਘਰਾਂ ਦੇ ਕੰਮ ਕਰੋ, ਅਸੀਂ ਚੱਲਦੇ ਹਾਂ, ਅਸੀਂ ਜੰਗ। ਉਹਨਾਂ ਨੇ ਹਾਂਜੀ ਉਹਨਾਂ ਦੇ ਵਿੱਚੋਂ ਫਿਰ ਇਹਨਾਂ ਦੇ ਮਾਈ ਭਾਗੋ ਜੀ ਜੋ ਕਿ ਮਗਰੋਂ ਅੰਮ੍ਰਿਤ ਛਕ ਕੇ ਮਾਤਾ ਭਾਗੋ ਜੀ ਭਾਕੌਰ ਜੀ ਹੈ ਨਾ, ਤੋ ਇਹਨਾਂ ਨੇ ਮਤਲਬ ਬੜੀ ਫਿਰ ਬਹਾਦਰੀ ਦੇ ਨਾਲ ਇਸਤਰੀਆਂ ਨੂੰ ਇਕੱਠੇ ਕਰਕੇ। ਪਰ ਲੇਕਿਨ ਜਦੋਂ ਚਮਕੌਰ ਦੀ ਗੜੀ ਛੱਡ ਕੇ ਗੁਰੂ ਮਹਾਰਾਜ ਆ ਰਹੇ ਸੀ ਨਾ ਜੀ ਉੱਧਰੋਂ, ਤਾਂ ਉੱਧਰ ਉਹਨਾਂ ਨੂੰ ਪਤਾ ਲੱਗਾ ਕਿ ਵੀ ਇਹ ਜੋ ਖਦਰਾਣੇ ਦੀ ਢਾਬ ਆ ਤੇ ਜਿਹੜਾ ਕਪੂਰਾ ਸੀ ਇਹਨੇ ਦੱਸਿਆ ਸੀ ਕਿ ਵੀ ਤੁਸੀਂ ਅੱਗੇ ਚੱਲ ਜਾਓ, ਪਰ ਇਹਨੇ ਗੱਭੇ ਮੈਨੂੰ ਵਿਸਰ ਗਿਆ ਨਾਮ ਆ ਜਿਹਦੀ ਪਹਿਲਾਂ ਇੱਕ ਕੋਠੀ ਕੋਠੀ ਕਹਿ ਲਓ ਜਾਂ ਕਿਸੇ ਹਵੇਲੀ 'ਚ ਗਏ ਸੀ, ਪਰ ਉਹਨੇ ਦੇਣ ਤੋਂ ਨਾ ਦਿੱਤੀ ਸੀ। ਉਹਨੇ ਕਿਹਾ ਸੀ ਕਿ ਤੁਸੀਂ ਅੱਗੇ ਜਾਓ ਮਤਲਬ, ਹੈ ਨਾ ਜੀ। ਪਰ ਲੇਕਿਨ ਉਸ 'ਤੇ ਜਾ ਕੇ ਫਿਰ ਜਦੋਂ ਖਦਰਾਣੇ ਦੀ ਢਾਬ 'ਤੇ ਉੱਥੇ ਉੱਚੀ ਟਿੱਬੀ 'ਤੇ ਜਾ ਕੇ ਬੈਠੇ ਤਾਂ ਇਹ ਜਿਹੜੇ 40 ਮੁਕਤ ਬਦਾਵਤ ਦੇ ਕੇ ਗਏ ਸੀ ਨਾ ਜੀ, ਇਹ ਵੀ ਮਤਲਬ ਇਹਨਾਂ ਨੇ ਕਿਹਾ ਜਦੋਂ ਮਾਈ ਭਾਗੋ ਜੀ ਨੇ ਮਤਲਬ ਅੱਗੇ ਹੋਏ ਨੇ ਲੀਡ ਲਈ, ਤਾਂ ਇਹਨਾਂ ਨੇ ਵੀ ਕਿਹਾ ਕਿ ਵੀ ਹੁਣ ਸਾਨੂੰ ਵੀ ਸ਼ਰਮ ਆਉਂਦੀ ਆ ਵੀ ਇਹ ਵੀ ਫਿਰ ਮੋਹਰੇ ਹੋ ਗਏ ਨਾ ਉਹਨਾਂ ਦੇ, ਕਿਉਂਕਿ ਵਜ਼ੀਰ ਖਾਨ ਵੀ ਪਿੱਛੇ ਫੌਜਾਂ ਲੈ ਕੇ ਆ ਰਿਹਾ ਸੀ। ਬਿਲਕੁਲ। ਸੋ ਢਾਬ ਤੋਂ ਪਹਿਲੇ ਟਿੱਬੀ ਤੋਂ ਪਹਿਲਾਂ ਟਿੱਬੀ ਸਾਹਿਬ ਜਿੱਥੇ ਗੁਰਦੁਆਰਾ, ਉਸ ਤੋਂ ਪਿੱਛੇ ਮੋਹਰੇ ਸੌਰੀ ਜਿੱਧਰੋਂ ਫੌਜਾਂ ਆ ਰਹੀਆਂ ਸੀ, ਉੱਥੇ ਇਹਨਾਂ ਨੇ ਆਪਣੇ ਗੁਰਦੁਆਰਾ ਤੰਬੂ ਸਾਹਿਬ ਹੈ ਕਿ ਜੀ, ਹਾਂਜੀ, ਉੱਥੇ ਇਹਨਾਂ ਨੇ ਮਤਲਬ ਆਪਣੇ ਇਹ ਚਾਦਰਾਂ ਕਸ਼ਹਿਰੇ ਤੇ ਦਿਹਾੜੀਆਂ ਤੇ ਪਾਤੇ, ਜਿਹਦੇ ਨਾਲ ਫੌਜਾਂ ਨੂੰ ਇਹ ਦੱਸੇ ਕਿ ਵੀ ਅੱਗੇ ਛਾਉਣੀ ਬਹੁਤ ਵੱਡੀ ਜਾਂ ਮਤਲਬ ਬਹੁਤ ਫੌਜ ਬੈਠੀ ਹੈ। ਹਾਂਜੀ, ਸੋ ਫਿਰ ਉੱਥੇ ਜਦੋਂ ਗੁਰੂ ਮਹਾਰਾਜ ਟਿੱਬੀ ਤੇ ਬੈਠੇ ਦੇਖ ਰਹੇ ਸੀ ਲੜਾਈ, ਇਹਨਾਂ ਨੇ ਮੋਹਰੇ ਹੋ ਕੇ ਉਹਨਾਂ ਨੂੰ ਰੋਕਿਆ ਜੀ ਮਤਲਬ। ਬਿਲਕੁਲ। ਹਾਂਜੀ, ਜਦੋਂ ਇਹਨਾਂ ਨੇ ਉਹ ਵਜ਼ੀਰ ਖਾਨ ਦੀ ਫੌਜ ਨੂੰ ਰੋਕਿਆ, ਲੜਦੇ ਸ਼ਹੀਦੀਆਂ ਵੀ ਪਾਈਆਂ, ਮਤਲਬ ਆਪਾਂ ਗੱਲਾਂ ਬਾਤਾਂ ਸਾਰੀਆਂ ਸਾਂਝੀ ਕਰਦੇ ਜਾਵਾਂਗੇ। ਪਰ ਉੱਥੇ ਆ ਕੇ ਫਿਰ ਇਹ ਮੁਕਤਸਰ ਦਾ ਮਤਲਬ ਉਹਨਾਂ ਦੀ ਜਦੋਂ ਮੁਕਤੀ ਕੀਤੀ, ਗੰਢੀ ਟੁੱਟੀ ਹੈ ਜੀ, ਟੁੱਟੀ ਗੰਢੀ ਕੀਤੀ ਹੈ ਜੀ। ਪਰ ਲੇਕਿਨ ਮੈਂ ਇਹ ਵੀ ਇੱਕ ਦਲੀਲ ਦਿੰਦਾ ਜਾਵਾਂ ਕਿ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਗੰਢਦੇ ਹਾਂ, ਕੋਈ ਕੱਪੜਾ ਆ, ਕੋਈ ਲੋਹਾ ਵੈਲਡਿੰਗ, ਉਹ ਵੈਲਡਿੰਗ ਕਰਦੇ ਆ, ਕੱਪੜੇ ਨੂੰ ਸੂਈ ਧਾਗੇ ਨਾਲ ਸੀਂਦੇ ਆ, ਕੋਈ ਚੀਜ਼ ਨੂੰ ਮਤਲਬ ਉਹ ਗੰਢਦੇ ਆ। ਪਰ ਇੱਥੇ ਗੁਰੂ ਮਹਾਰਾਜ ਨੇ ਇੱਕ ਨਵਾਂ ਕੌਤਕ ਕੀਤਾ, ਉਹਨਾਂ ਨੇ ਟੁੱਟੀ ਗੰਢੀ ਜਿਹੜੀ ਹੈ ਨਾ ਜੀ, ਇਹ ਉਹਨਾਂ ਨੇ ਆਪਣਾ ਬਦਾਵਾ ਪਾੜ ਕੇ ਉਹ ਗੰਢੀ ਐਂਡ ਉਹਨਾਂ 40 ਮੁਕਤ ਕੀਤਾ, ਜੀਣ ਮਰਨ ਤੋਂ ਮੁਕਤ ਕਰਕੇ। ਤਾਂ ਇਸੇ ਕਰਕੇ ਇਸ ਖਦਰਾਣੇ ਦੀ ਢਾਬ ਦਾ ਨਾਮ ਵੀ ਫਿਰ ਮੁਕਤਸਰ ਪੈ ਗਿਆ ਜੀ। ਬਿਲਕੁਲ। ਬਰਾੜ ਸਾਹਿਬ ਜਿਸ ਤਰ੍ਹਾਂ ਬਾੜਾ ਸਾਹਿਬ ਨੇ ਵੀ ਦੱਸਿਆ, ਤੇ ਆਪਾਂ ਮਾਘੀ ਦਾ ਮੇਲਾ ਕਰਕੇ ਮਸ਼ਹੂਰ ਕਰਕੇ ਹਰ ਕਿਸੇ ਦੀ ਜ਼ਬਾਨ 'ਤੇ ਆ ਜਾਂਦਾ ਜੀ, ਮਾਘੀ ਦੇ ਮੇਲੇ ਤੇ ਜਾਂ ਮੁਕਤਸਰ ਦੇ ਮੇਲੇ, ਨਹਾਉਣ ਜੋੜੀਆਂ ਚੱਲੀਆਂ ਹੈ ਨਾ। ਤੇ ਲੇਕਿਨ ਜੇ ਗੱਲ ਕਰੀਏ ਇਤਿਹਾਸ ਦੇ ਪੰਨਿਆਂ ਦੀ, ਤੇ ਇੱਕ ਬਹੁਤ ਵੱਡਾ ਇਤਿਹਾਸ ਇਹਦੇ ਵਿੱਚ ਆ। ਗੁਰੂ ਨੇ ਆਪਾਂ ਨੂੰ ਕੀ ਪਤਾ ਕਿਹੜੇ ਤਰੀਕੇ ਨਾਲ ਸਮਝਾਉਣ ਦੀ ਗੱਲ ਕੀਤੀ। ਜੇ ਉਹ ਇੰਨੇ ਕਿਲੇ ਦੇ ਵਿੱਚ ਹੋਰ ਵੀ ਸਿੱਖ ਸਨ, ਕੀ ਇਹਨਾਂ 40 ਨੂੰ ਲੋੜ ਪੈ ਗਈ ਬਦਾਵਾ ਲਿਖਣ ਦੀ? ਕੀ ਇਹਨਾਂ 40 ਨੂੰ ਉੱਥੇ ਆਉਣ ਦੀ ਲੋੜ ਪੈ ਗਈ? ਤੁਹਾਡੇ ਹਿਸਾਬ ਨਾਲ ਇਹ ਕੀ ਕੌਤਕ ਹੋ ਸਕਦੀ ਗੁਰੂ ਸਾਹਿਬਾਨਾਂ ਦੇ? ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਸਾਂਝੀ ਕਰ ਲਈਏ ਤੇ ਕਹਿ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮੰਜਨ ਸੰਗ ਸਾਧੂ ਨਾ ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਜਨਮ ਕਰਮ ਮਰ ਟਲ ਵਿਛੜੇ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਏ ਬਿਨ ਸੇ ਲੋਭ ਸਵਾਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਜੀ ਦਿਆ ਪ੍ਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਜਾਨ। ਸੋ ਇਹ ਜਿਹੜੀ ਮਾਘ ਦੀ ਸਿਫਤਾ ਕੀਤੀ ਨਾ, ਹਾਂਜੀ, ਮਾਘ ਦੇ ਵਿੱਚ ਮਹਾ ਸਿੰਘ ਦਾ ਨਾਂ ਹਾਮੇ ਨਾ ਮਾਂ ਆਗ ਤੇ ਮੰਗਲ। ਬਿਲਕੁਲ, ਮਹਾ ਸਿੰਘ ਆਉਂਦਾ। ਜਿਹੜੀ ਇਤਿਹਾਸ ਦੀ ਗੱਲ ਇਹਨਾਂ ਨੇ ਕੀਤੀ ਹੈਗੀ ਆ ਬਾੜਾ ਸਾਹਿਬ ਨੇ,
ਮੈਂ ਜਿਹੜਾ ਲੇਟੈਸਟ ਇਤਿਹਾਸ ਪੜ੍ਹਿਆ ਹੈ ਉਹ ਪ੍ਰਿੰਸੀਪਲ ਸਤਬੀਰ ਸਿੰਘ ਦਾ ਇਤਿਹਾਸ ਲਿਖਿਆ ਹੋਇਆ ਵਾ। ਅੱਛਾ ਜੀ, ਉਹਨੇ 10 ਗੁਰੂਆਂ ਦੀ ਜੀਵਨੀ ਵੱਖਰੇ ਵੱਖਰੀ ਕਿਤਾਬ ਦੇ ਵਿੱਚ ਲਿਖੀ ਹੋਈ। ਜੀ ਠੀਕ ਜੀ ਹਾਂਜੀ, ਪਰ ਜਿਹੜੀ ਗੱਲ ਮਹਾਂ ਸਿੰਘ ਨੇ ਬਦਾਵਾ ਉੱਥੇ ਲਿਖ ਕੇ ਦਿੱਤਾ ਹੈ, ਉਸ ਕਿਤਾਬ ਦੇ ਵਿੱਚ ਉਹ ਬਦਾਵਾ ਉੱਥੇ ਨਹੀਂ ਲਿਖਿਆ ਗਿਆ, ਓਕੇ, ਜਿਹੜਾ ਕਿ ਆਮ ਧਾਰਮਿਕ ਤੌਰ ਦੇ ਉੱਤੇ ਜਿਹੜੇ ਰਾਗੀ ਢਾਡੀ ਸਾਰੇ ਪ੍ਰਚਾਰ ਹਿਸਟੋਰੀ ਹਾਂ ਹਾਂ ਹਾਂਜੀ। ਇੱਥੇ ਇਹ ਦੁਬਦਾ, ਮੈਂ ਦੁਬਦਾ ਖੜੀ ਕਰਨ ਲਈ ਨਹੀਂ ਮੈਂ ਬੋਲ ਰਿਹਾ, ਮੈਂ ਉਹਦੀ ਕਿਤਾਬ ਦਾ ਵੇਰਵਾ ਨਹੀਂ ਨਾਲੇ ਤੁਸੀਂ ਆਪਣੇ ਵਿਚਾਰ ਨਹੀਂ ਦੇ ਰਹੇ, ਤੁਸੀਂ ਕਿਸੇ ਦੀ ਨਹੀਂ, ਕਿਤਾਬ ਦੀ ਗੱਲ ਕਰ ਰਹੇ ਹੋ। ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਜੰਗ ਦੇ ਬਾਰੇ ਇਹਨਾਂ ਨੇ ਦੱਸ ਦਿੱਤਾ ਹੈਗਾ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਚਮਕੌਰ ਦੀ ਗੜੀ ਦੀ ਲੜਾਈ ਤੋਂ ਅੱਗੇ ਦੀਨੇ ਕਾਂਗੜ ਦੇ ਰਾਹੀਂ ਹੁੰਦੇ ਹੋਏ ਮੁਕਤਸਰ ਤੇ ਕਪੂਰੇ ਦੀ ਹਾਂਜੀ ਹਾਂਜੀ। ਲੇਕਿਨ ਉੱਥੇ ਜਿੱਥੇ ਇਹਨਾਂ ਪਿੰਡਾਂ ਦੇ ਵਿੱਚ ਪਹੁੰਚਦੇ ਹੋਏ ਹਨਾ, ਜਿਹੜੇ ਨੂਰੇ ਮਾਹੀ ਦਾ ਨਾਂ ਇੱਕ ਲੈਣਾ ਬਹੁਤ ਜ਼ਰੂਰੀ ਹਾਂਜੀ। ਜਦੋਂ ਚਮਕੌਰ ਦੀ ਗੜੀ ਛੱਡੀ ਤੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਨੂਰੇ ਮਾਹੀ ਦੀ ਕੁੱਲੀ ਦੇ ਵਿੱਚ ਜਾ ਕੇ ਬੈਠੇ ਆ। ਬਿਲਕੁਲ। ਉਹ ਨੂਰਾ ਮਾਹੀ ਕੌਣ ਸੀਗਾ? ਉਹ ਵਿਚਾਰਾ ਇੱਕ ਸਧਾਰਨ ਇਨਸਾਨ ਸੀ ਤੇ ਗੁਰੂ ਸਾਹਿਬ ਨੇ ਉਹਦੀ ਇੱਕ ਡਿਊਟੀ ਲਾਈ ਕਿ ਜਾ ਕੇ ਤੂੰ ਜੋ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਕਰਕੇ ਆ, ਉਹਨਾਂ ਨਾਲ ਕੀ ਬੀਤੀ ਹੈ। ਬਿਲਕੁਲ। ਤੇ ਨੂਰੇ ਮਾਹੀ ਨੇ ਜਦੋਂ ਆ ਕੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਕੰਧਾਂ ਦੇ ਵਿੱਚ ਚਿਣਵਾ ਦਿੱਤਾ ਹੈ, ਤੇ ਗੁਰੂ ਸਾਹਿਬ ਨੇ ਉਸੇ ਸਮੇਂ ਕਾਹੀ ਦਾ ਬੂਟਾ ਇੱਕ ਪੱਟ ਕੇ ਇਹ ਗੱਲ ਕਹੀ ਕਿ ਅੱਜ ਹੁਣ ਮੁਸਲਮਾਨਾਂ ਦੀ ਆਪਣੀ ਜਿਹੜੀ ਮੁਗਲਾਂ ਦੀ ਜੜ ਪੱਟੀ ਗਈ ਹੈ। ਪਰ ਉੱਥੇ ਨੂਰਾ ਮਾਹੀ ਉਹਨਾਂ ਦੇ ਚਿਹਰੇ ਵੱਲੀ ਦੇਖ ਰਿਹਾ ਸੀ, ਜਿਹੜਾ ਇਤਿਹਾਸ ਦੱਸਦਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਜਲਾਲ ਹੀ ਜਲਾਲ ਸੀ, ਕੋਈ ਅਫਸੋਸ ਵਾਲੀ ਗੱਲ ਨਹੀਂ ਸੀ। ਚਾਰੇ ਪੁੱਤਰ ਸ਼ਹੀਦ ਕਰਾ ਕੇ ਵੀ ਉਹਨਾਂ ਦੇ ਨੂਰ ਦੇ ਚਿਹਰੇ ਦੇ ਉੱਤੇ ਨੂਰ ਚਮਕ ਰਿਹਾ ਸੀਗਾ। ਉੱਥੋਂ ਜਦੋਂ ਤੁਰਦੇ ਆ ਫਿਰ ਬਹੁਤ ਸਾਰੇ ਪਿੰਡਾਂ ਵਿੱਚ ਲੰਘਦੇ ਹੋਏ ਤਖਤੂਪੁਰੇ, ਜਿਹੜੀ ਮਾਘੀ ਦੀ ਤੁਸੀਂ ਗੱਲ ਕਰੀ ਆ, ਮਾਲਵੇ ਦੇ ਵਿੱਚ 2 ਥਾਵਾਂ ਤੇ ਮਾਘੀ ਦਾ ਮੇਲਾ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਓਕੇ। ਇੱਕ ਮੁਕਤਸਰ ਸਾਹਿਬ, ਇੱਕ ਤਖਤੂਪੁਰੇ ਦਾ। ਅੱਛਾ, ਤਖਤੂਪੁਰੇ ਦਾ। ਹਾਂ ਨਾ, ਤਖਤੂਪੁਰੇ ਬਾਰੇ ਬਹੁਤਾ ਲੋਕਾਂ ਨੂੰ ਨਹੀਂ ਪਤਾ, ਪਰ ਕਿਉਂਕਿ ਉਹ ਸਾਡੇ ਰੇਡੀਏ ਦੇ ਨੇੜ ਪੈਂਦਾ ਕਰਕੇ ਉੱਥੇ ਵੀ ਬੜਾ ਰਸ਼ ਹੁੰਦਾ ਹੈ। ਅੱਛਾ। ਉਨੀ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਜਿਹੜਾ ਮਨਾਉਣੇ ਤਾਂ ਸ਼ਹੀਦਾਂ ਦਾ ਦਿਨ ਹੈ ਹਾਂਜੀ, ਤੇ ਜਿਹੜੇ ਸਿਆਸੀ ਬੰਦੇ ਆ ਨਾ ਉੱਥੇ ਸ਼ਹੀਦਾਂ ਦੀ ਗੱਲ ਕਰਨ ਦੀ ਬਜਾਏ ਜਿਹੜੀਆਂ ਆਪਣੀਆਂ ਸਟਾਲਾਂ ਲਾ ਕੇ ਇੱਕ ਦੂਜੇ ਨਾਲ ਗਾਲੀ ਗਲੋਚ ਤਾਈਂ ਪਹੁੰਚਦੇ ਆ, ਇਹ ਬੜੀ ਅਫਸੋਸ ਦੀ ਗੱਲ ਹੈ। ਇਹ ਨਹੀਂ ਹੋਣਾ ਚਾਹੀਦਾ। ਬਿਲਕੁਲ। ਹੁਣ ਮੈਂ ਗੱਲ ਗਾਂ ਇਤਿਹਾਸ ਦੀ ਗੱਲ ਕਰਨ ਲੱਗਾ ਹਾਂ ਕਿ ਜਿਸ ਵੇਲੇ ਜਦੋਂ ਕਪੂਰੇ ਦੇ ਕੋਲ ਪਹੁੰਚੇ ਆ ਹਾਂਜੀ, ਤੇ ਕਪੂਰਾ ਜਿਹੜਾ ਬੰਦਾ ਸੀਗਾ ਉਹ ਕੋਟ ਕਪੂਰੇ ਦੇ ਨਾਂ ਤੇ ਮਸ਼ਹੂਰ ਆ ਅੱਜ ਕੱਲ੍ਹ ਉਹ ਸ਼ਹਿਰ। ਅੱਛਾ ਅੱਛਾ ਜੀ। ਹਾਂਜੀ। ਤੇ ਕਪੂਰੇ ਨੂੰ ਜਦੋਂ ਗੁਰੂ ਸਾਹਿਬ ਨੇ ਕਿਹਾ ਬਈ ਅਸੀਂ ਇੱਥੇ ਤੇਰੇ ਡੇਰਾ ਲਾਉਣਾ ਚਾਹੁੰਦੇ ਆ, ਤੇ ਸਾਨੂੰ ਇਹ ਦੱਸ ਕੇ ਕਿਸ ਪਾਸਿਓਂ ਮੁਗਲ ਆਉਂਦੇ ਆ ਤੇ ਕਿਸ ਪਾਸੇ ਪਾਣੀ ਦਾ ਪ੍ਰਬੰਧ ਹੈਗਾ। ਅੱਛਾ ਜੀ। ਹਾਂਜੀ। ਕਿ ਜਿਹੜਾ ਕਪੂਰਾ ਸੀ ਉਹ ਦੋਨੇ ਪਾਸੇ ਪਾਲਿਸੀ ਬਦਲਦਾ ਸੀ। ਹਾਂਜੀ। ਤੇ ਕਪੂਰੇ ਨੇ ਗੁਰੂ ਸਾਹਿਬ ਦਾ ਮਾਣ ਰੱਖਣ ਲਈ ਉਹਨਾਂ ਨੂੰ ਦੱਸ ਦਿੱਤਾ ਕਿ ਜਿਹੜੀ ਢਾਬ ਹੈਗਾ ਨਾ ਇਧਰਲੇ ਪਾਸੇ ਆ। ਅੱਛਾ ਜੀ। ਉੱਥੇ ਪਾਣੀ ਦੀ ਉੱਥੇ ਤਾਂ ਕਿ ਜਦੋਂ ਲੜਾਈ ਲੱਗੇ ਤੇ ਇਹਨਾਂ ਨੂੰ ਪਾਣੀ ਦੀ ਦਿੱਕਤ ਨਾ ਆਵੇ। ਬਿਲਕੁਲ। ਲੇਕਿਨ ਜਦੋਂ ਉੱਥੇ ਫਿਰ ਖਰਾਣੇ ਦੀ ਢਾਬ ਤੇ ਤਾਂ ਇਹਨਾਂ ਨੇ ਪਹੁੰਚਾ ਦਿੱਤਾ। ਖਰਾਣੇ ਦੀ ਢਾਬ ਤੇ ਜਦੋਂ ਪਹੁੰਚੇ ਆ, ਹਾਂਜੀ, ਉੱਥੇ ਇਤਿਹਾਸ ਲਿਖਦਾ ਹੈਗਾ ਹੈ ਕਿ ਜਿਹੜੀ ਜਦੋਂ ਉੱਥੇ ਗੁਰੂ ਸਾਹਿਬ ਪਹੁੰਚੇ ਆ ਤੇ ਇੱਥੇ ਅੰਮ੍ਰਿਤਸਰ ਦੇ ਮਝੇਲਾਂ ਦਾ ਇੱਕ ਜਥਾ, ਹਾਂਜੀ, ਜਿਹਦੇ ਵਿੱਚ ਇੱਕ ਪੰਚਾਇਤ ਵੀ ਗਈ ਸੀ, ਹਾਂਜੀ, ਮਾਈ ਭਾਗੋ ਵੀ ਸੀ ਤੇ 40 ਸਿੰਘ ਵੀ ਸੀ। ਬਿਲਕੁਲ। ਹਾਂਜੀ। ਜਦੋਂ ਬਦਾਵਾ ਉੱਥੋਂ ਕੋਈ ਬਦਾਵਾ ਨਹੀਂ ਲਿਖਿਆ, ਉੱਥੋਂ ਸਿੰਘ ਭੁੱਖੇ ਭਾਣੇ ਸੀ। ਜਦੋਂ ਅਨੰਦਪੁਰ ਦੀ ਧਰਤੀ ਤੋਂ ਚੱਲੇ ਤੇ ਉਹ ਜਦੋਂ ਵਾਪਸ ਆਉਂਦੇ ਆ ਤੇ ਘਰੇ ਉਹਨਾਂ ਨੂੰ ਲਾਹਣਤਾਂ ਪਈਆਂ ਤੇ ਪੰਚਾਇਤ ਹੋਈ ਉੱਥੇ ਉਹਨਾਂ ਦੇ ਪਿੰਡ ਦੇ ਵਿੱਚ। ਉਸ ਪੰਚਾਇਤ ਦੇ ਜਿਹੜੇ ਮੁਖੀ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਪਾਂ ਗੁਰੂ ਸਾਹਿਬ ਕੋਲੇ ਚੱਲਦੇ ਹਾਂ ਤੇ ਗੁਰੂ ਸਾਹਿਬ ਨੂੰ ਆਪਾਂ ਮਨਾਉਣੇ ਆ ਕਿ ਅਸੀਂ ਤੁਹਾਡੇ ਨਿੱਤ ਦੇ ਜਿਹੜੇ ਹੈਗੇ ਤੁਹਾਡੇ ਉੱਤੇ ਜ਼ੁਲਮ ਹੋ ਰਹੇ ਆ, ਇਹਨਾਂ ਨੂੰ ਮਿਟਾਉਣ ਲਈ ਤੁਸੀਂ ਸ਼ਾਂਤੀ ਦਾ ਰਾਹ ਅਪਣਾ ਲਓ। ਗੁਰੂ ਨਾਨਕ ਦੇਵ ਦੀ ਫਿਲਾਸਫੀ ਨੂੰ ਅਡਾਪਟ ਕਰੋ ਤੇ ਤੁਸੀਂ ਤਾਂ ਕਿ ਅਸੀਂ ਵੀ ਆਪਣੇ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੀਏ ਤੇ ਤੁਸੀਂ ਵੀ ਸੁੱਖ ਦੀ ਬਤੀਤ ਕਰ ਦਿਓ। ਤੇ ਗੁਰੂ ਗੋਬਿੰਦ ਸਿੰਘ ਨੇ ਉਸ ਸਮੇਂ ਉਹਨਾਂ ਨੂੰ ਜਵਾਬ ਦਿੱਤਾ
ਕਿ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀ ਉਦੋਂ ਤੁਸੀਂ ਕਿੱਥੇ ਗਏ ਸੀ ਫੈਸਲਾ ਕਰਾਉਣ? ਬਿਲਕੁਲ। ਹਨਾ, ਜਦੋਂ ਚਮਕੌਰ ਦੀ ਗੜੀ ਦੇ ਵਿੱਚ ਮੇਰੇ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਉਦੋਂ ਤੁਸੀਂ ਕਿੱਥੇ ਸੀ? ਫਿਰ ਜਦੋਂ ਸਰਹੰਦ ਦੇ ਵਿੱਚ ਮੇਰੇ ਬੱਚਿਆਂ ਨੂੰ ਨੀਹਾਂ ਤੇ ਚਿਣਾ ਦਿੱਤਾ ਉਦੋਂ ਤੁਸੀਂ ਕਿੱਥੇ ਸੀ? ਅੱਜ ਤੁਸੀਂ ਫੈਸਲਾ ਕਰਾਉਣ ਲਈ ਇਹ ਕਹਿਣ ਲਈ ਆਏ ਕਿ ਤੁਸੀਂ ਇਹ ਜੁਰਮ ਦਾ ਟਾਕਰਾ ਕਰਨਾ ਛੱਡ ਦਿਓ। ਤੁਸੀਂ ਜਾਓ ਜੇ ਜਾਣਾ ਤਾਂ ਬਸ ਚਲੇ ਜਾਓ। ਹਾਂਜੀ, ਤੇ ਉਹਨਾਂ ਨੇ ਇਹ ਫੈਸਲਾ ਉੱਥੇ ਇਹ ਸਤਬੀਰ ਸਿੰਘ ਪ੍ਰਿੰਸੀਪਲ ਸਤਬੀਰ ਸਿੰਘ ਇਹ ਲਿਖਦੇ ਆ ਕਿ ਜਿਹੜਾ ਫੈਸਲਾ ਸੀ ਜਿਹੜੇ ਉਹ ਪੰਚਾਇਤ ਆਈ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਲਫ਼ਜ਼ਾਂ ਤੋਂ ਥੋੜਾ ਜਿਹਾ ਘਿਰਨਾ ਕਰਨ ਕਰਕੇ ਉਹ ਆਪਣਾ ਲਿਖ ਕੇ ਪੱਤਰ ਉੱਥੇ ਦੇ ਕੇ ਆਏ ਉਹਨਾਂ ਨੂੰ ਵੀ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ, ਸਾਡੇ ਗੁਰੂ ਨਹੀਂ। ਹਾਂਜੀ, ਇਹ ਗੱਲ ਮਨ ਨੂੰ ਵੀ ਜੱਚਦੀ ਹੈਗੀ ਆ। ਜਦੋਂ ਜੇ ਤੁਸੀਂ ਕਹੋ ਕਿ ਇੰਨੀਆਂ ਘਟਨਾਵਾਂ ਦੇ ਵਿੱਚ ਦੀ ਵਿਚਰੇ ਆਨੰਦਪੁਰ ਸਾਹਿਬ ਚਮਕੌਰ ਦੀ ਗੜੀ ਵਿੱਚ ਕਿ ਉਹੀ ਚਿੱਠੀ ਗੁਰੂ ਗੋਬਿੰਦ ਸਿੰਘ ਆਪਣੀ ਜੇਬ ਦੇ ਵਿੱਚ ਲਈ ਫਿਰਦੇ ਸੀ। ਇੱਥੇ ਬਹੁਤ ਸੋਚਣ ਵਾਲੀ ਗੱਲ ਆ। ਨਹੀਂ ਬਰਾੜ ਸਾਹਿਬ, ਸੌਰੀ, ਇੱਕ ਗੱਲ ਤੁਹਾਡੀ ਮੈਂ ਗੱਲ ਰੋਕਣ ਲੱਗਾ। ਮੈਂ ਜਦੋਂ ਤੁਸੀਂ ਕਹਿੰਦੇ ਕਿ ਤੁਸੀਂ ਕਿਤਾਬਾਂ ਵੀ ਲਿਖੀਆਂ, ਕੋਈ ਬੰਦਾ ਉਹੀ ਕਿਤਾਬ ਲਿਖੋ ਉਹਨੂੰ ਦੂਸਰੇ ਬੰਦੇ ਦੀ ਲਿਖੀ ਕਿਤਾਬ ਦੇ ਵਿੱਚੋਂ ਚੰਗੀ ਗੱਲ ਵੀ ਲੱਭਣ ਨੂੰ ਮਿਲਦੀ। ਜਿਹੜੇ ਸਾਡੇ ਵਰਗੇ ਨੇ ਖਬਰ ਨਹੀਂ ਕਦੀ ਲਿਖੀ ਤਾਂ ਉਹ ਕਿਤਾਬ ਕਿੱਥੋਂ ਲਿਖਣ ਦੀ ਸੋਚਣਗੇ ਜਾਂ ਕਿਸੇ ਦੀ ਕਿਤਾਬ ਦੇ ਵਿੱਚੋਂ ਚੰਗੀ ਚੀਜ਼। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹ ਚਿੱਠੀ ਲਿਖ ਤੁਰੇ ਫਿਰਦੇ ਰਹੇ ਗੁਰੂ ਸਾਹਿਬ, ਜਿੱਥੇ ਆਪਾਂ ਇੱਕ ਵਾਰ ਜ਼ਿਕਰ ਕਰਦੇ ਕਿ ਮਾਛੀਵਾੜੇ ਦੇ ਜੰਗਲਾਂ 'ਚ ਹਨਾ ਉਹਨਾਂ ਦਾ ਜੋ ਵਸਤਰ ਸੀ ਉਹ ਲੀਰੋ ਲੀਰ ਹੋ ਗਿਆ, ਉੱਥੇ ਉਹਨਾਂ ਦੇ ਪੈਰਾਂ ਦੇ ਛਾਲੇ ਹੋ ਗਏ, ਨੰਗੇ ਪੈਰ ਸੀ, ਉੱਥੇ ਉਹਨਾਂ ਦਾ ਕਮਰ ਕੱਸਾ ਵੀ ਇਤਿਹਾਸਕਾਰ ਕਹਿੰਦੇ ਆ ਕਿ ਉਹ ਵੀ ਉਹਨਾਂ ਦਾ ਚੇਂਜ ਉਹ ਨਹੀਂ ਕੀਤਾ ਉੱਥੇ ਤੇ ਉਹ ਸ਼ਾਇਦ ਤੁਹਾਡੇ ਗੱਲ ਸਹੀ ਆ, ਸ਼ਾਇਦ ਪ੍ਰੋਫੈਸਰ ਸਤਵੀਰ ਸਿੰਘ ਜੀ ਨੇ ਸਹੀ ਲਿਖਿਆ ਹੋਊਗਾ ਕਿ ਉਹ ਚਿੱਠੀ ਹੋ ਜਦੋਂ ਕੱਪੜਾ ਲੀਰੋ ਲੀਰ ਹੋ ਸਕਦਾ ਉਹਦੇ ਵਿੱਚ ਪਾਈ ਚਿੱਠੀ ਕਿਉਂ ਨਹੀਂ ਪਾਟ ਸਕਦੀ, ਲੀਰੋ ਲੀਰ ਕਿਉਂ ਨਹੀਂ ਹੋ ਸਕਦੀ? ਹੋ ਸਕਦਾ। ਪਰ ਜਿਹੜੇ ਅੱਜ ਤੱਕ ਦੇ ਇਤਿਹਾਸਕਾਰ ਆ ਉਹਨਾਂ ਨੇ ਕਿਹਾ ਕਿ ਅਨੰਦਪੁਰ ਦੇ ਕਿਲੇ ਦੇ ਅੰਦਰ ਜਦੋਂ ਸਿੱਖ ਪਿਛਲੇ 5 7 8 ਮਹੀਨੇ ਤੋਂ ਕੋਈ 8 ਮਹੀਨੇ ਕਹਿੰਦਾ, ਕੋਈ 9 ਮਹੀਨੇ ਕਹਿੰਦਾ, ਕੋਈ 6 7 ਮਹੀਨੇ ਕਹਿੰਦਾ ਕਿ ਭੁੱਖੇ ਸੀ, ਉਹਨਾਂ ਨੇ ਦਰਖਤਾਂ ਦੇ ਉਹ ਛੱਕ ਜਿਹਾ ਲਾ ਕੇ ਵੀ ਉਹਨਾਂ ਨੂੰ ਪੱਤੇ ਵੀ ਖਾਦੇ, ਸੱਕਾਂ ਨੂੰ ਲਾ ਕੇ ਉਬਾਲ ਕੇ ਪਾਣੀ ਵੀ ਪੀਤੇ। ਲੇਕਿਨ ਜੇ ਆਪਾਂ ਇੱਕ ਵਾਰ ਆਪਾਂ ਆਪਣੇ ਗੁਰੂ ਨੂੰ ਕਹਿੰਦੇ ਆ ਕਿ ਗੁਰੂ ਆ, ਗੁਰੂ ਸਮਰੱਥ ਆ, ਸਭੇ ਕਲਾ ਭਰਪੂਰ ਆ, ਲੇਕਿਨ ਉਹਨਾਂ ਨੇ ਜੇ ਕੌਤਕ ਦਿਖਾਲਣਾ ਸੀ ਜਿੱਦਾਂ ਇੱਕ ਵਾਰ ਤਾਂ ਆਪਾਂ ਕਹਿੰਦੇ ਇੱਕ ਵਾਰ 40 ਸਿੰਘ ਸੀਗੇ ਚਮਕੌਰ ਦੀ ਗੜੀ 'ਚ, ਉਹਦੇ 10 ਲੱਖ ਦਾ ਕੀ ਗੱਲ ਫਿਨਿਸ਼ ਕਰ ਲੈਣ ਦਿੰਦੇ ਨਾ, ਤੁਹਾਡੀ ਸਾਰੀ ਗੱਲ ਦਾ ਨਿਚੋੜ ਨਿਕਲੇ ਆਉਂਦੇ। ਚਲੋ ਹਨਾ, ਗੱਲ ਇਹ ਸੀਗੀ ਉਹ ਉਸ ਸਮੇਂ ਜਿਹੜੇ ਪੰਚਾਇਤ ਵਾਲੇ ਗਏ ਸੀਗੇ ਹਾਂਜੀ ਉਹ ਉਹਨਾਂ ਨੂੰ ਆਪਣਾ ਬਦਾਵਾ ਲਿਖ ਕੇ ਦੇ ਆਏ ਜਿਹੜਾ ਸਤਬੀਰ ਸਿੰਘ ਲਿਖਦਾ ਹੈ। ਲੇਕਿਨ ਜਿਹੜੇ 40 ਸਿੰਘ ਸੀ ਹਾਂਜੀ ਇਹ ਉੱਥੇ ਡਟ ਗਏ। ਇਹ ਨਹੀਂ ਮੁੜੇ ਉਹਨਾਂ ਨਾਲ, ਇਹ ਨਹੀਂ ਮੁੜੇ ਉਹਨਾਂ ਨਾਲ, ਇਹ ਉੱਥੇ ਡਟ ਗਏ ਆ। ਹਾਂਜੀ, ਤੇ ਗੁਰੂ ਸਾਹਿਬ ਉੱਤੇ ਟਿੱਬੀ ਦੇ ਉੱਤੇ ਬੈਠੇ ਸੀ ਤੇ ਇਹ ਥੱਲੇ ਲੜਾਈ ਲੜ ਰਹੇ ਸੀਗੇ। ਇਹਨਾਂ ਦੇ ਜਿਹੜਾ ਵੱਡਾ ਭਰਾ ਸੀਗਾ ਮਨੀ ਸਿੰਘ ਦਾ, ਮਹਾ ਸਿੰਘ ਦਾ, ਹਨਾ, ਉਹਨੇ ਪਹਿਲੋਂ ਕਮਾਂਡ ਸ਼ੁਰੂ ਕੀਤੀ ਆ। ਹਾਂਜੀ, ਉਹਨੇ ਪਹਿਲੋਂ ਕੱਲਾ ਸਿੰਘ ਲੜਿਆ ਉਹਨਾਂ ਨਾਲ ਤੇ ਫਿਰ 5-5 ਦੇ ਗਰੁੱਪ ਦੇ ਵਿੱਚ 40 ਦੇ 40 ਸਿੰਘ ਸ਼ਹੀਦ ਹੋ ਜਾਂਦੇ। ਹਾਂਜੀ ਹਾਂਜੀ, ਇੱਥੇ ਗੱਲ ਇਹ ਜਾਇਦੀ ਉਹ ਜਿਹੜਾ ਬਦਾਵਾ ਪਾੜਿਆ ਹਾਂਜੀ ਉਹ ਬਦਾਵਾ ਉਹਨਾਂ ਦਾ ਉਹ ਦੱਸ ਰਿਹਾ ਸਤਵੀਰ ਸਿੰਘ, ਮੈਂ ਆਪਣੇ ਕੋਲੋਂ ਨਹੀਂ, ਮੈਂ ਨੋਟ ਦੇ ਰਿਹਾ ਉਹਨਾਂ ਕਿਤਾਬ ਦਾ ਨੰਬਰ 203 ਤੋਂ ਸਫਾ ਨੰਬਰ 203 ਤੋਂ ਲੈ ਕੇ ਤੇ 212 ਪੇਜ ਤਾਈਂ ਇਹ ਸਾਰਾ ਉਹਨੇ ਇਤਿਹਾਸ ਦਾ ਨਿਚੋੜ ਕੱਢਿਆ। ਬਿਲਕੁਲ ਆਪਣੇ ਕੋਲ ਨਹੀਂ, ਆਪਾਂ ਤਾਂ ਉਹ ਪ੍ਰੂਫ ਦੇ ਰਹੇ ਹਾਂ। ਹਾਂਜੀ ਹਾਂਜੀ ਹਾਂਜੀ, ਤਾਂ ਇਹ ਫਿਰ ਬਦਾਵਾ ਮਹਾ ਸਿੰਘ ਜਦੋਂ ਪਿਆ ਤੇ ਗੁਰੂ ਸਾਹਿਬ ਉਹਨਾਂ ਨੇ ਉਹ ਪੂਰਾ ਜ਼ਖਮੀ ਹੋਇਆ ਵਿਆ ਤੇ ਮੂੰਹ ਪੂੰਝਦੇ ਆ, ਮੂੰਹ ਜਿਹੜਾ ਉਹਨਾਂ ਦਾ ਦੱਸਦੇ ਕਹਿੰਦੇ ਲਿਬੜਿਆ ਸੀ, ਉਹਦੀ ਜਿਹੜੇ ਆਪਣੇ ਸਿਰ ਨੂੰ ਗੋਡਿਆਂ ਦੇ ਉੱਤੇ ਰੱਖ ਕੇ ਕਿਸੇ ਨੂੰ 9 ਲੱਖਾ, ਕਿਸੇ ਨੂੰ 1000, ਕਿਸੇ ਨੂੰ 10,000 ਹਨਾ ਕਹਿ ਕੇ ਹਨੇ ਇਨਾਮ ਦਿੰਦੇ ਆ। ਤੇ ਉਸ ਸਮੇਂ ਫਿਰ ਮਹਾ ਸਿੰਘ ਨੂੰ ਕਿਹਾ, ਮਹਾ ਸਿੰਘ ਜੋ ਕੁਛ ਮੰਗਣਾ ਮੰਗ, ਤੇ ਮਹਾ ਸਿੰਘ ਕਹਿੰਦਾ ਮੈਨੂੰ ਤੁਹਾਡੇ ਦਰਸ਼ਨ ਹੋ ਗਏ, ਇਸ ਤੋਂ ਵੱਧ ਹੋਰ ਮੈਂ ਹਨੇ। ਇੱਥੇ ਜਾ ਕੇ ਫਿਰ ਨਵੇੜਾ ਹੁੰਦਾ। ਪਰ ਜਿਹੜੀ ਇਤਿਹਾਸ ਆ ਨਾ, ਇਤਿਹਾਸ ਨੂੰ ਦੋਨਾਂ ਪਾਸਿਆਂ ਤੋਂ ਵਾਚਣਾ ਪੈਂਦਾ। ਬਿਲਕੁਲ ਬਿਲਕੁਲ ਹਾਂਜੀ, ਤੇ ਇਹਦੇ ਵਿੱਚ ਫੈਸਲਾ ਕਰਨਾ ਸਰੋਤਿਆਂ ਨੇ, ਸੁਣਨ ਵਾਲਿਆਂ ਨੇ ਵੀ ਕਿਹੜਾ ਇਤਿਹਾਸ ਮਨ ਨੂੰ ਭਾਉਂਦਾ ਹੈਗਾ। ਬਿਲਕੁਲ ਬਰਾੜ ਸਾਹਿਬ, ਮੈਂ ਥੋੜਾ ਜਿਹਾ ਤੁਹਾਡੀ ਨਾਲ ਸਹਿਮਤੀ ਇਸ ਗੱਲ ਤੇ ਨਹੀਂ ਪ੍ਰਗਟ ਕਰਦਾ ਕਿ ਜਿੰਨੀਆਂ ਬੁੱਕਸ, ਜਿੰਨੀਆਂ ਹਿਸਟੋਰੀਕਲ, ਜਿੰਨੀਆਂ ਅੱਗੇ ਢਾਡੀ ਵਾਰਾਂ ਅਸੀਂ ਸੁਣਦੇ ਆ ਰਹੇ ਆ, ਮਤਲਬ ਹੁਣ ਤਕਰੀਬਨ 60-65 ਸਾਲ ਹੋਣ ਲੱਗੇ ਨੇ ਜੀ, ਉਹਨਾਂ 'ਚ ਇਹੀ ਚੀਜ਼ਾਂ ਸੁਣਦੇ ਆ ਰਹੇ ਆ ਕਿ ਬਈ ਇਹ
ਉੱਥੋਂ ਬਦਾਵਾ ਦੇ ਕੇ ਗਏ ਨੇ ਜੀ, ਤੇ ਉਹ ਉੱਥੇ ਚਵਾਲ ਤੇ ਇਹ ਮਝੈਲੀਏ ਉੱਥੇ ਵਾਪਸ ਗਏ ਨੇ ਆਪਣੇ ਪਿੰਡਾਂ 'ਚ ਜੀ। ਹਾਂਜੀ, ਤੇ ਪਰ ਲੇਕਿਨ ਗੁਰੂ ਸਮਰੱਥ ਆ ਜੀ, ਉਹਨਾਂ ਦੇ ਕੋਲੋਂ ਮਤਲਬ ਜਿੱਦਾਂ ਤੁਸੀਂ ਕਹਿੰਦੇ ਆ ਕਿ ਵੀ ਇਦਾਂ ਤਾਂ ਹੋਏ ਨਹੀਂ ਕਿ ਵੀ ਉਹਨਾਂ ਦੇ ਬਸਤਰ ਲੀਰੋ ਲੀਰ ਕੁੜਤਾ ਡਿਫਰੈਂਟ ਹੁੰਦਾ, ਇਹ ਕੰਡਿਆਂ ਜਿੱਤੇ ਫੜ ਕੇ ਘਾੜੀ ਜੋ ਉਹ ਪਰ ਲੇਕਿਨ ਜਿਹੜੇ ਕਮਰ ਕੱਸਾ ਜਿਹੜੀ ਚੀਜ਼ ਸਾਂਭੀ ਤੇ ਦਿਖਾਲੀ ਜਾਣੀ ਹੈ ਨਾ ਜੀ, ਜਿੱਦਾਂ ਉਹਨਾਂ ਨੇ ਇਹ ਮੇਰਾ 5000 ਹੀ, ਇਹ ਮੇਰਾ 10000 ਹੀ, ਇਹ ਮੇਰਾ 20000 ਜੀ, ਉਹਨਾਂ ਨੂੰ ਖਿਤਾਬ ਦਿੰਦੇ ਗਏ ਨੇ। ਹਾਂਜੀ, ਨਹੀਂ ਬਾੜਾ ਸਾਹਿਬ ਜਿਹੜੀ ਜਿੱਦਾਂ ਬਰਾੜ ਸਾਹਿਬ ਨੇ ਗੱਲ ਕੀਤੀ ਆ ਪ੍ਰੋਫੈਸਰ ਸਤਵੀਰ ਸਿੰਘ ਦੀ, ਹਾਂ ਮੈਂ ਪੜਿਆ ਜੀ। ਲੇਕਿਨ ਹਾਂ ਜਿਹੜੀ ਗੱਲ ਹੁਣ ਬਰਾੜ ਸਾਹਿਬ ਕਰਦੇ ਆ ਕਿ ਉਹ ਹੋ ਸਕਦਾ ਜਿੱਦਾਂ ਆਪਣੇ ਇਤਿਹਾਸਕਾਰ ਹੁਣ ਤੱਕ ਇਹ ਆਪਾਂ ਮੈਂ ਵੀ ਇਹੀ ਸੁਣਦਾ, ਹੁਣ ਤਾਂ ਤੁਸੀਂ ਵੀ ਇਹੀ ਕਿ ਇਤਿਹਾਸਕਾਰ ਕਹਿੰਦੇ ਆ ਕਿ ਉਹ ਕਿਲੇ ਚੋਂ ਨਿਕਲ ਕੇ 40 ਸਿੰਘ ਮਹਾ ਸਿੰਘ ਦੀ ਕਮਾਂਡ ਦੇ ਥੱਲੇ ਜਦੋਂ ਆਪਣੇ ਪਿੰਡਾਂ 'ਚ ਮਾਝੇ 'ਚ ਗਏ ਆ ਤੇ ਉੱਥੇ ਮਾਈ ਭਾਗੋ ਜੀ ਨੇ ਉਹਨਾਂ ਨੂੰ ਲਲਕਾਰਿਆ। ਇਹ ਗੱਲ ਮਾਈ ਭਾਗੋ ਵੀ ਨਾਲ ਮੈਂਸ਼ਨ ਕਰਦਾ, ਨਾਲ ਹੀ ਉਹ ਲਿਖਦਾ ਕਿ ਮਾਈ ਭਾਗੋ ਵੀ ਨਾਲ ਆਈ, ਪੰਚਾਇਤ ਆਈ, ਪੰਚਾਇਤ ਦੀ ਗੁਰੂ ਸਾਹਿਬ ਨਾਲ ਨਹੀਂ ਗੱਲ ਨਿਬੜ ਸਕੀ ਸਿੱਧੀ ਗੱਲ, ਪੰਚਾਇਤ ਆਪਣੀ ਆਕੜ ਕਰਦੀ ਹੋਣੀ ਆ, ਉਹ ਹੁਣ ਗੁਰੂ ਸਾਹਿਬ ਨਾਲ ਆਕੜ ਥੋੜੀ ਚੱਲਣੀ ਸੀ ਹਨਾ। ਸੋ ਪੰਚਾਇਤ ਨੇ ਸੋਚਣਾ ਵੀ ਅਸੀਂ ਇਹਨਾਂ ਨੂੰ ਲਿਖਦੇ ਨੇ ਕਿ ਸਾਨੂੰ ਨਾ ਹੋ ਸਕਦਾ, ਮੈਂ ਆਪਾਂ ਜਿੱਦਾਂ ਹੋ ਸਕਦਾ ਕਿ ਪੰਚਾਇਤ ਨੇ ਸੋਚਿਆ ਕਿ ਸਾਨੂੰ ਇਹਨਾਂ ਨੂੰ ਕਹਿਣ ਵੀ 40 ਸਿੰਘ ਨੇ ਕਹਿਣਾ ਅਸੀਂ ਨਹੀਂ ਮੁੜਨਾ, ਹੁਣ ਅਸੀਂ ਤਾਂ ਅੱਗੇ ਉੱਥੋਂ ਆਣ ਕੇ ਪਛਤਾਉਣ ਡਏ ਆ, ਸਾਡੀਆਂ ਤਾਂ ਘਰ ਵਾਲੀਆਂ ਸਾਨੂੰ ਕਹਿੰਦੀਆਂ ਵੀ ਤੁਸੀਂ ਬੁੜੀਆਂ ਹਨਾ। ਚਲੋ ਅੱਜ ਕੱਲ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਜੀ ਕਿਸੇ ਬੰਦੇ ਨੂੰ ਕਹਿ ਦੋ ਤੂੰ ਬੁੜੀਆਂ ਰਗਾਈਆਂ, ਲੇਕਿਨ ਹਜੇ ਵੀ ਕਿਸੇ ਪਿੰਡ ਜਾ ਕੇ ਕਿਸੇ ਬੰਦੇ ਨੂੰ ਕਹਿ ਦੋ ਤੂੰ ਬੁੜੀ ਆ ਤੇ ਅਗਲਾ ਤੁਹਾਡੇ ਗਲ ਪੈ ਜਾਂਦਾ, ਲੜਨ ਲੱਗ ਪੈਂਦਾ। ਤੇ ਉਹਨਾਂ ਸਮਿਆਂ 'ਚ ਜਦੋਂ ਕਿਸੇ ਨੂੰ ਕਹਿਣਾ ਬੁੜੀਆਂ, ਉਹਨਾਂ ਦੀਆਂ ਆਪਣੀਆਂ ਘਰ ਵਾਲੀਆਂ ਕਹਿਣਾ ਤੁਸੀਂ ਚੂੜੀਆਂ ਪਾ ਲਓ, ਤੁਸੀਂ ਬਹਿ ਜਾਓ ਤੇ ਤੁਸੀਂ ਰੋਟੀਆਂ ਬਣਾਓ, ਨਿਆਣੇ ਸੰਭਾਲੋ, ਤੇ ਅਸੀਂ ਲੜਦੀਆਂ। ਹੋ ਸਕਦਾ ਵੀ ਉਹ ਪੰਚਾਇਤ ਨੇ ਸੋਚਿਆ ਵੀ ਕਿੱਥੇ ਅਸੀਂ ਤਾਂ ਇਹਨਾਂ ਦਾ ਫੈਸਲਾ ਕਰਾਉਣਾ, ਕਿੱਥੇ ਸਾਨੂੰ ਨਾਲ ਮਰਵਾਉਣ ਲੱਗੇ ਆ, ਹੋ ਸਕਦਾ ਲਿਖ ਕੇ ਦੇ ਗਿਆ ਹੁਣ। ਲੇਕਿਨ ਜਿੱਦਾਂ ਬਾੜਾ ਸਾਹਿਬ ਨੇ ਕਿਹਾ ਅੱਜ ਤੱਕ ਤਾਂ ਆਪਾਂ ਆਹੀ ਸੁਣਦੇ ਆਏ। ਨਹੀਂ ਠੀਕ ਹੈ, ਇਦਾਂ ਹੀ ਸੁਣਿਆ ਗਿਆ। ਇਹ ਜਿਹੜੀ ਇਹ ਗੱਲ ਆ ਭਾਈ ਸਤਵੀਰ ਸਿੰਘ ਦੀ, ਪ੍ਰਿੰਸੀਪਲ ਸਤਵੀਰ ਸਿੰਘ ਦੀ, ਇਹ ਬੁੱਕ ਨੂੰ ਕਿਉਂਕਿ ਆਪਾਂ ਨੂੰ ਅੱਜ ਸਾਰਾ ਮੀਡੀਆ ਦੇ ਸਾਰਾ ਦੁਨੀਆ ਦੇਖਦੀ ਹੈ ਸੁਣਦੀ ਹੈ, ਲੇਕਿਨ ਇਸ ਬੁੱਕ ਬਾਰੇ ਜੇ ਕੋਈ ਜਾਣਕਾਰੀ ਰੱਖਦਾ ਹੋਵੇ, ਅਗਰ ਤੁਸੀਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਆਪਣੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਇਹ ਬੁੱਕ ਸਹੀ ਆ ਜਾਂ ਇਦੋਂ ਪਹਿਲਾਂ ਦੇ ਤੱਥ ਸਹੀ ਸਨ, ਤੇ ਤੁਸੀਂ ਬੇਝਿਜਕ ਚੈਨਲ ਤੇ ਆ ਸਕਦੇ ਹੋ, ਸਾਡੇ ਪ੍ਰੋਗਰਾਮ ਸਾਡੇ ਨਾਲ ਬੈਠ ਕੇ ਇਸ ਬਾਰੇ ਚਰਚਾ ਕਰ ਸਕਦੇ ਹੋ। ਇਹ ਕਿਸੇ ਨਾ ਬਰਾੜ ਸਾਹਿਬ ਦੇ ਵਿਚਾਰ ਆਪਣੇ ਆ, ਨਾ ਬਾੜਾ ਸਾਹਿਬ ਦੇ, ਨਾ ਮੇਰੇ, ਨਾ ਰੰਧਾਵਾ ਸਾਹਿਬ ਦੇ। ਇਹ ਅਸੀਂ ਇੱਕ ਕਿਤਾਬ ਦਾ ਹਵਾਲਾ ਦੇ ਕੇ ਬਰਾੜ ਸਾਹਿਬ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਰੰਧਾਵਾ ਸਾਹਿਬ ਕਿਉਂਕਿ ਇਦੋਂ ਗਾਂ ਫੇਰ ਤੁਹਾਡੇ ਕੋਲ ਆਉਣਾ, ਰੰਧਾਵਾ ਸਾਹਿਬ ਜੇ ਗੱਲ ਕੀਤੀ ਜਾਵੇ, ਕਿਉਂਕਿ ਇਹ ਤੇ ਦੋਨੇ ਇੱਕ ਕਿਤਾਬਾਂ ਲਿਖਦਾ, ਇਹ ਉੱਦਾਂ ਪੜ੍ਹ ਕੇ ਆ ਜਾਂਦਾ, ਆਪਾਂ ਤਾਂ ਦੋਨੇ ਅਨਪੜ੍ਹ ਜਨਤਾ ਹੈ। ਸੋ ਇਦਾਂ ਗੱਲ ਹੋ ਜੀ, ਜੇ ਗੱਲ ਕੀਤੀ ਜਾਵੇ 40 ਮੁਕਤਿਆਂ ਦੀ ਸ਼ਹੀਦੀ ਦੀ, ਜਦੋਂ 40 ਮੁਕਤਿਆਂ ਨੇ ਉੱਥੋਂ, ਜੇ ਆਪਾਂ 40 ਮੁਕਤੀ ਉਹਨਾਂ ਨੇ ਮੁਕਤੀ ਪਾਈ ਹੈ ਕਹਿੰਦੀ, ਤਦੀ ਉਹਦਾ ਨਾਮ ਮੁਕਤਸਰ ਉਤਰ ਕੇ ਬਿਲਕੁਲ, ਤਦੀ ਉਹ ਸ਼ਹਿਰ ਦਾ ਨਾਮ ਮੁਕਤਸਰ ਪਾ ਦਿੱਤਾ ਕਿ ਇਹਨਾਂ ਨੇ ਮੁਕਤੀ ਪਾ ਲਈ 40 ਮੁਕਤਿਆਂ ਨੇ। ਜੇ ਸ਼ਾਇਦ ਉਹ 40 ਮੁਕਤੇ ਉੱਥੇ ਨਾਮ ਮੁਕਤੀ ਪਾਉਂਦੇ, ਹੋਰ ਕਿਤੇ ਜਾ ਕੇ ਪਾਉਂਦੇ, ਤੇ ਉਸ ਥਾਂ ਦਾ ਜਗ੍ਹਾ ਦਾ ਨਾਮ ਮੁਕਤਸਰ ਰੱਖ ਦਿੱਤਾ ਜਾਂਦਾ। ਰੰਧਾਵਾ ਸਾਹਿਬ ਜੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਮਾਝੇ ਵੱਲ ਦੀ ਹੋ ਕੇ ਮੁੜ ਕੇ ਫਿਰ ਇੱਧਰ ਮਾਲਵੇ ਤੇ ਕੰਨੀ ਆਉਣਾ, ਇਸ ਪਾਸੇ ਆ ਜਾਣਾ, ਲੇਕਿਨ ਜਿਹੜਾ ਇੰਨਾ ਲੰਬਾ ਸਫ਼ਰ ਕੱਢਿਆ ਉਹਨਾਂ ਨੇ, ਇੱਥੇ ਆਣ ਕੇ ਸ਼ਹੀਦੀ ਪ੍ਰਾਪਤ ਕੀਤੀ, ਕੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਗੁਰੂ ਦਾ ਕੌਤਕ ਸੀ? ਆਉਣ ਵਾਲੇ ਸਮਿਆਂ 'ਚ ਜਨਰੇਸ਼ਨ ਪੀੜ੍ਹੀ ਦਰ ਪੀੜ੍ਹੀ ਨੂੰ ਸਮਝਾਉਣ ਦੀ ਗੱਲ ਕਰਦੀ ਕੋਈ ਗੱਲ, ਕਿ ਜਾਂ ਕੀ ਚੱਕਰ ਹੋ ਸਕਦਾ ਤੁਹਾਡੇ ਹਿਸਾਬ ਨਾਲ? ਕੀ ਸੋਚਦੇ? ਦੇਖੋ ਜੀ, ਸਭ ਤੋਂ ਪਹਿਲਾਂ ਸਿੱਖ ਚੈਨਲ ਦੇਖਣ ਵਾਲੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਿਹਾਰ ਸਿੰਘ ਜੀ, ਜਦੋਂ ਹੁਣ ਅਨੰਦਪੁਰ ਸਾਹਿਬ 8 ਮਹੀਨੇ ਪਹਿਲਾਂ ਪਹਾੜੀ ਰਾਜਿਆਂ ਨੇ, ਸਾਰੇ ਵੱਖ-ਵੱਖ ਰਾਜਿਆਂ ਨੇ ਉਹਨਾਂ ਨੂੰ ਕਿਲੇ ਨੂੰ ਘੇਰ ਰੱਖਿਆ, ਤਾਂ ਅੰਦਰ ਜਿਹੜੇ ਸਿੱਖ ਸੀ ਉਹ ਭੁੱਖ ਨਾਲ ਬੁਰਾ ਹਾਲ ਹੋ ਗਿਆ ਸੀ। ਪਰ ਗੁਰੂ ਸਾਹਿਬ ਨੂੰ ਜਾ ਕੇ ਕਿਹਾ ਵੀ ਮਾਤਾ ਜੀ ਨੇ ਵੀ ਤੁਸੀਂ ਇਹ ਸਿੱਖ ਜਿਹੜੇ ਆ ਇਹ ਤਾਂ ਭੁੱਖੇ ਆ, ਨਿਭਾਣੇ ਕਿੱਦਾਂ ਲੜਨਗੇ, ਕੀ ਕਰਨਗੇ? ਉਹ ਕਹਿੰਦੇ ਨਹੀਂ, ਇਹ ਇਸ ਵੇਲੇ ਪੱਕੇ ਹੋ ਰਿਹਾ ਸਿੱਖੀ ਦੇ ਵਿੱਚ, ਇਹ ਮੁੜ ਕੇ ਸਾਥ ਨਹੀਂ ਛੱਡਣਗੇ। ਜਿਉਂ ਉੱਥੋਂ ਤੁਰੇ ਫਿਰ ਦੇਖ ਲਓ ਬਈ, ਚਲੋ ਖਤਰਾਣੇ ਦੀ ਢਾਬ ਤੱਕ ਚਲੇ ਗਏ, ਖਤਰਾਣੇ ਆਵੇ ਸੀ ਮੁਕਤਸਰ ਤਾਂ ਗੁਰੋਂ ਪਿਆ। ਬਿਲਕੁਲ, ਜਦੋਂ ਢਾਬ ਤੇ ਗਏ, ਬਾੜਾ ਸਾਹਿਬ ਨੇ ਵੀ ਬੜੀ ਡਿਟੇਲ ਨਾਲ ਦੱਸਿਆ। ਇਹਦੇ ਵਿੱਚ ਜਿਹੜਾ ਆਪਾਂ ਸੁਣਦੇ ਹੀ ਰਹਿੰਦੇ ਆ, ਪਹਿਲਾਂ ਵੀ ਸੁਣਦੇ ਆਏ ਆ। ਅਸਲ ਵਿੱਚ ਜਿਹੜਾ ਇਤਿਹਾਸ ਲਿਖਿਆ ਗਿਆ, ਜਿੱਦਾਂ ਹੁਣ ਇਹਨਾਂ ਨੇ ਪ੍ਰਿੰਸੀਪਲ ਸਤਵੀਰ ਸਿੰਘ ਦੀ ਗੱਲ ਕੀਤੀ ਆ, ਉਹ ਵੱਖੋ ਵੱਖਰੇ ਇਤਿਹਾਸਕਾਰ ਜਿਹੜੇ ਇਤਿਹਾਸ ਲਿਖਦੇ ਆ, ਉਹ ਵੱਖੋ ਵੱਖਰਾ ਉਹਨਾਂ ਦੀ ਆਪਣੀ ਸੋਚ ਹੁੰਦੀ, ਉਹ ਆਪਣੀ ਸੋਚ ਦੇ ਹਿਸਾਬ ਨਾਲ ਵੱਖੋ ਵੱਖਰਾ ਲਿਖ ਦਿੰਦੇ ਆ। ਤਾਂ ਅਸੀਂ ਤਾਂ ਕਿਉਂਕਿ ਉਹ
ਸਮਾਂ ਜਿਹੜਾ ਸੀ ਕਿੰਨਾ ਪਿਛਲਾ ਸਮਾਂ ਸੀ, ਅਸੀਂ ਉਸ ਸਮੇਂ ਬਾਰੇ ਸੋਚ ਵੀ ਨਹੀਂ ਸਕਦੇ। ਜਿਨ੍ਹਾਂ ਨੇ ਦੇਖਿਆ ਹੋ ਜਾਂ ਜਿਨ੍ਹਾਂ ਨੇ ਕਿਤਾਬਾਂ ਬਾਚੀਆਂ ਹੋਣਗੀਆਂ ਉਹਨਾਂ ਨੇ ਉਹ ਇਤਿਹਾਸ ਲਿਖਿਆ ਉੱਦਾਂ ਦਾ ਹੋ ਕੇ। ਤੇ ਉਹ ਇਤਿਹਾਸ ਹੀ ਜਿੱਦਾਂ ਹੁਣ ਇਹਨਾਂ ਨੇ ਬਰਾੜ ਸਾਹਿਬ ਨੇ ਪ੍ਰਿੰਸੀਪਲ ਸਤਵੀਰ ਸਿੰਘ ਦੀ ਕਿਤਾਬ 'ਚੋਂ ਪੜ੍ਹ ਕੇ ਦੱਸਿਆ। ਵੈਸੇ ਇਹ ਮੈਂ ਵੀ ਪਹਿਲੀ ਵਾਰੀ ਸੁਣਿਆ। ਬਿਲਕੁਲ ਬਿਲਕੁਲ। ਅਸੀਂ ਤਾਂ ਜਿੱਦਾਂ ਪਹਿਲਾਂ ਇਹ ਸੁਣਿਆ ਵੀ 40 ਮੁਕਤੇ ਬਦਾਵਾ ਲਿਖ ਕੇ ਦੇ ਗਏ ਸੀ। ਜਦੋਂ ਮਾਝੇ ਮਾਲਵੇ ਵੱਲ ਗਏ ਆ, ਮਾਝੇ ਵੱਲ ਚਲੇ ਗਏ, ਉਹਨਾਂ ਦੇ ਉੱਥੇ ਘਰੀ ਜਾ ਕੇ ਮਾਤਾ ਭਾਗੋ ਜੀ ਨੇ ਨਾਲ ਉਹਨਾਂ ਦੇ ਹੋਰ ਲੇਡੀਜ਼ ਸੀਗੀਆਂ ਜਿਨ੍ਹਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਘਰ ਨੂੰ ਆ ਗਏ, ਚੂੜੀਆਂ ਲਾ ਕੇ ਦੇਤੀਆਂ ਵੀ ਚਲੋ। ਫਿਰ ਨਾਲ ਹੀ ਤੁਰ ਕੇ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਉਸ ਹਿਸਾਬ ਨਾਲ ਹੀ ਮੁਕਤਸਰ ਆਏ ਆ। ਉੱਥੇ ਅਸਲ ਵਿੱਚ ਮੁਕਤਸਰ ਦੇ ਵਿੱਚ ਇੱਕ ਮੈਨੂੰ ਤਾਂ ਮੈਂ ਇੱਕ ਇਹ ਵੀ ਬਰਾੜ ਸਾਹਿਬ ਤੁਸੀਂ ਤਾਂ ਉੱਥੇ ਲਾਗੇ ਦੇ ਹੀ ਆ, ਕਿਉਂਕਿ ਉੱਥੇ ਇੱਕ ਮੁਸਲਮਾਨ ਦੀ ਜਗ੍ਹਾ ਵੀ ਬਣੀ ਹੋਈ ਜਿੱਥੇ ਜੁੱਤੀਆਂ ਮਾਰਦੇ ਆ ਜਾ ਕੇ। ਉਹਦਾ ਜਿਹੜਾ ਇਤਿਹਾਸ ਸੀ ਉਹ ਵੀ ਉਸ ਟਾਈਮ ਦਾ ਹੀ ਸੀ। ਉਸ ਟਾਈਮ ਤੇ ਬਿਲਕੁਲ ਤੇ ਜਦੋਂ ਉਹ ਗੁਰੂ ਸਾਹਿਬ ਦੇ ਪਿੱਛੋਂ ਮਾਰਤੀ ਸੀ, ਕਟੂਰ ਮਾਰੀ ਸੀ, ਉਦੋਂ ਆ ਪਾਰ ਛੱਟੀ ਸੀ ਤੇ ਟਾਂਕੇ ਲਾਏ ਸੀ। ਪਰ ਗੁਰੂ ਸਾਹਿਬ ਨੇ ਉਹਦੀ ਮੁਕਤੀ ਉੱਥੇ ਕਰ ਦਿੱਤੀ ਸੀ, ਪਰ ਉਹਨਾਂ ਦੇ ਉਹ ਟਾਂਕੇ ਜਿਹੜੇ ਸੀ ਫਿਰ ਦੁਬਾਰਾ ਖੁੱਲ ਗਏ ਉਹ ਮੁਕਤਸਰ ਦੇ। ਤੇ ਹੁਣ ਵੀ ਆਪਾਂ ਜਦੋਂ ਮੁਕਤਸਰ ਦੀ ਯਾਤਰਾ ਤੇ ਜਾਂਦੇ ਆ ਨਾ, ਕਿਉਂਕਿ ਮੈਨੂੰ ਬਹੁਤ ਜਾਰੀ ਜਾ ਕੇ ਮੇਲਾ ਦੇਖਣ ਦਾ ਇਹ ਮੌਕਾ ਮਿਲਿਆ, ਕਿਉਂਕਿ ਮੈਂ ਬਹੁਤ ਵਾਰੀ ਪਹਿਲਾਂ ਤੋਂ ਛੋਟਾ ਹੁੰਦਾ, ਕਿਉਂਕਿ ਸਾਡੇ ਡੈਡੀ ਉਹਨਾਂ ਦੇ ਨਾਨਕੇ ਮੁਕਤਸਰ ਦੇ ਲਾਗੇ ਹੀ ਆ, ਉਹ ਸਾਰੇ ਉੱਥੇ ਮੁਕਤਸਰ ਹੀ ਸ਼ਹਿਰ ਆ ਉਹਨਾਂ ਦਾ। ਤੇ ਅਸੀਂ ਉੱਥੇ ਬਹੁਤ ਕਾਫੀ ਜਾਂਦੇ ਰਹੇ। ਭੁੱਟੀ ਵਾਲਾ ਪਿੰਡ ਹੈ ਖਿੜਕੀਆਂ ਵਾਲੇ ਦੇ ਲਾਗੇ। ਤੇ ਉੱਥੇ ਤਾਂ ਕਰਕੇ ਮੈਨੂੰ ਇਹ ਪਤਾ ਵੀ ਉੱਥੇ ਖਤਰਾਣੇ ਦੀ ਢਾਬ ਤੇ ਉੱਥੇ ਮੁਸਲਮਾਨ ਦੇ ਜਾ ਕੇ ਕਹਿਣਾ ਜੁੱਤੀਆਂ ਜਿੰਨਾ ਚਿਰ ਨਹੀਂ ਮਾਰਦੇ ਨਾ ਉਹਨਾਂ ਚਿਰ ਉਹ ਤੁਹਾਡੀ ਜਿਹੜੀ ਜਦੋਂ ਤੁਸੀਂ ਜਾਂਦੇ ਹੋ ਯਾਤਰਾ ਸਫਲ ਨਹੀਂ ਹੁੰਦੀ, ਸਫਲ ਨਹੀਂ ਹੁੰਦੀ। ਜਿਹੜੀ ਦਿਲ ਦੀ ਤੁਹਾਡੀ ਸ਼ਰਧਾ ਹੈ ਉਹ ਪੂਰੀ ਨਹੀਂ ਹੁੰਦੀ। ਹਾਂਜੀ, ਮੈਂ ਉਹੀ ਪੁੱਛਣ ਲੱਗਾ ਜਿਹੜੀ ਜੁੱਤੀਆਂ ਮਾਰਨ ਵਾਲੀ ਇਹਨਾਂ ਦੱਸਿਆ ਵੀ ਚਲੋ ਜੁੱਤੀਆਂ ਮਾਰਨ ਵਾਲੀ ਗੱਲ ਤਾਂ ਕਰਤੀ ਮੁਸਲਮਾਨ ਦੀ ਕਿਸੇ ਜਗ੍ਹਾ ਦੇ ਉੱਤੇ, ਲੇਕਿਨ ਜੇ ਤੁਹਾਨੂੰ ਉਹਦੇ ਬਾਰੇ ਕੁਝ ਪਤਾ ਤੁਸੀਂ ਉਹ ਵੀ ਸੰਗਤਾਂ ਨਾਲ ਸਾਂਝਾ ਕਰੋ ਜਾਂ ਬਰਾੜ ਸਾਹਿਬ ਜੀ ਤੁਹਾਨੂੰ ਕਿਉਂਕਿ ਮੈਂ ਇਸ ਤਰ੍ਹਾਂ ਦੀ ਕੋਈ ਉੱਥੇ ਦੇ ਦਰਸ਼ਨ ਕੀਤੇ ਨੇ। ਓਕੇ ਹਾਂਜੀ, ਇਹਨਾਂ ਗੁਰਦੁਆਰੇ ਸਾਰਿਆਂ ਦੇ ਜੀ, ਜਿਹੜਾ ਮੇਨ ਗੁਰਦੁਆਰਾ ਦਰਬਾਰ ਸਾਹਿਬ ਆ ਜੀ ਹਨਾ, ਉਹਨਾਂ ਦੇ ਨਾਲ ਮੋਰੇ ਸਰੋਵਰ ਦੇ ਨਾਲ ਪਰਿਕਰਮਾ ਚ ਮਾਈ ਭਾਗੂ ਜੀ ਦਾ ਵੀ ਹੈਗਾ ਗੁਰਦੁਆਰਾ। ਹਾਂਜੀ, ਤੇ 40 ਸਾਹਿਬਜ਼ਾਦੇ ਜਿੱਥੇ ਉਹਨਾਂ ਨੇ 40 ਮੁਕਤਿਆਂ ਦੇ ਜਿੱਥੇ ਉਹਨਾਂ ਨੇ ਆਪ ਚਿਖਾ ਤਿਆਰ ਕੀਤੀਆਂ, ਲਾਂਬੂ ਲਾਏ ਨੇ ਹਨਾ, ਆਪ ਅਰਦਾਸ ਕੀਤੀ ਆ। ਜਦ ਕਿ ਤੁਸੀਂ ਇਹ ਦੇਖੋ ਕਿ ਪਿੱਛੇ ਚਮਕੌਰ ਦੀ ਗੜੀ ਚ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਕੋਲੋਂ ਉੱਦੇ ਲੰਘੇ ਨੇ, ਉਹਨਾਂ ਦੇ ਕੋਈ ਕਫਨ ਨਹੀਂ ਪਾਇਆ, ਉਹਨਾਂ ਦੇ ਚੱਦ ਨਹੀਂ, ਕੋਈ ਉਹਨਾਂ ਦਾ ਮੂੰਹ ਨਹੀਂ ਗੁੰਝਿਆ। ਪਰ ਲੇਕਿਨ 40 ਮੁਕਤਿਆਂ ਦੇ ਵਿੱਚੋਂ ਉਹਨਾਂ ਨੇ ਹਰ ਇੱਕ ਨੂੰ ਖਿਤਾਬ ਵੀ ਦਿੱਤੇ ਨੇ। ਕੋਈ ਮੇਰਾ 5 ਕਰੋੜ 5000 ਜੀ, ਕੋਈ 10000 20,000 30,000 ਹਾਂਜੀ, ਉਹਨਾਂ ਦੇ ਨਾਲ ਮੂੰਹ ਪੂੰਝਦੇ ਰਿਹਾ। ਆਪਣਾ ਇਹਨਾਂ ਦਾ ਚੋਲਾ ਵੀ ਲਥਪਥ ਖੂਨ ਨਾਲ ਹੋਇਆ ਸੀ। ਪਰ ਲੇਕਿਨ ਉੱਥੇ ਇਹਨਾਂ ਨੇ 40 ਮੁਕਤਿਆਂ ਦੀ ਆਪ ਚਿਖਾ ਤਿਆਰ ਕਰਕੇ ਹਾਂਜੀ ਅਰਦਾਸ ਆਪ ਕੀਤੀ। ਜਦੋਂ ਕਿ ਸਿੰਘ ਕਹਿੰਦੇ ਕਿ ਅਰਦਾਸ ਕਰੀਏ ਜੀ, ਕਹਿੰਦੇ ਨਹੀਂ ਇਹਨਾਂ ਦੀ ਮੈਂ ਅਰਦਾਸ ਕਰਾਂਗਾ ਜੀ, ਮਤਲਬ ਨਹੀਂ। ਤੇ ਉਹਨਾਂ ਨੇ ਕਿਹਾ ਕਿ ਇਹ ਮੇਰੇ ਸਿੱਖ ਨੇ ਹਾਂਜੀ, ਕਿਉਂਕਿ ਜਿਹੜਾ ਦੁੱਖ ਆ ਉਹ ਵਿਛੋੜੇ ਦਾ ਨਾ ਹੀ ਦੂਸਰਾ ਨਾ ਦੁੱਖ ਆ ਜੀ ਹਨਾ। ਪਰ ਉਹਨਾਂ ਨੂੰ ਦੁੱਖ ਸੀਗਾ ਗੁਰੂ ਮਹਾਰਾਜ ਨੂੰ। ਨਾਲੇ ਬੜਾ ਸਾਹਿਬ ਗੱਲ ਇਦਾਂ ਹੁੰਦੀ ਨਾ, ਜਿੱਦਾਂ ਹੁਣ ਦੁੱਖ ਦੇ ਵੇਲੇ ਜਦੋਂ ਬੰਦਾ ਸਾਥ ਰਿਹਾ ਹੋਵੇ ਨਾ, ਫਿਰ ਉਹਨਾਂ ਲਈ ਉਹ ਸਮਝ ਲਓ ਉਹਨਾਂ ਦੇ ਬਰਾਬਰ ਸਾਹਿਬਜ਼ਾਦਿਆਂ ਦੇ ਬਰਾਬਰ ਹੀ ਉਹ 40 ਮੁਕਤ। ਕਿਉਂਕਿ ਉੱਥੇ ਖਜ਼ਾਨ ਦੀ ਢਾਬ ਤੇ ਵੀ ਗੁਰੂ ਮਹਾਰਾਜ ਰਹੇ ਨੇ, ਤੇ ਜਿੱਥੇ ਗੁਰਦੁਆਰਾ ਨੇ ਜੀ ਜਿੱਥੇ ਮੁਸਲਮਾਨ ਦੀ ਕਬਰ ਆ ਹਨਾ ਜੀ, ਇੱਥੇ ਗੁਰੂ ਮਹਾਰਾਜ ਪਾਣੀ ਦੇ ਢਾਬ ਤੇ ਨਾ ਜੀ, ਤੇ ਦਾਤਨ ਕਰਕੇ ਸਵੇਰੇ ਜਿੱਦਾਂ ਸਵੇਰ ਨੂੰ ਬਾਹਰ ਅੰਦਰ ਪੱਖੇ ਖੂਤਾਂ 'ਚ ਜਾਈਦਾ ਸੀ। ਸਰਬਲੋ ਦਾ ਗੜਵਾ ਸੀ ਜਿਹੜਾ, ਉਹਦੇ ਵਿੱਚ ਪਾਣੀ ਸੀਗਾ, ਤੇ ਉਸਨੇ ਵਾਰ ਕੀਤਾ ਮੁਸਲਮਾਨ ਨੇ ਆ ਕੇ ਪਿੱਛੇ ਉਹਦੀ ਪੈਠ ਨਾਲ ਹੈ ਨਾ ਜੀ। ਪਰ ਗੁਰੂ ਮਹਾਰਾਜ ਨੇ ਉਸੇ ਗੜਵੇ ਨੂੰ ਫੜ ਕੇ ਉਹਦੇ ਮਤਲਬ ਮਾਰਿਆ, ਉਹਦਾ ਮੂੰਹ ਭੰਨ ਹੋ ਗਿਆ ਤੇ ਉੱਥੇ ਉਹ ਮਰ ਗਿਆ ਸੀ ਹਾਂਜੀ। ਉੱਥੇ ਵੀ ਗੁਰਦੁਆਰਾ ਹੈਗਾ, ਗੁਰਦੁਆਰੇ ਦੇ ਬਾਹਰ ਮਤਲਬ ਜੀ ਤਕਰੀਬਨ 30 ਯਾਰਡ ਬਾਹਰਲੇ ਪਾਸੇ ਬਣਾਈ ਹੋਈ ਜਗ੍ਹਾ ਕਬਰ ਆ। ਉਹ ਕਬਰ ਜਦੋਂ ਹੁਣ ਮਾਘੀ ਦਾ ਮੇਲਾ ਚੱਲ ਜਾਣਾ ਨਾ ਜੀ, ਇਸ ਤੋਂ ਬਾਅਦ ਉਹਨਾਂ ਨੇ ਪਿੰਡ ਵਾਲਿਆਂ ਨੇ ਫਿਰ ਥੋੜਾ ਜਿਹਾ ਬਣਾ ਦੇਣਾ ਜੀ ਹਾਂਜੀ। ਅੱਛਾ, ਜਿਹੜਾ ਵੀ ਉੱਥੇ ਨਮਸਕਾਰ ਕਰਨ ਜਾਂਦਾ ਨਾ ਜੀ, ਉਹ ਉਹਦੇ 5 ਜਾਂ 7 ਜੁੱਤੀਆਂ ਮਾਰ ਕੇ ਫਿਰ ਅੰਦਰ ਨਮਸਕਾਰ ਕਰਨ ਜਾਂਦਾ ਜੀ। ਤੇ ਜਿਹੜੇ ਹੁਣ ਮਾਘੀ ਦੇ ਮੇਲੇ ਦੇ ਵਿੱਚ ਨਾਂਗਾ ਨੇ ਆ ਕੇ ਉੱਥੇ ਨੇਜਿਆਂ ਦੇ ਨਾਲ ਉਹ ਖਬਰ ਪੜ ਸਕਦੀ ਸਾਰੀ, ਮੁੜ ਕੇ ਫੇਰ ਫਲੋਰ ਦੇ ਫਲੋਰ ਵੀ ਬਣ ਜਾਂਦੀ ਹੈ। ਫੇਰ ਮੁੜ ਕੇ ਫੇਰ ਦੁਬਾਰਾ ਫੇਰ ਬਣਾਉਂਦੇ ਆ। ਚਲੋ ਮੈਂ ਇੱਥੇ ਮਤਲਬ ਮੈਂ ਦੱਸਦਾ ਜਾਵਾਂ ਕਿ ਗੁਰਦੁਆਰੇ ਇੱਥੇ 5-6 ਨੇ ਜੀ। ਤੰਬੂ ਸਾਹਿਬ ਗੁਰਦੁਆਰੇ ਵਿੱਚ ਜਿੱਦਾਂ ਪਹਿਲਾਂ ਦੱਸਿਆ, ਤੰਬੂ ਸਾਹਿਬ ਵੀ ਗੁਰਦੁਆਰਾ ਹਾਂਜੀ। ਤੇ ਨਾਲ ਇਸ ਸ਼ਹੀਦ ਗੰਜ ਜਿਹੜਾ ਜੀ ਹੁਣ ਤਾਂ ਇੱਕ ਮਿਊਜ਼ੀਅਮ ਵੀ ਇਹਨਾਂ ਦੇ ਉੱਦਾਂ ਵੈਸੇ ਮੈਂ ਤੇ ਲਿਸਟ ਨਹੀਂ, ਪਰ ਲੇਕਿਨ ਇਹਦੇ ਵਿੱਚ 40 ਮੁਕਤਿਆਂ ਦੇ ਵਿੱਚ ਪਹਾੜੀ ਰਾਜੇ ਨੇ ਵੀ ਜਿਹੜੇ ਸੀਗੇ ਨਾ ਜੀ, ਦੁਆਬੇ ਵਾਲ ਦੇ ਉਧਰ ਪਹਾੜੀ, ਉਹ ਅਨੰਦਪੁਰ ਸਾਹਿਬ ਦੇ ਜਿਹੜੇ ਸੀਗੇ ਉਹ ਵੀ ਆਏ ਸੀ ਨਾ ਜਦੋਂ ਨਾਲ ਆ ਗਏ ਸੀਗੇ। ਦੁਆਬੇ ਨੇ ਤੁਹਾਡੇ ਤੋਂ ਗਾਂ ਜਿਹੜੇ ਦੁਆਬੇ ਚ ਅਸੀਂ ਹੋਣੇ ਉਹ ਸਾਰੇ ਇੱਧਰ ਆ ਗਏ, ਉਹਨਾਂ ਦੇ ਨਾਂ ਵੀ ਆਂਦੇ 40 ਮੁਕਤਿਆਂ ਦੇ ਨਾਲ ਲਿਖੇ ਹੋਏ ਨੇ ਉੱਥੇ ਜੀ।
ਸੋ ਮਤਲਬ ਉੱਥੇ ਮਿਊਜ਼ੀਅਮ ਵੀ ਬਣਿਆ ਬਹੁਤ ਸੋਹਣਾ ਤੇ ਗੁਰੂ ਮਹਾਰਾਜ ਨੇ ਦਰਸ਼ਨ ਕਰਵਾਏ ਨੇ ਜੀ। ਮੈਂ ਕਿਉਂਕਿ ਜਿਹੜੀ ਵਿੱਚ ਤੁਸੀਂ ਇੱਕ ਗੱਲ ਕੀਤੀ ਆ ਕਿ ਇਹ ਆਪਾਂ ਚਲੋ ਤੂੰ ਇਕੱਲੇ ਨੇ ਨਹੀਂ ਕੀਤੀ, ਸਾਰਿਆਂ ਨੂੰ ਪਤਾ ਇਤਿਹਾਸ ਵਿੱਚ ਲਿਖਿਆ ਕਿ ਜਦੋਂ ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਨਿਕਲੇ ਆ, ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ, ਲੇਕਿਨ ਉਹਨਾਂ ਦੇ ਕੋਲ ਦੀ ਗੁਰੂ ਸਾਹਿਬ ਚਲੇ ਗਏ, ਉਹਨਾਂ ਦੇ ਮੂੰਹ ਤੇ ਕੱਪੜਾ ਵੀ ਨਹੀਂ ਪਾਇਆ। ਹਾਂਜੀ। ਜਿੱਥੇ ਗੱਲ ਆਉਂਦੀ 40 ਮੁਕਤਿਆਂ ਦੀ, 40 ਮੁਕਤਿਆਂ ਨੂੰ ਉਹਨਾਂ ਦੇ ਜਿੱਦਾਂ ਤੁਸੀਂ ਕਿਹਾ ਵੀ ਅਰਦਾਸ ਵੀ ਆਪ ਕੀਤੀ, ਕਿਸੇ ਨੂੰ 10 ਕਰੋੜੀ, ਕਿਸੇ ਨੂੰ 9 ਲੱਖੀ, ਕਿਸੇ ਨੂੰ ਕੁਛ ਖਿਤਾਬ ਦਿੱਤੇ। ਉਹੀ 40 ਮੁਕਤੇ ਉਹਨਾਂ ਨੂੰ ਬਦਾਵਾ ਲਿਖ ਕੇ ਦੇ ਗਏ ਸੀ। ਬਰਾੜ ਸਾਹਿਬ ਕੀ ਉਦੋਂ ਤੋਂ ਲੈ ਕੇ ਸਿੱਖੀ ਵਿੱਚ ਇਹ ਰੀਤ ਹੈ ਕਿ ਜੇ ਕੋਈ ਚਲੇ ਜਾਵੇ ਤੇ ਮੁੜ ਕੇ ਆਣ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਵੇ ਕਿ ਮੇਰੇ ਤੋਂ ਭੁੱਲ ਹੋ ਗਈ ਤੇ ਉਹਨੂੰ ਮਾਫ ਕਰ ਦਿੱਤਾ ਜਾਂਦਾ। ਕਿ ਇਹ ਗੁਰੂ ਨੇ ਇੱਕ ਆਪਾਂ ਨੂੰ ਵੀ ਜੇ ਤੁਸੀਂ ਚਲੇ ਵੀ ਜਾਓ ਤੇ ਵਾਪਸ ਆਉਣ ਦਾ ਇੱਕ ਰਸਤਾ ਦਿਖਾਇਆ ਸੀ ਜਾਂ ਕੀ ਚੱਕਰ ਸੀ ਤੁਹਾਡੇ ਸਾਨੂੰ ਕਿ ਕੋਈ ਪਤਾ ਤਾਂ ਹੋਣਾ ਚਾਹੀਦਾ ਸੰਗਤਾਂ ਨੂੰ। ਹਾਂਜੀ, ਇੱਥੇ ਮੈਂ ਇਹਨਾਂ ਦੀ ਗੱਲ ਦੀ ਪ੍ਰੋੜਤਾ ਕਰਦਾ ਕਿ ਇਨ ਪੁੱਤਰ ਕੇ ਸੀਸ ਪਰ ਪਾਰ ਦੀਏ ਸੁਤ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਬਿਲਕੁਲ ਉਹਨਾਂ ਨੇ ਇਹ ਪ੍ਰੂਫ ਕਰਨਾ ਸੀ ਕਿ ਮੈਨੂੰ ਪੁੱਤਰਾਂ ਨਾਲੋਂ ਆਪਣੇ ਸਿੰਘ ਪਿਆਰੇ ਨੇ। ਬਿਲਕੁਲ ਬਿਲਕੁਲ। ਹਨੇ ਇੱਕ ਪਾਸੇ ਤਾਂ ਆਪਣੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਮੌਕੇ ਹਨਾ ਉਹ ਇਗਨੋਰ ਕਰਕੇ ਆਪਣੇ ਬੱਚਿਆਂ ਨੂੰ ਲੰਘ ਜਾਂਦੇ ਆ ਤੇ ਦੂਸਰੇ ਪਾਸੇ ਸਿੰਘਾਂ ਦਾ ਅਰਦਾਸਾ ਸੋਧਦੇ ਆ। ਇਹ ਇਸ ਗੱਲ ਦਾ ਪ੍ਰੂਫ ਹੈ ਕਿ ਗੁਰੂ ਸਾਹਿਬ ਆਪਣੇ ਪੁੱਤਰਾਂ ਨਾਲੋਂ ਵੀ ਜ਼ਿਆਦਾ ਸਾਨੂੰ ਪਿਆਰ ਕਰਦੇ। ਬਿਲਕੁਲ ਬਿਲਕੁਲ। ਹਨੇ ਇਹ ਮਿਸਾਲ ਆ ਮੁਕਤਸਰ ਦੀ। ਹਨੇ ਦੂਸਰੀ ਜਿਹੜੀ ਸਵਾਲ ਤੁਸੀਂ ਅਕਾਲ ਤਖਤ ਦੀ ਗੱਲ ਕੀਤੀ ਹੈਗੀ ਆ, ਜੇ ਗੁਰੂ ਸਾਹਿਬ ਮਾਫ ਕਰ ਸਕਦੇ ਆ ਤੇ ਫਿਰ ਅਕਾਲ ਤਖਤ ਵਾਲੇ ਕਿਉਂ ਨਹੀਂ ਮਾਫ ਕਰ ਸਕਦੇ? ਆਪਾਂ ਇਹ ਡਿਸਕਸ ਹੀ ਕਰ ਸਕਦੇ, ਆਪਾਂ ਕੋਈ ਫੈਸਲਾ ਨਹੀਂ ਸੁਣਾ ਰਹੇ। ਨਹੀਂ ਤਾਂ ਆਪਣੀ ਕਹਿਣ ਦੀ ਇੱਕ ਵਾਰਤਾਲਾਪ ਆ। ਤੇ ਇੱਥੇ ਗੱਲ ਸਾਨੂੰ ਇਹ ਵਿਚਾਰਨੀ ਚਾਹੀਦੀ ਹੈਗੀ ਆ ਕਿ ਜਿਹੜਾ ਬੰਦਾ ਅਕਾਲ ਤਖਤ ਤੇ ਮੁਆਫੀ ਲਈ ਜਾਂਦਾ ਹੈ ਉਹਦਾ ਗੁਨਾਹ ਕਿਹੋ ਜਿਹਾ? ਬਿਲਕੁਲ। ਹਾਂਜੀ, ਜੇ ਉਹ ਗੁਨਾਹ ਹੀ ਸੌਦਾ ਸਾਧ ਵਾਂਗੂ ਕਰਦਾ ਹੈ। ਨਹੀਂ, ਮੇਰੀ ਗੱਲ ਸੁਣੋ, ਮੈਂ ਗੁਨਾਹਾਂ ਦੀ ਗੱਲ ਨਹੀਂ ਕਰਦਾ ਸੀ, ਮੈਂ ਸਿਰਫ ਕਰਦਾ ਸੀ ਵੀ ਗੁਰੂ ਸਾਹਿਬ ਨੇ ਸ਼ਾਇਦ ਆਪਾਂ ਨੂੰ ਦਿਖਾਲ ਨਹੀਂ ਕੀਤਾ ਵੀ ਇਹ 40 ਮੁਕਤੇ ਮੈਨੂੰ ਬਦਾਵਾ ਅਸਤੀਫਾ ਕਹਿ ਲਓ, ਬਦਾਵਾ ਕਹਿ ਲਓ ਜਾਂ ਅੰਗਰੇਜ਼ੀ ਰਿਜ਼ਾਈਨ ਕਰਕੇ ਆ ਗਏ, ਲੇਕਿਨ ਉਹੀ ਮੁੜ ਕੇ ਦੂਜੇ ਬੰਨੇ ਜਦੋਂ ਵਾਪਸ ਆਏ, ਇੱਕ ਗੱਲ ਤਾਂ ਹੈ ਨਾ, ਜਦੋਂ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਉਂਦਾ, ਉਹ ਮੁੜ ਕੇ ਦੁਆਰੇ ਗਲਤੀ ਕਰਨ ਲੱਗਾ ਹਜ਼ਾਰ ਵਾਲੀ ਸੋਚਦਾ। ਇੱਥੋਂ ਮੈਂ ਇਹ ਗੱਲ ਕਰਨੀ ਚਾਹੁੰਦਾ, ਜਿਹੜਾ ਉਹਨਾਂ ਦਾ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਆਉਣ ਦਾ ਕਾਰਨ ਕੀ ਸੀ? ਹਾਂਜੀ, ਆਪਾਂ ਨੂੰ ਇਸ ਗੱਲ ਦਾ ਹੀ ਪਤਾ ਹੈ। ਬਿਲਕੁਲ, ਕਿਉਂਕਿ ਉੱਥੇ ਜਿਹੜਾ ਰਾਸ਼ਨ ਬਿਲਕੁਲ ਨਹੀਂ ਸੀ। ਹਾਂਜੀ ਹਾਂਜੀ, ਤੇ ਪੱਤੇ ਤੇ ਸੱਕ ਦਰਖਤਾਂ ਦੇ ਤੋੜ ਕੇ ਖਾ ਕੇ ਜਿਹੜੇ ਤਕੜੇ ਜਿਗਰੇ ਵਾਲੇ ਸੀ ਉਹ ਗੁਰੂ ਸਾਹਿਬ ਨਾਲ ਖੜੇ ਰਹੇ, ਜਿਹੜੇ ਮਾੜੇ ਜਿਗਰੇ ਵਾਲੇ ਸੀ ਉਹਨਾਂ ਤੋਂ ਸਮਾਂ ਬਹੁਤ ਹੋ ਗਿਆ ਸੀ, ਘੇਰਾ ਪੈ ਗਿਆ ਕਿਉਂਕਿ ਅੰਦਰ ਰਾਸ਼ਨ ਮੁੱਕ ਗਿਆ ਸੀ, ਪਾਣੀ ਦੀ ਘਾਟ ਆ ਗਈ ਸੀ। ਉਹਨਾਂ ਗੁਰੂ ਸਾਹਿਬ ਨੇ ਉਹਨਾਂ ਦੀ ਮਜਬੂਰੀ ਨੂੰ ਵੀ ਭਾਂਪਿਆ ਵੀ ਇਹਨਾਂ ਦੀ ਉਸ ਸਮੇਂ ਮਜਬੂਰੀ ਕੀ ਸੀ, ਤੇ ਅੱਜ ਉਸੇ ਮਜਬੂਰੀ ਨੂੰ ਆਪਣਾ ਸੀਸ ਲੈ ਕੇ ਲੜਨ ਲਈ ਸਾਡੇ ਲਈ ਆ ਰਹੇ। ਬਿਲਕੁਲ ਬਿਲਕੁਲ ਨਾ, ਭਾਵੇਂ ਮਾਈ ਭਾਗੋ ਹੋਣਾ ਨੇ ਉਹਨਾਂ ਨੂੰ ਕਨਵਿੰਸ ਕੀਤਾ ਜਾਂ ਉੱਥੋਂ ਦੀਆਂ ਦੂਸਰੇ ਸਿੰਘਾਂ ਦੀਆਂ ਬੀਬੀਆਂ ਨੇ ਉਹਨਾਂ ਨੂੰ ਕਨਵਿੰਸ ਕੀਤਾ, ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਚੂੜੀਆਂ ਪਾ ਲਓ। ਬਿਲਕੁਲ, ਕਿਸੇ ਤਰ੍ਹਾਂ ਦੇ ਤਾਨੇ ਉਹਨਾਂ ਦੇ ਮਨ ਵਿੱਚ ਘਰ ਘਰ ਗਏ। ਬਿਲਕੁਲ, ਤੇ ਇਸ ਕਰਕੇ ਉਹ ਇੱਥੇ ਸ਼ਹੀਦੀ ਪਾਉਣ ਲਈ ਆਏ। ਇਹ ਸਾਰੇ ਸਿਧਾਂਤ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਜੋ ਕੁਝ ਫੈਸਲਾ ਕਰਨਾ ਸੀ ਉਹ ਸਿਧਾਂਤਕ ਤੌਰ ਤੇ ਕੀਤਾ। ਤੁਸੀਂ ਅਕਾਲ ਤਖਤ ਦੀ ਗੱਲ ਕੀਤੀ ਹੈ, ਜੇ ਸਿਧਾਂਤਕ ਤੌਰ ਤੇ ਕੋਈ ਗਲਤੀ ਕਰਦਾ ਹੈ ਉਹਨੂੰ ਮਾਫ ਕਰਨਾ ਦੇਣਾ ਚਾਹੀਦਾ ਹੈ। ਜੇ ਕੋਈ ਆਪਣੀ ਮਨਮਰਜ਼ੀ ਦੇ ਤੌਰ ਤੇ ਸਾਡੀ ਕੌਮ ਨੂੰ ਢਾਹ ਲਾਉਣ ਦੀ ਕੋਈ ਗੱਲ ਕਰਦਾ ਹੈ, ਉਹ ਅਕਾਲ ਤਖਤ ਤੇ ਡਿਪੈਂਡ ਕਰਦਾ, ਉਹਨੂੰ ਮਾਫ ਕਰਨਾ ਚਾਹੀਦਾ। ਬਰਾੜ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਕਿ 40 ਮੁਕਤੇ ਜਿਨ੍ਹਾਂ ਨੇ ਉੱਥੇ ਬਤਾਵਾ ਦਿੱਤਾ ਜਾਂ ਭੁੱਖੇ ਭਾਣੇ ਸੀ, ਆਪਾਂ ਇਹ ਵੀ ਗੱਲ ਕਰਦੇ ਹਾਂ ਕਿ ਉੱਥੇ ਮਾਤਾ ਗੁਜਰ ਕੌਰ ਜੀ ਵੀ ਸੀਗੇ ਜੀ, ਬੱਚੇ ਵੀ ਸੀ ਛੋਟੇ ਛੋਟੇ। ਜਦੋਂ ਮੈਂ ਕਹਿੰਦਾ ਵੀ ਆਪਾਂ ਆਪਣੇ ਘਰ 'ਚ ਦੇਖਦੇ ਹਾਂ ਕਿ ਛੋਟਾ ਬੱਚਾ ਰੋਂਦਾ, ਆਪਾਂ ਉਹਨੂੰ ਕੁਝ ਨਾ ਕੁਝ ਦਿੰਦੇ ਹਾਂ ਜੀ, ਬਈ ਖਾ ਲਵੇ ਆ ਦੇ ਆ, ਪਰ ਮੇਰੇ ਕਹਿੰਦੇ ਕੋਈ ਇਹ ਪੂਰੇ ਮਤਲਬ ਅਡਲਟ ਸਨ, ਉਹ ਬੱਚੇ ਵੀ ਤੇ ਉੱਥੇ ਹੀ ਸਨ ਉਦੋਂ। ਪਰ ਇੱਕ ਚੀਜ਼ ਹੋਰ ਆ ਨਾਲੇ, ਜਿੱਦਾਂ ਹੁਣ ਆਪਾਂ ਗੱਲ ਕਰਦੇ ਅਕਾਲ ਤਖਤ ਦੀ ਜਾਂ ਗੁਰੂ ਮਹਾਰਾਜ ਦੀ ਵੀ, ਉਹ 'ਚ ਇਹ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਹਾਂਜੀ, ਜਾਣੀ ਗੁਰੂ ਦੇ ਨਾਲ ਲੜ ਲੱਗ ਕੇ ਉਹ ਮੁਕਤੀ ਪਾ ਸਕਦਾ ਆ, ਪਰ ਜੇ ਉਹ ਭੁੱਲ ਬਖਸ਼ਾਵੇ ਤੇ ਆ ਕੇ ਚਰਨੀ ਲੱਗੇ ਫੇਰ।
ਹਾਂਜੀ ਪਰ ਲੇਕਿਨ ਆਪਾਂ ਭਟਕਦੇ ਫਿਰਦੇ ਆ। ਮੈਂ ਤਾਂ ਇਹੀ ਕਹਿੰਦਾ ਕਿ ਐਸੀ ਵੀ ਪਤਾ ਨਹੀਂ ਕਿੰਨੀ ਕੁ ਟੁੱਟੀ ਉਹ ਸਾਡੇ 'ਚ ਵੀ ਹੈਗੀ ਆ ਸਾਨੂੰ। ਮੈਂ ਤਾਂ ਇਹ ਇੱਕ ਮੇਰਾ ਆਉਣ ਜਾਣ ਦਾ ਮਤਲਬ ਮੈਸੇਜ ਵੀ ਇਹੀ ਆ ਕਿ ਵੀ ਆਪਾਂ ਆਪਣੇ ਵੱਲ ਝਾਤ ਮਾਰੀਏ ਕਿ ਐਸੀ ਟੁੱਟੀ ਕਿੰਨੀ ਕੁ ਸਾਡੀ ਗੰਢ ਹੋਣੀ ਚਾਹੀਦੀ ਆ। ਅਸੀਂ ਆਪਣਾ ਸਿੱਖੀ ਤੋਂ ਬੇਮੁਖ ਹੋਇਆ ਜਦੋਂ ਤੱਕ ਆਪਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਨਹੀਂ ਹੁੰਦੇ, ਗੁਰੂ ਵਾਲੇ ਬਣ ਕੇ ਆਪਾਂ ਇਹ ਤੋਂ ਆਪਾਂ ਮੁਕਤੀ ਲੈ ਸਕਦੇ ਹਾਂ ਹੈ ਨਾ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਾਥ ਮੈਂ ਉਸਕਾ ਚੇਰਾ। ਹਾਂਜੀ ਗੁਰੂ ਮਹਾਰਾਜ ਬੜੇ ਸਮਰੱਥ ਸਨ ਜੀ, ਮਤਲਬ ਪ੍ਰਤੱਖ ਸਨ ਜੀ, ਜਿਹੜੇ ਉਹਨਾਂ ਨੇ ਕੌਤਕ ਕੀਤੇ। ਕੌਤਕ ਤਾਂ ਦਿਖਾਲੇ ਨਹੀਂ, ਉਹਨਾਂ ਨੇ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਦਿਖਾਲੇ ਜੀ। ਬਿਲਕੁਲ ਬਰਾੜ ਸਾਹਿਬ, ਕਿਉਂਕਿ ਤੁਸੀਂ ਤੁਹਾਡਾ ਹਲਕਾ ਹੋਆ, ਤੁਸੀਂ ਉਹਦੇ ਲਾਗੇ ਪੈ ਜਾਂਦਾ ਤੁਹਾਡਾ ਬਾਘਾ ਪੁਰਾਣਾ। ਇੱਕ ਚਲੋ ਇਹ ਖਾਣ ਹੀ ਨਹੀਂ, ਇਹ ਸੱਚ ਇੰਨੀ ਠੰਡ ਹੁੰਦੀ ਆ। ਜੇ ਆਪਾਂ ਕਹੀਏ ਅੱਜ ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਪੋਹ ਦਾ ਮਹੀਨਾ ਤੇ ਮਾਘ ਦਾ ਮਹੀਨਾ, ਇਹ 2 ਮਹੀਨੇ ਠੰਡੇ ਗਿਣੇ ਗਏ ਆ। ਲੇਕਿਨ ਹੋਰ ਕਿਸੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਗੱਲ ਨਹੀਂ ਆਈ ਕਿ ਨਹਾਉਣ ਜੋੜੀਆਂ ਚੱਲੀਆਂ। ਲੇਕਿਨ ਮੁਕਤਸਰ ਦੀ ਜਿਹੜੀ ਗੱਲ ਕਰਦੇ ਆ ਉਹਨਾਂ ਤੇ ਨਾਂ ਤੇ ਇਕੱਲੇ ਇਹ ਨਹੀਂ, ਉਹ ਇਤਿਹਾਸਕਾਰ ਲਿਖ ਗਿਆ। ਜੇ ਇਤਿਹਾਸਕਾਰ ਲਿਖ ਗਿਆ ਕੋਈ ਗੱਲ ਹੋਊਗੀ, ਉਹਦਾ ਕੀ, ਉਹਦੇ ਬਾਰੇ ਕੀ ਆ? ਕਿਉਂਕਿ ਇੰਨੀ ਠੰਡ ਵਿੱਚ ਪਹਿਲੀ ਗੱਲ ਤਾਂ ਬੰਦਾ ਬਾਹਰ ਕੱਪੜੇ ਲਾਉਣ ਨੂੰ ਦਿਲ ਨਹੀਂ ਕਰਦਾ, ਫੇਰ ਵੀ ਇਸ਼ਨਾਨ ਕਰਨ ਦੀ ਗੱਲ ਹੁੰਦੀ ਕਿ ਨਹਾਉਣ ਜੋੜੀਆਂ ਚੱਲੀਆਂ। ਜੋੜੀ ਤਾਂ ਆਪਾਂ ਪਤਾ ਹੀ ਆ, ਹਸਬੈਂਡ ਵਾਈਫ ਵੀ ਕਹਿ ਸਕਦੇ ਆ ਹਨਾ। ਲੇਕਿਨ ਫਿਰ ਵੀ ਇਹ ਇੱਕ ਰੀਤ ਬਣੀ ਆ। ਲੱਖਾਂ ਦਾ ਇਕੱਠ ਹੁੰਦਾ ਉੱਥੇ, ਲੱਖਾਂ ਦੇ ਇਕੱਠ ਚੋਂ ਚਲੋ ਜੇ 10 ਲੱਖ ਦਾ ਇਕੱਠ ਆ, ਜੇ ਘੱਟੋ ਘੱਟ 5-7 ਲੱਖ ਤਾਂ ਬੰਦਾ ਇਸ਼ਨਾਨ ਕਰਦਾ ਹੋਊ ਹਨਾ। ਕੀ ਉਹਦਾ ਇਤਿਹਾਸ ਕੀ ਆ ਵੀ ਕਾਹਤੇ? ਨਹੀਂ ਇਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਨਹੀਂ ਬਈ ਪੋਹ ਮਾਘ ਦੀਆਂ ਰਾਤਾਂ ਵਿੱਚ ਇਸ਼ਨਾਨ ਕਰਨ ਜਾਂਦੇ ਆ। ਹਾਂਜੀ ਆਪਾਂ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ, ਹਾਂਜੀ ਉੱਥੇ ਵੀ ਪੋਹ ਮਾਘ ਜਦੋਂ ਜਹਾਜ਼ ਤੋਂ ਉਤਰਦੇ ਆ ਉੱਥੇ ਬਿਲਕੁਲ ਹਨਾ। ਹਾਲਾਂਕਿ ਆਪਾਂ ਇੱਥੇ ਸੈਂਟਰਲ ਹੀਟਿੰਗ ਦੇ ਵਿੱਚ ਰਹਿੰਦੇ ਹੋਏ ਵੀ ਉੱਥੇ ਛਾਲ ਮਾਰਦੇ ਆ। ਹਾਂਜੀ ਹਾਂ ਜਾਈਦਾ ਪਾਣੀ ਬੜੀ ਛਾਲ ਤਾਂ ਨਹੀਂ ਹੌਲੀ ਬੜੀ ਦਾ ਹਨਾ। ਹਾਂਜੀ ਪਹਿਲੋਂ ਹਾਂਜੀ ਹਨਾ। ਇਹ ਤਾਂ ਸਾਡੀ ਇੱਕ ਰੀਤ ਬਣ ਚੁੱਕੀ ਹੈ ਕਿ ਜਿੱਥੇ ਵੀ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ ਹਾਂਜੀ ਤੇ ਉਹਦੀਆਂ ਜਿਹੜੀਆਂ ਵੇਵਜ਼ ਹੈਗੀਆਂ ਉਹ ਪ੍ਰਵੇਲ ਕਰਦੀਆਂ ਹਨ। ਹਾਂਜੀ ਹਾਂਜੀ ਉਹ ਜਿਹੜੀ ਉਸ ਠੰਡਕ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੀਆਂ। ਬਿਲਕੁਲ ਮੈਂ ਤਾਂ ਇੰਨੀ ਕੁ ਗੱਲ ਕਹਿ ਸਕਦਾ। ਨਹੀਂ ਉਹ ਤਾਂ ਤੁਸੀਂ ਹੁਣ ਜਿੱਦਾਂ ਆਪਾਂ ਦਰਸ਼ਨੀ ਜਿਹੜੀ ਤੋਂ ਅੰਦਰ ਵੜ ਜਾਈਦਾ ਤਾਂ ਅਸੀਂ ਭੁੱਲ ਹੀ ਜਾਈਦਾ ਵੀ ਕਿੱਥੇ ਫਿਰਦੇ ਆ, ਕਿਹੜੀ ਦੁਨੀਆ ਚ ਆ ਗਏ। ਅਸੀਂ ਵੀ ਇਸ਼ਨਾਨ ਕੀਤਾ ਸੀ ਆਪਾਂ ਜਦੋਂ ਗਏ ਆ। ਨਾ ਤਾਂ ਉੱਥੇ ਤੁਹਾਨੂੰ ਆਪਣੇ ਸਾਰਾ ਕੁਝ ਭੁੱਲ ਜਾਂਦਾ ਜਦੋਂ ਤੁਸੀਂ ਇਹੋ ਜਿਹੇ ਸਥਾਨ ਤੇ ਜਾਂਦੇ ਹੈਗੇ। ਹਾਂਜੀ ਹਾਂਜੀ ਉਸ ਸਮੇਂ ਤੇ ਸਪੈਸ਼ਲੀ ਮੇਲੇ ਦੇ ਉੱਤੇ ਮੇਲੇ ਦੀ ਗੱਲ ਹੋਰ ਹੁੰਦੀ ਆ, ਆਮ ਜਿਹੜਾ ਬੰਦਾ ਜਾਂਦਾ ਉਹਦੀ ਗੱਲ ਹੋਰ ਹੁੰਦੀ ਆ। ਹਾਂਜੀ ਕਿਉਂਕਿ ਮੇਲੇ ਵੇਖਣ ਲਈ ਤਾਂ ਬਹੁਤ ਸਾਰੇ ਲੋਕ ਤਮਾਸ਼ਬੀਨ ਵੀ ਜਾਂਦੇ ਹਨ। ਲੇਕਿਨ ਜਿਹੜੀ ਮਾਘੀ ਦੇ ਮੇਲੇ ਦੀ ਗੱਲ ਕਰਦੇ ਆਪਾਂ, ਇਹ ਆਪਾਂ ਤਾਂ ਹੈ ਹੀ ਨਹੀਂ ਵੀ ਆਪਾਂ ਆਪਣੀ ਜਨਰੇਸ਼ਨ ਚ ਆਪਾਂ ਕਹਿਣ ਲੱਗੇ ਫਿਨਿਸ਼ ਕਰ ਲੈਣਗੇ ਹਨੇ। ਮੈਂ ਤਮਾਸ਼ਬੀਨ ਉਹਨਾਂ ਬੰਦਿਆਂ ਨੂੰ ਕਹਿੰਦਾ ਜਿਹੜੇ ਉੱਥੇ ਜਿਹੜੇ ਆਪਣੇ ਮਾਘੀ ਦੇ ਮੇਲੇ ਨੂੰ ਆਪਣੀਆਂ ਕਾਨਫਰੰਸਾਂ ਵਿੱਚ ਵਰਤਦੇ ਆ। ਉਹਨਾਂ ਵਿੱਚੋਂ ਕਿੰਨੇ ਕੁ ਸਹਿਰਦ ਬੰਦੇ ਹੁੰਦੇ ਆ। ਬਿਲਕੁਲ ਹਨਾ। ਜਿਹੜੀ ਸਾਡੀ ਹੁਣ ਮਾਈਂਡ ਨਾ ਕਰਿਓ, ਜਿਹੜੀ ਧਾਰਮਿਕ ਜਥੇਬੰਦੀ ਆ ਅਕਾਲੀ ਦਲ ਹੈ। ਹਾਂਜੀ ਲੋਕ ਆਪਣੇ ਜਿਹੜੀਆਂ ਆਸ਼ਾਵਾਂ ਲੈ ਕੇ ਜਾਂਦੇ ਆ ਕਿ ਇਹ ਸਾਡੇ ਲਈ ਕੁਝ ਕਰਨ। ਹਾਂਜੀ ਉੱਥੇ ਵੀ ਕਾਨਫਰੰਸ ਹੁੰਦੀ ਆ, ਲੇਕਿਨ ਜਿਹੜੀ ਉੱਥੇ ਖੁੰਡ ਚਰਚਾ ਉਹਨਾਂ ਦੀ ਹੁੰਦੀ ਆ ਨਾ, ਉਹ ਨਿੰਦਣਯੋਗ ਹੁੰਦੀ ਆ। ਉਹਦੇ ਵਿੱਚ ਤੁਸੀਂ ਇਹ ਨਹੀਂ ਸਮਝਦੇ ਕਿ ਜਿਹੜੀਆਂ 2 ਪਾਰਟੀਆਂ ਹੁੰਦੀਆਂ ਜਾਂ 3 ਪਾਰਟੀਆਂ ਹੁੰਦੀਆਂ ਉਹਦੇ ਚ ਤਮਾਸ਼ਬੀਨ ਲੋਕ ਨਹੀਂ ਜਾਂਦੇ ਆ ਨਾ। ਬਟ ਜਿਹੜੇ ਬੰਦੇ ਸ਼ਰਧਾ ਦੇ ਨਾਲ ਜਾਂਦੇ ਹੈਗੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਆਸ਼ਾਵਾਂ ਪੂਰੀਆਂ ਹੁੰਦੀਆਂ। ਉਹ ਜੋੜੇ ਵੀ ਨਹਾਉਂਦੇ ਆ, ਉਹ ਸਿੰਗਲ ਬੰਦੇ ਵੀ ਨਹਾਉਂਦੇ ਆ। ਉਦੋਂ ਤਾਂ ਤੁਸੀਂ ਦੇਖਿਆ ਜਾਵੇ ਜਿਹੜੇ ਮਾਘੀ ਦਾ ਮੇਲਾ ਹੈ ਨਾ, ਜਿਹੜਾ ਮੈਂ ਆਹੀ ਮੈਂ ਗੱਲ ਕਹਿਣ ਲੱਗਾ ਸੀਗਾ। ਜੇ ਬਰਾੜ ਸਾਹਿਬ ਤੁਸੀਂ ਗੱਲ ਕੀਤੀ ਕਿ ਮੇਲਾ ਆਪਾਂ ਆਪਣੇ 40 ਮੁਕਤੇ ਉੱਥੇ ਸ਼ਹੀਦ ਹੋਏ। ਗੁਰੂ ਸਾਹਿਬਾਨ ਨੇ ਉਹਨਾਂ ਨੂੰ ਜਿੱਦਾਂ ਅਰਦਾਸ ਵੀ ਉਹਨਾਂ ਲਈ ਕੀਤੀ, ਅੰਤਮ ਅਰਦਾਸ ਜਿਹਨੂੰ ਕਹਿ ਦੋ, ਉਹ ਵੀ ਕੀਤੀ। ਉਹਨਾਂ ਦੀਆਂ ਚਿਖਾ ਨੂੰ ਵੀ ਅੱਗ ਲਾਈ ਆਪ। ਲੇਕਿਨ ਆਪਾਂ ਕਦੀ ਨਹੀਂ ਕਹਿੰਦੇ ਕਿ ਅਸੀਂ 40 ਮੁਕਤਿਆਂ ਦੇ ਉਹ ਥੈਂ ਨੂੰ ਨਮਸਕਾਰ ਕਰਨ ਚੱਲੇ ਆ। ਇਹ ਆਪਣੀ ਜਨਰੇਸ਼ਨ ਥੋੜਾ ਅਣ ਕੇ ਪਿਆ ਕਿ ਮਾਘੀ ਦੇ ਮੇਲੇ ਤੇ ਚੱਲੇ ਆ। ਕਿੰਨੀਆਂ ਜਨਰੇਸ਼ਨਾਂ ਉਦੋਂ ਤੋਂ ਲੈ ਕੇ ਹੁਣ ਤੱਕ ਆ ਗਈਆਂ। ਇਹ ਜਿਹੜੀ ਚੀਜ਼ ਆ ਇਹਨੂੰ ਵੀ ਇਕੱਲਾ ਮਾਘੀ ਦਾ ਮੇਲਾ ਨਹੀਂ, ਆਪਾਂ ਹੋਰ ਕਿੰਨੇ ਵਿਸਾਖੀ ਦਾ ਮੇਲਾ ਆਪਾਂ ਕਹਿ ਦਿੰਦੇ ਆ। ਆਪਾਂ ਕਦੀ ਨਹੀਂ ਕਿ ਖਾਲਸੇ ਸਾਜਨਾ ਦਿਵਸ ਤੇ ਹੀ ਜਾ ਰਹੇ ਆ ਹਨਾ। ਇਹ ਚੀਜ਼ਾਂ ਨੂੰ ਵੀ ਅੱਜ ਵਿਚਾਰਨ ਦੀ ਲੋੜ ਹੈਗੀ ਕਿ ਨਹੀਂ ਹੈਗੀ? ਬਿਲਕੁਲ ਵਿਚਾਰਨ ਦੀ ਜ਼ਰੂਰਤ ਹੈ ਜੀ। ਕਿਉਂਕਿ ਜਿਹੜਾ ਸਾਡਾ ਸਿਧਾਂਤ ਹੈਗਾ ਨਾ, ਸਾਡੀ ਸਿੱਖ ਕੌਮ ਨੂੰ ਨਾ ਘੁਣ ਲੱਗਾ ਹੋਇਆ ਹੈ ਪਿਛਲੇ 1921 ਤੋਂ ਲੈ ਕੇ। ਹਾਂਜੀ ਜਦੋਂ ਤੋਂ ਅਕਾਲੀ ਦਲ ਦੀ ਸਥਾਪਨਾ ਹੋਈ ਆ, ਉਸ ਤੋਂ 2 ਜਾਂ 3 ਸਾਲ ਬਾਅਦ RSS ਦਾ ਏਜੰਡਾ ਵੀ ਮਿਥਿਆ ਗਿਆ। ਹਨੇ
ਤੇ ਇਸ ਕਰਕੇ ਇਹਦੇ ਵਿੱਚ ਸਾਡੇ ਇਤਿਹਾਸ ਵਿੱਚ ਵੀ ਮਿਲਗੋਭਾ ਬਣਾਇਆ ਗਿਆ ਹਨੇ ਤੇ ਬਾਕੀ ਜਿਹੜੀਆਂ ਰਵਾਇਤਾਂ ਸੀ ਸਾਡੀਆਂ ਉਹਨਾਂ ਨੂੰ ਵੀ ਖੰਡਨ ਵਾਲੇ ਪਾਸੇ ਤੋਰਿਆ ਜਾਂਦਾ ਹਾਂਜੀ ਹਨਾ। ਤੇ ਮੇਲਾ ਜਿਹੜਾ ਲਫ਼ਜ਼ ਹੈਗਾ ਨਾ, ਮੇਲਾ ਲਫ਼ਜ਼ ਹੈਗਾ ਹੈ ਮੇਲ ਦਾ ਹਾਂਜੀ ਹਨਾ। ਇਹ ਬਹੁਤ ਲੋਕ ਕਹਿੰਦੇ ਵੀ ਮੇਲਾ ਨਹੀਂ ਕਹਿਣਾ ਚਾਹੀਦਾ, ਮੇਲਾ ਮੇਲ ਦਾ, ਆਪਾਂ ਉੱਥੇ ਮਿਲਣ ਲਈ ਜਾਂਦੇ ਆ ਹਾਂਜੀ ਇੱਕ ਦੂਜੇ ਨਾਲ। ਮੇਲ ਵੀ ਕਿਹਦੇ ਨਾਲ ਕਰਨ ਜਾਂਦੇ ਆ? ਉਹਨਾਂ ਸ਼ਹੀਦਾਂ ਦੇ ਦਰਸ਼ਨ ਕਰਨ ਜਾਂਦੇ ਆ, ਬਿਲਕੁਲ ਗੁਰੂ ਦੀ ਬਾਣੀ ਸੁਣਨ ਜਾਂਦੇ ਆ। ਹਾਂਜੀ ਮੇਰਾ ਕਹਿਣ ਤੋਂ ਭਾਵ ਇਹ ਨਹੀਂ, ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਜਿਹੜੇ ਸਿਧਾਂਤ ਨਾਲ ਜਿਹੜੇ ਕਾਰਜ ਨੂੰ ਅਸੀਂ ਮੁੱਖ ਰੱਖ ਕੇ ਜਿੱਥੇ ਜਾਂਦੇ ਹਾਂ ਉੱਥੇ ਮੁਕਤਸਰ ਦੇ ਹਾਂਜੀ ਉੱਥੇ ਨਤਮਸਤਕ ਹੋਣ ਜਾਂਦੇ ਆ, ਬਿਲਕੁਲ ਸਾਨੂੰ ਉਹੀ ਸ਼ਰਧਾ ਉੱਥੇ ਵਰਤਣੀ ਚਾਹੀਦੀ ਆ ਹਾਂਜੀ ਹੈਂ? ਬਿਲਕੁਲ, ਮੁਕਤਿਆਂ ਦੇ ਨਹੀਂ ਪ੍ਰਤੀ ਜਿੱਦਾਂ ਉਹੀ ਉਹਦਾ ਸ਼ਰਧਾ। ਦੇਖਿਆ ਜਾਵੇ ਮੁਕਤਸਰ ਆਪਣੇ ਬਰਾੜ ਸਾਹਿਬ ਸੌਰੀ ਆ ਜਿੱਦਾਂ ਹੁਣ ਮਾਘੀ ਦਾ ਮੇਲਾ ਜਿਹੜਾ ਬਹੁਤ ਹੀ ਲੱਗਦਾ ਉਦਾਂ ਤਾਂ ਹਾਂ ਹਾਂ ਥੋੜੇ ਜਿੱਦਾਂ ਹਰੇਕ ਗੁਰਦੁਆਰਿਆਂ 'ਚ ਜਿੱਦਾਂ ਮਾਘੀ ਦਾ ਮੇਲਾ ਹਾਂਜੀ। ਕਿਤੇ ਆਪਣੇ ਜਿੱਦਾਂ ਹੁਣ ਆਪਾਂ ਸੰਗਰਾਂਦਾਂ ਵੀ ਹਰੇਕ ਗੁਰਦੁਆਰੇ 'ਚ ਮਨਾਈ ਜਾਂਦੀ ਆ ਬਿਲਕੁਲ ਇਹ ਵੀ ਮਾਘੀ ਵੀ ਇੱਕ ਸੰਗਰਾਂਦ ਦਾ ਹੀ ਦਿਹਾੜਾ ਹੁੰਦਾ ਹੈ ਨਾ ਇਸ ਕਰਕੇ। ਪਰ ਇਸ ਜਗ੍ਹਾ ਨੂੰ ਸਭ ਤੋਂ ਜ਼ਿਆਦਾ ਆਪਾਂ ਇਹ ਮਾਨਤਾ ਦਿੰਦੇ ਆ ਵੀ ਆਪਾਂ ਮੁਕਤਸਰ ਚੱਲੇ ਆ। ਬਿਲਕੁਲ ਮੁਕਤਸਰ ਕਿਉਂਕਿ ਉੱਥੇ 40 ਮੁਕਤਿਆਂ ਦੀ ਮੁਕਤੀ ਕੀਤੀ ਗਈ, ਇਸ ਕਰਕੇ ਮੇਲਾ ਮੁਕਤਸਰ ਦਾ ਮਸ਼ਹੂਰ ਆ। ਜਿੱਦਾਂ ਦੀਵਾਲੀ ਅੰਮ੍ਰਿਤਸਰ ਦੀ ਕਹਿੰਦੇ ਆ, ਇਦਾਂ ਹੀ ਮੇਲਾ ਮੁਕਤਸਰ ਦਾ ਮਸ਼ਹੂਰ ਆ। ਤੇ ਉਦਾਂ ਤਾਂ ਮਾਘੀ ਦਾ ਮੇਲਾ ਤਾਂ ਬਹੁਤ ਹੀ ਲੱਗਦਾ, ਉਦਾਂ ਤਾਂ ਬਹੁਤ ਹੀ ਲੱਗਦਾ। ਪਰ ਦੇਖਿਆ ਜਾਵੇ ਜਿੱਦਾਂ ਹੁਣ ਦਾ ਵੀ ਤਾਂ ਜੋੜ ਮੇਲਾ ਹੀ ਕਹਿੰਦੇ, ਉਹ ਵੀ ਜੋੜ ਮੇਲਾ ਜਿੱਦਾਂ ਹੁਣ ਮੇਲੇ ਦੀ ਗੱਲ ਆਪਾਂ ਕਰਦੇ ਆ, ਮੇਲੇ ਦੇ ਤੌਰ ਤੇ ਮੇਲਾ ਰੱਖਣਾ ਚਾਹੀਦਾ। ਜਿਹੜੇ ਸਾਡੇ ਹੁਣ ਸਿਆਸੀ ਲੀਡਰ ਆ, ਜਿੱਦਾਂ ਉਹ ਸਿਆਸੀ ਕਾਨਫਰੰਸਾਂ ਲਾ ਕੇ ਫਿਰ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਲਾਉਂਦੇ ਆ, ਕਾਂਗਰਸ ਦਾ ਆਪਣਾ ਹੁੰਦਾ, ਅਕਾਲੀਆਂ ਦਾ ਆਪਣਾ ਹੁੰਦਾ, ਆਮ ਆਦਮੀ ਪਾਰਟੀ ਦਾ ਆਪਣਾ ਹੁੰਦਾ, ਵੱਖੋ ਵੱਖਰੀਆਂ ਪਾਰਟੀਆਂ। ਉਹ ਤਾਂ ਆਪੋ ਆਪਣੇ ਜਿਹੜੇ ਪ੍ਰਮੋਟਰ ਉਹਨਾਂ ਦੇ ਗਏ ਹੁੰਦੇ ਜਾਂ ਦੇਖਣ ਵਾਲੇ ਦਰਸ਼ਕ ਹੁੰਦੇ ਆ, ਉਹ ਉਹਨਾਂ ਥਾਂ ਤੋਂ ਖਾ ਪੀ ਕੇ ਮੁੜੇ ਆਉਂਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਹੋਣਾ 40 ਮੁਕਤੇ ਇੱਥੇ ਹੋਇਆ ਕਿ ਨਹੀਂ ਹੋਇਆ। ਬਿਲਕੁਲ ਉਹੀ ਮੈਂ ਕਹਿੰਦਾ ਉੱਥੇ ਨਾ ਕੋਈ ਸਟੇਜਾਂ ਤੋਂ ਦੱਸਦਾ ਹੀ ਆ ਵੀ ਇਹ 40 ਮੁਕਤਿਆਂ ਦੀ ਜਗ੍ਹਾ ਹੈ, ਉਹਨੇ ਤਾਂ ਕਹਿਣਾ ਤੁਸੀਂ ਸਾਨੂੰ ਵੋਟਾਂ ਪਾਉਣੀਆਂ, ਅਸੀਂ ਫਲਾਨਾ ਸਾਡਾ ਨਹੀਂ ਚੱਲਦਾ। ਜਿਹੜੀ ਬਰਾੜ ਸਾਹਿਬ ਨੇ ਗੱਲ ਕਹੀ ਸੀ ਤਮਾਸ਼ਕੀਨ ਵਾਲੀ ਗੱਲ, ਉਹ ਮੈਂ ਇਹਨਾਂ ਨਾਲ 110% ਰਾਈਟ ਆ, ਐਗਰੀ। ਉਹਦਾ ਰੀਜ਼ਨ ਕੀ ਆ, ਕਈ ਬੰਦੇ ਮਤਲਬ ਆਪਾਂ ਨੂੰ ਵੀ ਬੜੇ ਮੌਕੇ ਮਿਲੇ ਇਦਾਂ ਜਾਣ ਥਾਂ ਦੇ, ਮਤਲਬ ਆਪਾਂ ਮੇਲਾ ਕਹ ਲਈਏ ਜਾਂ ਆਪਾਂ ਵੀ ਕਈ ਉਹ ਸਰਹੰਦ ਵੀ ਜਾਂਦੇ ਰਹੇ ਆ, ਮੁਕਤਸਰ ਵੀ ਜਾਂਦੇ ਰਹੇ ਆ। ਪਰ ਮੇਰਾ ਕਹਿਣ ਦਾ ਮਤਲਬ ਵੀ ਉਹ 'ਚ ਕਈ ਬੰਦੇ, ਕਈ ਨਹੀਂ ਬਹੁਤ ਬੰਦੇ, ਰਾਜਨੀਤਿਕ ਬੰਦੇ ਵੀ ਆਪਣੀਆਂ ਗੱਡੀਆਂ 'ਚ ਉਤਰਦੇ ਆ, ਸਟੇਜ ਤੇ ਜਾਂਦੇ ਆ, ਨਮਸਕਾਰ ਵੀ ਨਹੀਂ ਕਰਦੇ ਅੰਦਰ ਗੁਰਦੁਆਰਿਆਂ ਦੇ ਵਿੱਚ। ਉਹ ਤਮਾਸ਼ਗੀ ਨਹੀਂ ਹੈ ਜਿਹੜੇ ਕਿ ਮਤਲਬ ਵੀ ਮਗਰੋਂ ਹੱਲਾ ਹੋਏ ਕਰਨੇ ਨਾਰੇ ਵੱਖਰੀ ਬੜਾ। ਮੇਰਾ ਤਾਂ ਖਿਆਲ ਹੈ ਕਈਆਂ ਲੀਡਰਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਇਹ 40 ਮੁਕਤਿਆਂ ਦੀ ਜਗ੍ਹਾ ਇਹ ਵੀ ਹੋ ਸਕਦੀ ਆ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜਾ ਮੁਕਤਸਰ ਦਾ ਨਾਂ ਹੈ ਮੁਕਤਿਆਂ ਦੇ ਨਾਂ ਦੇ ਉੱਤੇ ਪਿਆ ਹੈ, ਹਾਂਜੀ। ਤੇ ਅਸੀਂ ਉੱਥੇ ਜਿਹੜਾ ਇਹ ਦਿਨ ਮਨਾਉਣ ਚਾਹੁੰਦੇ ਹਾਂ, ਆਪਣੇ ਲਈ ਮੁਕਤੀ ਲੈਣ ਜਾਂਦੇ ਹਨ। ਤੇ ਸਾਨੂੰ ਚਾਹੀਦਾ ਇਹ ਹੈਗਾ ਹੈ ਕਿ ਉੱਥੇ ਜੋ ਵੀ ਉੱਥੋਂ ਦਾ ਰੀਤੀ ਰਿਵਾਜ ਹੈਗਾ, ਉਸ ਦੇ ਹਿਸਾਬ ਨਾਲ ਉੱਥੇ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਕੇ ਉੱਥੇ ਅਰਦਾਸ ਕਰਕੇ ਉਹਨਾਂ ਮੁਕਤਿਆਂ ਦੇ ਸੰਬੰਧ ਵਿੱਚ ਤੇ ਆਪਣੀ ਸਾਰੀ ਕੌਮ ਦੇ ਸੰਬੰਧ ਵਿੱਚ ਉੱਥੋਂ ਆਉਣਾ ਚਾਹੀਦਾ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਇਹਨਾਂ ਮੁਕਤਿਆਂ ਨੂੰ ਤੂੰ ਆਪਣੇ ਚਰਨਾਂ ਵਿੱਚ ਨਿਵਾਸ ਦਿੱਤਾ ਹੈ, ਤੇ ਸਾਡੇ ਪਰਿਵਾਰ ਨੂੰ, ਸਾਡੀ ਇਸ ਕੌਮ ਨੂੰ ਵੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੇ ਯੋਗ ਬਣਾਓ, ਇੰਨਾ ਬਲ ਬਖਸ਼ੋ ਕਿ ਆਪਣੀ ਆਜ਼ਾਦੀ ਲਈ ਲੜ ਸਕਣ। ਬਿਲਕੁਲ ਅਸਲੀ ਇਹ ਆ ਮਕਸਦ ਇਹਦਾ। ਬਲਹਾਰ ਜੀ ਜਿਹੜਾ ਤੁਸੀਂ ਕਿਹਾ ਨਾ ਕਿ ਜੋੜੀਆਂ ਦੀ ਗੱਲ ਕਰਦੇ ਆ, ਇਹ ਤਾਂ ਮੇਲੇ ਕਰਕੇ ਨਾ, ਇਹ ਤਾਂ ਕਵੀ ਦੇ ਵਿਚਾਰ ਨੇ ਨਹੀਂ। ਮੰਮੀ ਇਹ ਕਿਹਾ, ਮੈਂ ਕਿਹਾ ਕਵੀਆਂ ਨੇ ਲਿਖਿਆ, ਮੈਂ ਪਹਿਲਾਂ ਆਪਣੇ ਨੂੰ ਹੋ ਗਿਆ, ਕਵੀਆਂ ਨੇ ਲਿਖਿਆ, ਕਈਆਂ ਸਿੰਗਰਾਂ ਨੇ ਇਹਨੂੰ ਗਾਇਆ, ਬੋਲੀ ਦੇ ਰੂਪ ਚ ਗਾਇਆ। ਲੇਕਿਨ ਇਹ ਗੱਲ ਇਕੱਲੀ ਮੁਕਤਸਰ ਦੀ, ਕਿਉਂਕਿ ਜੇ ਆਪਾਂ ਅਰਦਾਸ ਕਰਦੇ ਹਰ ਰੋਜ਼, ਉਹ ਚ ਆਪਾਂ ਇਹੀ ਗੱਲ ਕਹਿੰਦੇ ਆ ਕਿ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਅਰਦਾਸ ਵਿੱਚ ਕਹਿੰਦੇ ਨਾ। ਲੇਕਿਨ ਹੋਰ ਕਿਸੇ ਅਨੇਕਾਂ ਜਿਹੜੇ ਮੇਲੇ, ਧਾਰਮਿਕ ਮੇਲੇ ਆਪਣੇ ਲੱਗਦੇ ਆ ਅਨੇਕਾਂ ਥਾਵਾਂ ਦੇ, ਬੜੇ ਜਿੱਦਾਂ ਵੱਡੇ ਭਰਵੇਂ ਮੇਲੇ ਕਹਿ ਲਓ। ਜੇ ਆਪਾਂ ਹੁਣ ਫਤਿਹਗੜ੍ਹ ਸਾਹਿਬ ਦਾ ਮਨਾ ਕੇ ਸ਼ਹੀਦੀ ਜੋੜ ਮੇਲਾ, ਉਹ ਵੀ ਤੇ ਜੋੜ ਮੇਲਾ ਨਾ। ਜੇ ਆਪਾਂ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਆ ਕਿ ਉੱਥੇ ਇਦੋਂ ਘੱਟ ਸੰਗਤ ਜਾਂਦੀ ਆ, ਹਨਾ। ਜੇ ਆਪਾਂ ਹੋਰ ਅਨੇਕਾਂ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਜਾਂ ਹੋਰ ਕਿਸੇ ਦੀ ਗੱਲ ਕਰਦੇ ਆ, ਸੰਗਤਾਂ ਜਾਂਦੀਆਂ। ਲੇਕਿਨ ਕੱਲੇ ਮੁਕਤਸਰ ਦੇ ਮੇਲੇ ਨੂੰ ਮੇਲਾ ਕਿਹਾ, ਮੁਕਤਸਰ ਦੇ ਮੇਲੇ ਤੇ ਨਹਾਉਣ ਜੋੜੀਆਂ ਚੱਲੀਆਂ। ਮੈਂ ਤਾਂ ਇਹ ਗੱਲ ਕੀਤੀ ਸੀ ਕਿ ਕਿਸੇ ਕਵੀ ਚਲੋ ਕਵੀ ਦੇ ਆਪਣੇ ਵਿਚਾਰ ਹੋਣਗੇ, ਆਪਣੇ ਵਿਚਾਰਾਂ ਦੇ ਹਿਸਾਬ ਨਾਲ ਲਿਖ ਦਿੱਤਾ ਬਈ, ਹਨਾ। ਨਾਲੇ ਮੈਂ ਇੱਕ ਹੋਰ ਦੱਸਦਾ ਜਾਈਏ ਕਿ ਮੁਕਤ ਜਿਹਦੇ ਸੀਗੇ ਜੇ, ਮੁਕਤ ਤਾਂ 5 ਪਿਆਰੇ ਪਹਿਲਾਂ ਹੋਏ, ਉਹ ਮੁਕਤ ਹੋ ਗਏ ਜਦੋਂ 5 ਪਿਆਰਿਆਂ ਨੇ ਅੰਮ੍ਰਿਤ ਛਕ ਲਿਆ, ਉਹ ਪਹਿਲੀ ਮੁਕਤ ਹੋ ਗਏ, 5 ਸੀਸ ਦਿੱਤੇ ਉਹਨਾਂ ਨੇ। ਉਸ ਤੋਂ ਬਾਅਦ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਵੀ ਲੜੇ, ਅਨੰਦਪੁਰ ਸਾਹਿਬ ਦੇ ਕਿਲੇ 'ਚ ਵੀ ਲੜੇ ਨੇ, ਉਹ ਵੀ ਮੁਕਤੀ ਨੂੰ ਉਹਨਾਂ ਨੇ ਹਾਸਲ ਕੀਤਾ। ਬਾਕੀ ਜਿਹੜੀ ਗੱਲ ਹੈ, ਮੇਰੇ ਮਾਈਂਡ 'ਚ ਕਾਫੀ ਦੇਰ ਦੀ ਮਾਈਂਡ 'ਤੇ ਸੀਗੀ ਕਿ ਗੁਰੂ ਸਮਰੱਥ ਆ
ਜਦੋਂ ਚਰਖੜੀਆਂ ਤੇ ਚੜ ਸਕਦੇ ਆ 21 ਦਿਨ ਦੇ ਰੰਬੜੀਆਂ ਦੇ ਖੋਪੜੇ ਲਾਇਓ ਉਹ ਜੀਵਨ ਰਹਿ ਸਕਦੇ ਆ। ਆਰੇ ਨਾਲ ਦੁਫਾੜ ਹੋਇਆ ਬੰਦੇ ਦਾ ਪੁੱਠੀਆਂ ਕੱਲਾਂ ਲਾ ਸਕਦੇ ਪੁੱਠੀਆਂ ਕੱਲਾਂ ਲਾ ਸਕਦੇ ਆ। ਆਰੇ ਨਾਲ ਬੰਦ ਕੱਟੇ ਗਏ। ਜਪਜੀ ਸਾਹਿਬ ਦੇ ਪੂਰੀ ਐਂਡ ਤੱਕ ਪੜ੍ਹ ਕੇ ਫਿਰ ਉਹ ਆਪਣਾ ਸਵਾਸ ਦਿੰਦੇ ਨੇ, ਛੱਡਦੇ ਨੇ। ਉਹ ਗੁਰੂ ਸਮਰੱਥ ਆ। ਗੁਰੂ ਬਦਾਵਾ ਵੀ ਕੋਡ ਰੱਖ ਸਕਦਾ, ਗੁਰੂ ਨੇ ਜੋੜਿਆ ਵੀ ਆ। ਬਾਕੀ ਚੀਜ਼ ਇਹ ਆ ਕਿ ਜਿਹੜੀ ਇਹ ਟੁੱਟੀ ਗੰਢੀ ਆ ਨਾ ਜੀ, ਇਹ ਟੁੱਟੀ ਉਹ ਹੁੰਦੀ ਆ ਇਹਨਾਂ ਤੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਸਿੱਖ। ਗੁਰੂ ਸਾਹਿਬ ਨੇ ਕਿਹਾ ਉਹ ਲਿਖ ਕੇ ਦੇ ਦਿਓ ਮੈਨੂੰ, ਠੀਕ ਹੈ ਜੀ। ਪਰ ਲੇਕਿਨ ਗੁਰੂ ਸਾਹਿਬ ਨੇ ਇਹ ਨਹੀਂ ਸੀਗਾ ਕਿ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ। ਸੋ ਵਨ ਸਾਈਡ ਸੀਗੀ ਟੁੱਟੀ। ਉਹਨਾਂ ਨੇ ਕਿਹਾ। ਪਰ ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ ਸੀ ਪ੍ਰੋਫੈਸਰ ਸਤਬੀਰ ਸਿੰਘ ਦੀ, ਹਾਂਜੀ ਹਾਂਜੀ, ਹੋ ਸਕਦਾ ਮੈਂ, ਕਿਉਂਕਿ ਮੈਂ ਰੰਧਾਵਾ ਸਾਹਿਬ ਨੇ ਵੀ ਕਿਹਾ, ਮੈਂ ਵੀ ਕਹਿੰਦਾ, ਮੈਂ ਵੀ ਇਹ ਪਹਿਲੀ ਨਹੀਂ ਸੁਣਿਆ। ਹੋ ਸਕਦਾ ਜਿਹੜੀ ਪੰਚਾਇਤ ਜਦੋਂ ਆਪਣੇ ਪਿੰਡਾਂ 'ਚ ਵਾਪਸ ਗਏ 40 ਸਿੰਘ, ਜੇ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਨੂੰ ਇੰਨੀਆਂ ਲਾੜਤਾਂ ਪਾ ਸਕਦੀਆਂ, ਪਿੰਡਾਂ ਦੇ ਵਿੱਚ ਹੋਰ ਵੀ ਹੋਣੇ ਜਿਹਨਾਂ ਨੇ ਕਹਿਣਾ ਅਸੀਂ ਤੁਹਾਡੇ ਨਾਲ ਜਾਂਦੇ ਆ। ਲੇਕਿਨ ਜਦੋਂ ਤੁਸੀਂ ਲੜਨ ਜਾਂਦੇ ਆ, ਸਪੈਸ਼ਲੀ ਉਹਨਾਂ ਸਮੇਂ 'ਚ ਲੜਨ ਜਾਣਾ ਸੀ, ਉਹ ਵੀ ਮੋਹਰੇ ਐਡੀ ਵੱਡੀਆਂ ਤਾਕਤਾਂ ਦੇ ਨਾਲ, ਹੋ ਸਕਦਾ ਉਹ ਜਦੋਂ ਲੜਨ ਆਏ ਹੁਣ ਉਹਨਾਂ ਦੇ ਜਿਗਰਾ ਨਾ ਕੀਤਾ ਹੋਵੇ, ਇੱਕ ਮਿੰਟ ਜਿਗਰਾ ਨਾ ਕੀਤਾ। ਲੇਕਿਨ ਜਿਹੜਾ ਬਦਾਵਾ ਲਿਖਿਆ, ਹੋ ਸਕਦਾ ਉਹਨਾਂ ਪੰਚਾਇਤ ਮੈਂਬਰਾਂ ਨੇ ਆਣ ਕੇ ਲਿਖ ਕੇ ਦਿੱਤਾ ਹੋਵੇ ਤੇ ਉਹਨਾਂ ਨੇ 40 ਮੁਕਤਿਆਂ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ। ਜਦੋਂ ਮਹਾ ਸਿੰਘ ਤੋਂ ਗੁਰੂ ਸਾਹਿਬ ਨੇ ਪੁੱਛਿਆ ਹੋਣਾ ਤੇ ਉਹਨਾਂ ਨੇ ਤਦੀ ਤੋਂ ਉਹਨੇ ਮਹਾ ਸਿੰਘ ਨੇ ਕਿਹਾ ਵੀ ਮੰਗ, ਜਦੋਂ 2-3 ਵਾਰੀ ਗੁਰੂ ਸਾਹਿਬ ਨੇ ਕਿਹਾ ਮੰਗ ਕੁਛ ਤੇ ਉਹਨੇ ਕਿਹਾ ਜੀ ਉਹ ਬਦਾਵਾ ਲਿਖ ਕੇ ਪਾ, ਕਿਉਂਕਿ ਉਹਨਾਂ ਦੇ ਪਿੰਡਾਂ ਦੇ ਨਾਂ ਤੇ ਢਾਹ ਲੱਗਣੀ ਸੀ। ਹੋ ਸਕਦਾ ਦੇਖੋ ਉਹ ਤੁਹਾਡੀ ਜਿਹੜੀ ਗੱਲ ਹੈ ਨਾ ਜੀ, ਨਾਲੇ ਤਾਂ ਆਪਾਂ ਪੰਚਾਇਤ ਕਹਿੰਦੇ ਪੰਚਾਇਤ ਨੇ ਲਿਖ ਕੇ ਦਿੱਤਾ, ਆਪਾਂ ਨਹੀਂ ਕਹਿੰਦੇ ਪ੍ਰੋਫੈਸਰ ਸਤਵੀਰ ਸਿੰਘ ਪ੍ਰਿੰਸੀਪਲ ਸਤਵੀਰ ਸਿੰਘ ਮੇਰੇ ਕਹਿੰਦੇ ਕਿ ਆਪਾਂ ਇੱਥੇ ਡਿਸਕਸ ਇਹ ਕਰਦੇ ਵੀ ਉਹਨਾਂ ਨੇ ਪੰਚਾਇਤ ਨੇ ਲਿਖ ਕੇ ਦਿੱਤਾ ਤੇ ਜਿਹੜੇ 40 ਮੁਕਤੇ ਸੀ ਉਹ ਲੜਾਈ ਲਈ ਆਗੂ ਮਤਲਬ ਮੋਹਰੇ ਹੋ ਕੇ ਲੜੇ, ਬਿਲਕੁਲ ਹਨਾ। ਜੇ ਉਹ ਮੋਹਰੇ ਹੋ ਕੇ ਲੜੇ ਆ, ਉਹਨਾਂ ਨੂੰ ਕੀ ਪਤਾ ਕਿ ਪੰਚਾਇਤ ਨੇ ਲਿਖ ਕੇ ਦੇਤਾ ਜੀ। ਲਿਖ ਕੇ ਵੀ ਦਿੰਦੇ ਉਹ ਬਰਾੜ ਸਾਹਿਬ ਨੇ ਕੀ ਕਿਹਾ, ਬਰਾੜ ਸਾਹਿਬ ਨੇ ਕਿਹਾ ਕਿ ਜਿਹੜੇ ਪ੍ਰੋਫੈਸਰ ਕੇ ਪ੍ਰਿੰਸੀਪਲ ਜੋ ਵੀ ਹੈਗਾ ਸਤਵੀਰ ਸਿੰਘ ਆ, ਉਹਨੇ ਇਹ ਗੱਲ ਲਿਖੀ ਜਦੋਂ ਗਏ ਪੰਚਾਇਤ ਉਹਨਾਂ ਦੇ ਨਾਲ ਆਈ, ਪੰਚਾਇਤ ਨੇ ਗੁਰੂ ਸਾਹਿਬ ਨਾਲ ਗੱਲਬਾਤ ਕੀਤੀ, ਵਾਰਤਾਲਾਪ ਹੋਈ। ਇਹ ਬਰਾੜ ਸਾਹਿਬ ਕਹਿ ਕੇ ਹਟਿਆ, ਉਹਦੀ ਬੁੱਕ ਦਾ ਹਵਾਲਾ ਦੇ ਕੇ 203 ਪੇਜ ਤੋਂ ਲੈ ਕੇ 212 ਪੇਜ ਦੇ ਵਿੱਚ ਲਿਖਿਆ। ਇਹ ਤੁਸੀਂ ਕਹਿਣਾ। ਲੇਕਿਨ ਮੈਂ ਇਹਦੀ ਗੱਲ ਕਰਦਾ, ਜਦੋਂ ਇਹ ਗੱਲ ਹੁੰਦੀ ਹੋਣੀ ਆ, ਜਿਹੜੇ ਉਹ 40 ਮੁਕਤੇ ਸ਼ਹੀਦ ਹੋਏ, ਮਹਾ ਸਿੰਘ ਜਿਹੜਾ 40 ਮੁਕਤਿਆਂ ਦੀ ਕਮਾਂਡ ਕਰਦਾ ਸੀ, ਮਾਈ ਭਾਗੋ ਉਹਨਾਂ ਦੀ ਕਮਾਂਡ ਕਰਦੀ ਸੀ, ਉਹ ਕਿਹੜੇ ਪੰਚਾਇਤ ਤੋਂ ਜਾ ਕੇ ਤੀਜੇ ਪਰ ਬੈਠੇ ਹੋਣੇ ਆ? ਉਹ ਵੀ ਤਾਂ ਪੰਚਾਇਤ ਦੇ ਨਾਲ ਹੀ ਬੈਠੇ ਹੋਣੇ ਆ। ਜਦੋਂ ਉਹਨਾਂ ਨੇ ਪੰਚਾਇਤ ਨੇ ਕਹਿਣਾ ਜੇ ਅਸੀਂ ਤੁਹਾਨੂੰ ਲਿਖ ਕੇ ਦਿੰਦੇ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਤੇ ਉਹ ਗੁਰੂ ਦੇ ਨਾਲ ਕਿੰਨੇ ਸਾਲਾਂ ਤੋਂ ਉਹ ਸਿੰਘ 40 ਰਹਿੰਦੇ ਹੋਣਗੇ, ਉਹਨਾਂ ਦੀ ਜ਼ਮੀਰ ਇੱਕਦਮ ਫੇਰ ਜਾਗ ਪਈ ਹੋਣੀ ਆ ਕਿ ਯਾਰ ਪੰਚਾਇਤ ਨੂੰ ਅਸੀਂ ਸਾਨੂੰ ਲਾਹਨਤ ਪੈਣੀ ਆ। ਉਹ ਜੂਝ ਕੇ ਲੜੇ, ਉਹਨਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸ਼ਹੀਦੀਆਂ ਪ੍ਰਾਪਤ ਕਰਨ ਤੋਂ ਬਾਅਦ ਹੋ ਸਕਦਾ ਜਿਹੜੀ ਪੰਚਾਇਤ ਨੇ ਗਲਤੀ ਕੀਤੀ ਸੀ, ਕਿਉਂਕਿ ਗਲਤੀ ਤਾਂ ਹਰ ਕੋਈ ਕਰਦਾ, ਆਪਾਂ ਵੀ ਗਲਤੀ ਕਰਦੇ, ਹੋ ਸਕਦਾ। ਹਾਂਜੀ, ਮੇਰਾ ਪੁਆਇੰਟ ਇਹ ਹੈ ਕਿ ਜਦੋਂ ਪੰਚਾਇਤ ਨੇ ਸ਼ਹੀਦੀਆਂ ਨਹੀਂ ਪਾਈਆਂ ਤੇ 40 ਮੁਕਤਿਆਂ ਨੇ, ਉਹਨਾਂ ਦੀ ਬਚਾਵਾ ਕਾਹਨੂੰ ਪੜਵਾਉਣਾ ਸੀਗਾ? ਫਿਰ ਪਿੰਡਾਂ ਦੀ ਬੇਇੱਜ਼ਤੀ ਤਾਂ ਉਹਨਾਂ ਦੀ ਹੋਣੀ ਸੀ। ਪਿੰਡਾਂ ਦੀ ਤਾਂ ਪਿੰਡਾਂ ਦੀ ਬੇਇੱਜ਼ਤੀ ਤਾਂ ਉਹਨਾਂ ਦੀ, ਤੇ ਪਿੰਡਾਂ ਦੀ ਤਾਂ ਹੁਣ ਵੀ ਬੇਇੱਜ਼ਤੀ ਉਧਰਲੇ ਚਵਾਲ ਦੇ ਤੇ ਮਝਿਆਲੀਆਂ। ਨਹੀਂ ਬਰਾੜਾਂ ਦੀ ਬੇਇੱਜ਼ਤੀ ਨਹੀਂ, ਬਰਾੜ ਦੋ ਤਰ੍ਹਾਂ ਦੀ ਆ। ਇੱਕ ਬੰਨੇ ਤਾਂ ਕਿਹਾ ਗੁਰੂ ਨੇ ਕਿ ਮੋਹਰੇ ਮੇਰੇ ਬਰਾੜ ਬੈਠੇ ਆ, ਇਹ ਬਾਕੀ ਬਰਾੜ ਸਾਹਿਬ ਦੱਸਣਗੇ। ਦੂਜੇ ਬੰਨੇ ਬਰਾੜਾਂ ਨੂੰ, ਉਸੇ ਬਰਾੜਾਂ ਨੂੰ ਨਿੰਦਿਆ ਵੀ ਗਿਆ, ਹੈਨਾ। ਲੇਕਿਨ ਬਰਾੜਾਂ ਦੀ ਸਿਫਤ ਵੀ ਕੀਤੀ, ਨਿੰਦਿਆ ਵੀ ਗਿਆ। ਜੇ ਹੋ ਸਕਦਾ ਜਿੱਦਾਂ ਪ੍ਰੋਫੈਸਰ ਸਤਵੀਰ ਸਿੰਘ ਨੇ ਕਿਹਾ ਕਿ ਭਾਈ ਉਹਨਾਂ ਨੇ ਪੰਚਾਇਤ ਨਾਲ ਆਈ, ਪੰਚਾਇਤ ਨੇ ਲਿਖ ਕੇ ਦਿੱਤਾ, ਤੇ ਉਹ 40 ਮੁਕਤਿਆਂ ਸੋਚਣਾ ਅਸੀਂ ਇੰਨੇ ਸਾਲ ਗੁਰੂ ਸਾਹਿਬ ਨਾਲ ਰਹੇ ਆ, ਅਸੀਂ ਕਿਉਂ ਪੰਚਾਇਤ ਕੱਲ ਨੂੰ ਸਾਡੀਆਂ ਪੀੜ੍ਹੀਆਂ ਜਨਰੇਸ਼ਨ ਟੂ ਜਨਰੇਸ਼ਨ ਸਾਡੇ ਪਿੰਡ ਦੀਆਂ ਲਾਹਨਤਾਂ ਪਾਉਗੀ, ਸਾਨੂੰ ਲਾਹਨਤਾਂ ਪੈਣਗੀਆਂ। ਪੰਚਾਇਤ ਦਾ ਕੀ ਆ, ਪੰਚਾਇਤ ਤਾਂ 2 ਸਾਲਾਂ ਬਾਅਦ ਬਦਲ ਜਾਂਦੀ ਆ। ਪਰ ਲੇਕਿਨ ਹੁਣ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਵੀ ਮੋਹਰੇ ਬਰਾੜ ਸੀ ਤੇ ਹਮਲਾ ਕਰਨ ਵਾਲਾ ਵੀ ਬਰਾੜ ਸੀਗਾ। ਇਹ ਗੱਲ ਬਰਾੜ ਸਾਹਿਬ ਕਰੋ ਜੀ ਕਲੀਅਰ ਜਰਾ ਆਪਣਾ, ਕਿਉਂਕਿ ਆਪਣਾ ਸਮਾਂ ਉਸ ਹਿਸਾਬ ਨਾਲ ਤੁਰਿਆ ਜਾਂਦਾ ਹੈ ਨਾ। ਤੁਸੀਂ ਜਿਹੜੀ ਬਰਾੜਾਂ ਵਾਲੀ ਗੱਲ ਹੈ, ਚਲੋ ਹੁਣ ਹਮਲੇ ਦੀ ਗੱਲ ਛੱਡੋ, ਜਿਹੜੀ ਗੁਰੂ ਸਾਹਿਬ ਨੇ ਕਹੀ ਹੈ ਨਾ, ਗੁਰੂ ਸਾਹਿਬ ਨੇ ਉਹ ਸੰਤਾਂ ਬਹੁਤ ਲੋਕ ਆਪਾਂ ਨੂੰ ਸੁਣ ਰਹੇ ਆ। ਤੁਸੀਂ ਇਸ ਪ੍ਰੋਗਰਾਮ ਨੂੰ ਬੜਾ ਇੰਟਰਸਟਿੰਗ ਬਣਾ ਦਿੱਤਾ ਹੈ ਨਹੀਂ, ਇਹ ਗੱਲਾਂ ਕਰਕੇ। ਮੈਂ ਇੱਕੋ ਹੀ ਬੇਨਤੀ ਕਰਦਾ ਹਾਂ, ਹਰ ਇੱਕ ਬੰਦੇ ਦੀ ਜਿਹੜੀ ਜ਼ਮੀਰ ਹੈ ਨਾ, ਉਹ ਆਪਣੀ ਆਪਣੀ ਹੈ। ਬਿਲਕੁਲ ਹੈ ਨਹੀਂ। ਗੁਰੂ ਸਾਹਿਬ ਨੇ ਆਪਣੇ ਜਫਰਨਾਮੇ ਦੇ ਵਿੱਚ ਲਿਖਿਆ ਹੈ, ਬਿਲਕੁਲ ਬਰਾੜਾਂ ਦੀ ਸਿਫਤ ਲਿਖੀ ਹੈ। ਹਾਂਜੀ, ਕਿਹੜੇ ਬਰਾੜਾਂ ਨੂੰ ਉਹ ਮਿਲੇ ਆ? ਜਿਹੜਾ ਕਪੂਰਾ ਸੀ ਉਹਨੇ ਸਹੀ ਵੀ ਗਾਈਡਲਾਈਨ ਦਿੱਤੀ, ਉਹ ਵੀ ਬਰਾੜ ਸੀਗਾ। ਉਹਦਾ ਜਿਹੜਾ ਪੁੱਤਰ ਆ, ਉਹਨੇ ਆਪਣਾ ਪੁੱਤਰ ਖਾਨ ਬਰਾੜ ਨੂੰ ਭੇਜਿਆ। ਜਦੋਂ ਜੈਤੋ ਪਹੁੰਚੇ ਆ ਤੇ ਜੈਤੋ ਤੋਂ ਗਾਂ ਫਿਰ ਦਾਨੇਵਾਲ, ਉੱਥੋਂ ਦਾ ਦਾਨ ਸਿੰਘ ਆ ਜਿਹੜਾ, ਜਿਸ ਪਿੰਡ ਦੇ ਬੰਦਿਆਂ ਨੇ, ਜਿੱਥੇ ਬਰਾੜਾ ਨੇ ਉੱਥੋਂ ਗੁਰੂ ਸਾਹਿਬ ਤੋਂ ਪੈਸੇ ਮੰਗੇ ਸੀ, ਤੇ ਉੱਥੇ ਦਾਨ ਸਿੰਘ ਤੇ ਉਸ ਦੇ ਪੁੱਤਰ ਨੇ ਇਨਕਾਰ ਕਰ ਦਿੱਤਾ ਸੀ। ਮੈਨੂੰ ਕਹਿੰਦੇ ਤੁਹਾਨੂੰ ਤੁਹਾਡੇ ਦਰਸ਼ਨਾਂ ਦੀ ਮੈਨੂੰ ਜ਼ਰੂਰਤ ਆ,
ਸਾਨੂੰ ਪੈਸਿਆਂ ਦੀ ਜ਼ਰੂਰਤ ਨਹੀਂ। ਸੋ ਜਿਹੜੀ ਇਹ ਗੱਲ ਹੈਗੀ ਆ, ਹੋਰ ਵੀ ਮੈਂ 3 ਵੇਰਵੇ ਦੇ ਦਿੱਤੇ ਆ। ਹਾਂ ਉਹਨਾਂ ਨੂੰ ਭੁੱਲ ਬੁਝਾਈ ਸੀ ਵੀ ਜਿਹੜੇ ਇਹਨਾਂ ਦੇ ਤਿੰਨ ਵੇਰਵੇ, ਔਰ ਉਸ ਦਾਨ ਸਿੰਘ ਦੇ ਨਾਂ ਤੇ ਉੱਤੇ ਦਾਨੇ ਵਾਲਾ ਪਿੰਡ ਜੈਤੋ ਦੇ ਨਾਲ ਬਣਿਆ ਹੋਇਆ ਹੈ, ਰਾਈਟ। ਸੋ ਜ਼ਮੀਰ ਹਰ ਇੱਕ ਬੰਦੇ ਦੀ ਆਪੋ ਆਪਣੀ, ਚਾਹੇ ਕਿਸੇ ਵੀ, ਚਾਹੇ ਗਿੱਲਾਂ 'ਚ ਹੋ ਗਿਆ, ਚਾਹੇ ਬਰਾੜਾਂ 'ਚ ਹੋ ਗਿਆ, ਚਾਹੇ ਰੰਧਾਵਾ 'ਚ ਹੋ ਗਿਆ। ਹੁਣ ਰੰਧਾਵਾ ਸਾਹਿਬ ਹੁਣਾਂ ਦੇ ਵਿੱਚੋਂ ਗੁਰੂ ਵੀ ਆਏ ਆ, ਬਾਬਾ ਬੁੱਢਾ ਜੀ ਗੁਰੂ ਰੰਧਾਵਾ ਸਿੰਘ, ਸਮਝੀਏ ਨਾ। ਸੋ ਇਹ ਜ਼ਮੀਰ ਆ ਬੰਦੇ ਦੀ ਆਪੋ ਆਪਣੀ। ਇਹ ਜਿਹੜੇ ਗੋਤਾਂ ਦੇ ਨਾਂ ਹੈ ਨਾ, ਰੰਧਾਵਾ ਗੋਤ 'ਚ ਗੁਰੂ ਨਹੀਂ ਕੋਈ ਹੋਇਆ ਜੀ ਮੇਰੇ ਹਿਸਾਬ ਨਾਲ, ਨਹੀਂ ਬਾਬਾ ਬੁੱਢਾ ਜੀ ਹੋਏ, ਬਾਬਾ ਬੁੱਢਾ ਜੀ ਹੋਏ ਆ। ਠੀਕ ਆ। ਉਹਨਾਂ ਦੇ 22 ਪਿੰਡ ਆ ਅੰਮ੍ਰਿਤਸਰ ਦੇ ਲਾਗੇ, ਉਹ ਮੇਰੇ ਅੰਦਰ ਲਾਗੇ 22 ਪਿੰਡ ਵੱਸਦੇ ਆ ਰੰਧਾਵਿਆਂ ਦੇ। ਉਹਨਾਂ ਪਿੰਡਾਂ 'ਚ ਉੱਠ ਕੇ ਗਾਹਾਂ ਗਈ ਗਏ, ਜਿੱਦਾਂ ਇਹ ਆ ਗਿਆ ਸਾਡੇ ਵੱਲ, ਚਲੋ ਹਨਾ। ਇਹ ਇੱਥੇ ਮੈਂ ਗੱਲ ਨਿਬੇੜਦਾ ਵੀ ਕਿਹੜੇ ਚੰਗੇ ਤੇ ਮਾੜੇ ਅੰਸ਼ ਆ। ਸੰਤ ਜਰਨੈਲ ਸਿੰਘ ਖਾਲਸਾ ਵੀ ਬਰਾੜ ਸੀ, ਹਾਂਜੀ, ਤੇ ਕੁਲਦੀਪ ਸਿੰਘ ਵੀ ਬਰਾੜ ਸੀ, ਬਿਲਕੁਲ। ਹਾਂਜੀ, ਹੁਣ ਉਹ ਮੇਰੇ ਖਿਆਲ ਮੁਤਾਬਕ ਤਾਂ ਉਹਨਾਂ ਨੂੰ ਲੱਗਾ ਵੀ ਗੁਰੂ ਸਾਹਿਬ ਨੇ ਬਰਾੜਾਂ ਦੀ ਇੰਨੀ ਸਿਫਤ ਕੀਤੀ ਸੀ, ਤੇ ਇਹ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਹੈ ਅੰਦਰ ਬੈਠਾ, ਇਹਨੂੰ ਹੋਰ ਤਾਂ ਕੋਈ ਢਾਹ ਨਹੀਂ ਸਕਦਾ, ਇਹਨਾਂ ਨੂੰ ਬਰਾੜਾਂ ਨੂੰ ਆਪਸ ਵਿੱਚ ਟਕਰਾ ਦੇ। ਉਹ ਬਰਾੜ ਆਪਣੀ ਡਿਊਟੀ ਨਿਭਾ ਰਿਹਾ ਸੀ, ਉਹ ਬਰਾੜ ਆਪਣਾ ਧਰਮ ਦਾ ਫਰਜ਼ ਨਿਭਾ ਰਿਹਾ। ਹਾਂ, ਦੋਨਾਂ ਦੀ ਆਪੋ ਆਪਣੀ ਡਿਊਟੀ ਸੀ। ਆਪੋ ਆਪਣੀ ਡਿਊਟੀ ਸੀ। ਗੱਲ ਤਾਂ ਇੱਥੇ ਆ, ਗੱਲ ਤਾਂ ਇਹੀ ਨਿਬੜਦੀ ਨਾ ਵਿਚਾਰਧਾਰਾ। ਜਿੱਦਾਂ ਇਹਨੇ ਕਿਹਾ ਕਿ ਬਰਾੜਾਂ ਨੂੰ ਇਦਾਂ, ਜਿਹੜੀ ਬਰਾੜਾਂ ਚਲੋ ਇਹ ਨਹੀਂ ਵੀ ਆਪਾਂ ਹੁਣ ਇਸ ਪਾਸੇ ਨਹੀਂ, ਚਲੋ ਉਹ ਤਾਂ ਤੁਸੀਂ ਗੱਲ ਆਪਾਂ 40 ਮੁਕਤਿਆਂ ਦੀ ਤੇ ਮੁਕਤਸਰ ਦੇ ਬਾਕੀ ਦੇ ਮੇਲੇ ਦੀ ਗੱਲ ਕਰਦੇ ਆ। ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਹੈ ਵੀ ਹਰ ਇੱਕ ਕੌਮ ਦੇ ਵਿੱਚ ਚੰਗੇ ਮੰਦੇ ਅੰਸ਼ ਹੈਗੇ ਜੀ। ਘਰਾਂ 'ਚ ਹੀ ਹੁੰਦੇ, ਕੌਮ ਤਾਂ ਬਹੁਤ ਵੱਡੀ ਗੱਲ ਆ, ਕੌਮ ਤਾਂ ਬਹੁਤ ਵੱਡੀ ਗੱਲ। ਘਰ 'ਚ 4-5 ਮੈਂਬਰ ਹੋਣ, ਉਹਨਾਂ 'ਚ ਇੱਕ ਅੱਧਾ ਮੈਂਬਰ ਇਦਾਂ ਦਾ ਹੁੰਦਾ ਜਿਹਨੇ ਚਿੰਜੜੀ ਛੇੜਨੀ ਹੁੰਦੀ ਆ, ਜਾਂ ਪਵਾੜੇ ਪਾਉਣ ਦੀ ਘਰ 'ਚ ਹੀ ਹੁੰਦਾ, ਹਨਾ। ਕੌਮਾਂ ਤਾਂ ਬਹੁਤ ਵੱਡੀ। ਜੇ ਤੁਹਾਨੂੰ ਮੇਰੀ ਵਿਚਾਰਾਂ ਨਾਲ ਸੈਟੀਸਫੈਕਸ਼ਨ ਆ ਤਾਂ ਤੁਸੀਂ ਆਪੇ ਕਿ ਦੱਸ ਦਿਓ। ਨਹੀਂ ਜੀ, ਦੇਖੋ ਜੀ ਅਸੀਂ ਸਾਨੂੰ ਦਰਸ਼ਕ ਦੱਸਣਗੇ ਕਿ ਬਈ ਕਿਤੇ ਕੌਣ ਰਾਈਟ ਤੇ ਬਰਾੜ ਨੇ ਜੋ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਸਹੀ ਸੀ, ਕਿਉਂਕਿ ਗੁਰੂ ਸਾਹਿਬਾਨ ਨੇ ਤੁਹਾਨੂੰ ਮਾੜੇ ਵੀ ਕਿਹਾ ਤਾਂ ਤੁਹਾਨੂੰ ਚੰਗੇ ਵੀ ਕਿਹਾ। ਹੋ ਸਕਦਾ ਇਹ ਨਹੀਂ ਪਤਾ ਪਹਿਲਾਂ ਮਾੜੇ ਕਿਹਾ ਤਾਂ ਬਾਅਦ ਚ ਚੰਗੇ ਕਿਹਾ, ਨਹੀਂ ਪਤਾ ਪਹਿਲਾਂ ਚੰਗੇ ਕਿਹਾ ਬਾਅਦ ਚ ਮਾੜੇ ਕਿਹਾ। ਚੰਗੇ ਤਾਂ ਪਹਿਲਾਂ ਕਿਹਾ ਸੀਗਾ, ਬਾਅਦ ਚ ਮਾੜੇ ਕਿਹਾ। ਇਹਦਾ ਮਤਲਬ ਪਹਿਲਾਂ ਚੰਗੇ ਸੀ, ਪਹਿਲਾਂ ਚੰਗੇ ਹੀ ਕਿਹਾ ਸੀ, ਤੇ ਬਾਕੀ ਜਿਹੜੀ ਜਨਤਾ ਨੇ ਉਹਨਾਂ ਨੂੰ ਮਾੜੇ ਕਰ ਦਿੱਤਾ। ਨਹੀਂ, ਜਨਤਾ ਨੇ ਨਹੀਂ, ਤੁਸੀਂ ਗੁਰੂ ਸਾਹਿਬ ਨੇ ਮਾੜੇ ਕਿਹਾ। ਇਹਦਾ ਮਤਲਬ ਪਹਿਲਾਂ ਗੁਰੂ ਸਾਹਿਬ ਨੇ ਚੰਗੇ ਕਿਹਾ ਸੀ, ਬਾਅਦ ਚ ਤੁਸੀਂ ਮਾੜੇ ਹੋ ਗਏ। ਗੁਰੂ ਸਾਹਿਬ ਨੇ ਕਿੱਥੇ ਕਿਹਾ ਇਹ ਵੀ ਮੈਨੂੰ ਕੋਈ ਕੋਟ ਦੱਸੋ। ਹਾਂ, ਮੈਂ ਆਉਣ ਵਾਲੇ ਸਮੇਂ 'ਚ ਮੈਂ ਦੱਸੂਗਾ ਜੀ। ਤੁਸੀਂ ਇੰਡੀਆ ਜਾਓ ਪਹਿਲਾਂ, ਤੁਸੀਂ ਇੰਡੀਆ ਜਾਣਾ, ਉੱਥੋਂ ਪੁੱਛ ਕੇ ਆਇਓ। ਤੇ ਰੰਧਾਵਾ ਸਾਹਿਬ, ਕਿਉਂਕਿ ਇਹ ਆਪਣੀਆਂ ਗੱਲਾਂ ਕਰੀ ਜਾਂਦੇ ਆ, ਤੁਸੀਂ ਅੱਜ ਥੋੜਾ ਬੋਲੇ ਆ। ਜਿਹੜਾ ਮੁਕਤਸਰ ਦਾ ਜੇ ਮੇਲੇ ਦੀ ਗੱਲ ਕਰਦੇ ਆ, ਜੇ ਉੱਥੇ ਮਾਈ ਆਪਾਂ 40 ਮੁਕਤਿਆਂ ਦੀ ਗੱਲ ਕਰੀ ਜਾਂਦੇ ਆ, ਮਾਈ ਭਾਗੋ ਨੇ ਜਿਹੜੀ ਕੁਰਬਾਨੀ ਦਿੱਤੀ ਆ, ਉਹ 40 ਮੁਕਤਿਆਂ ਤੋਂ ਕੋਈ ਘੱਟ ਕੁਰਬਾਨੀ ਨਹੀਂ ਸੀ, ਹਨਾ। ਉਹਦੇ ਬਾਰੇ ਤੁਸੀਂ ਮਾਈ ਭਾਗੋ ਦੇ ਬਾਰੇ, ਕਿਉਂਕਿ ਉਸ ਸਮੇਂ ਜਿਹੜੀ ਉਸ ਸਮੇਂ ਤੇ ਔਰਤਾਂ ਸੀਗੀਆਂ ਘਰ ਵਿੱਚ ਬੈਠੀਆਂ ਹੁੰਦੀਆਂ ਸੀ, ਰੋਟੀ ਪਾਣੀ ਬਣਾਉਣਾ, ਨਿਆਣੇ ਸੰਭਾਲਣੇ, ਵੱਧ ਤੋਂ ਵੱਧ ਮਾਲ ਵਿਆਲ ਦੇ ਪਾਸੇ ਨੂੰ, ਪਸ਼ੂਆਂ ਨੂੰ ਪੱਠੇ ਪਾਉਣਾ ਉਹਨਾਂ ਦੀ ਬੁੜੀਆਂ ਦਾ ਕੰਮ ਸੀ, ਹਜੇ ਵੀ ਸ਼ਾਇਦ ਕਰਦੀਆਂ ਹੁਣ। ਲੇਕਿਨ ਮਾਈ ਭਾਗੋ ਉਹ ਮਝੈਲਣੀ ਸੀ, ਉਹਨੇ ਮੂਹਰੇ ਹੋ ਕੇ ਲੜੀ। ਦੇਖੋ ਗੱਲ ਇਦਾਂ ਨਾ, ਜਿਹੜੇ ਮਝੈਲ ਬਦਾਵਾ ਲਿਖ ਕੇ ਦੇ ਕੇ ਗਏ ਸੀ, ਉਹਨਾਂ ਦੇ ਨਾਲ ਮਾਈ ਭਾਗੋ ਵੀ ਆਪ ਮੁਕਤਸਰ ਆਈ ਸੀ। ਹਾਂ, ਮਝੈਲਣੀ ਹੋਈ ਉਹ ਵੀ, ਉਹਨਾਂ ਨੇ ਵੀ ਆਣ ਕੇ ਉੱਥੇ ਆਪ ਆਣ ਕੇ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਐਨ ਲੜ ਕੇ ਪੂਰੀ ਤਰ੍ਹਾਂ ਉੱਥੇ ਜਿਹੜੇ 40 ਮੁਕਤੇ ਵੀ ਹੋਏ ਨਾਲ, ਉਹ ਸਾਰਾ ਕੁਝ ਉੱਥੇ ਆਣ ਕੇ ਮਾਈ ਭਾਗੋ ਨੇ ਨਾਲ ਆਪ ਕਮਾਨ ਸਾਂਭ ਕੇ ਮੋਹਰੇ ਹੋ ਕੇ ਉਹਨਾਂ ਨੂੰ ਦੱਸਿਆ ਵੀ ਇਦਾਂ ਲੜਾਈ ਕਰੋ, ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ, ਮੈਂ ਤੁਹਾਡੇ ਨਾਲ ਚੱਲਦੀ ਆ। ਇਸੇ ਕਰਕੇ ਉਹ ਘਰੋਂ ਤੁਰੀ ਸੀ, ਬਿਲਕੁਲ ਨਾਲ ਤੁਰ ਕੇ। ਜਿੱਦਾਂ ਹੁਣ ਇਹਨਾਂ ਨੇ ਕਿਹਾ ਪੰਚਾਇਤ, ਜਿੱਦਾਂ ਅੱਗੇ ਪੁਰਾਣੇ ਸਿਆਣੇ ਬੰਦੇ ਹੁੰਦੇ ਸੀ, ਉਹਨਾਂ ਨੂੰ ਪੰਚਾਇਤ ਸਮਝ ਲੈਂਦੇ ਸੀ ਵੀ ਪਿੰਡ ਦੇ 4 ਸਿਆਣੇ ਬੰਦੇ ਇਹਨਾਂ ਨੂੰ ਨਾਲ ਲੈ ਚਲੋ। ਉਹ 4 ਬੰਦੇ ਸਿਆਣੇ ਨਾਲ ਮਾਈ ਭਾਗੋ ਲੈ ਕੇ ਤੇ ਆਪਣੇ ਗੁਰੂ ਸਾਹਿਬ ਦੇ ਲੱਗ ਆਏ ਕੋਲ, ਤਾਂ ਜਦੋਂ ਬਦਾਵਾ ਪਾੜਿਆ ਫਿਰ 40 ਮੁਕਤਿਆਂ ਨੇ ਉੱਥੇ ਲੜਾਈ ਕੀਤੀ। ਮਤਲਬ ਮਾਈ ਭਾਗੋ ਨੇ ਪੂਰੀ ਆਪਣੀ ਐਨ ਤਨਦੇਹੀ ਨਾਲ ਬਰਾਬਰ ਮੁਕਾਬਲਾ ਕਰਕੇ ਬੰਦਿਆਂ ਦੇ ਮੋਢੇ ਨਾਲ ਮੋਢਾ ਲਾ ਉੱਥੇ ਲੜਾਈ ਕਰਕੇ। ਮੈਂ ਤੁਹਾਨੂੰ ਦੱਸਦਾ ਚਾਹਾਂ, ਮੈਂ ਸੰਗਤ ਦਰਸ਼ਨਾਂ ਦੀ ਮਤਲਬ ਗੱਲ ਕਰਦਾ ਕਿ ਮਾਈ ਭਾਗੋ ਜੀ ਦੇ ਇੱਥੇ ਵੀ ਲੜਾਈ ਲੜੀ ਤੇ ਜ਼ਖਮੀ ਹੋਏ ਸਨ। ਗੁਰੂ ਮਹਾਰਾਜ ਨੇ ਆਪ ਇਹਨਾਂ ਨੂੰ ਫਿਰ ਅੰਮ੍ਰਿਤ ਵੀ ਛਕਾਇਆ, ਤੇ ਇਹ ਗੁਰੂ ਮਹਾਰਾਜ ਦੇ ਨਾਲ ਹਜੂਰ ਸਾਹਿਬ ਤੱਕ ਵੀ ਗਏ। ਓਕੇ, ਹਾਂਜੀ, ਹਜੂਰ ਸਾਹਿਬ ਤੇ ਆ ਕੇ ਵੀ ਇਹਨਾਂ ਨੇ ਗੁਰੂ ਮਹਾਰਾਜ ਦੇ ਦਰ ਦੇ ਉੱਪਰ ਪਹਿਰਾ ਦਿੰਦੇ ਰਹੇ। ਮਾਈ ਭਾਗੋ ਜੀ, ਇਹਨਾਂ ਦੀ ਜਿਹੜੀ ਬਰਸੀ ਬੜੀ ਲੰਮੀ ਆ, ਜਿਹੜੀ ਕਿ ਹਜੂਰ ਸਾਹਿਬ ਸੱਚਖੰਡ ਗੁਰਦੁਆਰੇ ਦੇ 4-5-6 ਪੌੜੀਆਂ ਉੱਤਰ ਕੇ ਨਾਲ ਛੋਟਾ ਜਿਹਾ ਗੁਰਦੁਆਰਾ ਜਿੱਥੇ ਦਇਆ ਸਿੰਘ ਜੀ ਤੇ ਧਰਮ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਦੀ ਉਹਨਾਂ ਦੇ ਉੱਤੇ ਮਤਲਬ ਛੋਟੋ ਸਮਾਧ ਜਗ੍ਹਾ ਬਣਾਈ ਹੋਈ ਆ, ਉਹਦੇ ਨਾਲ ਇਹਨਾਂ ਦੀ ਬਰਸੀ ਉੱਤੇ ਹੈਗੀ ਹੈ ਜੀ। ਓਕੇ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਿਦਰ 'ਚ ਜਾ ਕੇ ਆਪਣਾ ਸੀਸ ਜਿਹੜਾ ਹੈ ਨਾ, ਉੱਥੇ ਇਹਨਾਂ ਨੇ ਬਿਦਰ ਉੱਥੋਂ ਲੱਗ ਗਈ ਆ, ਬਿਦਰ ਲੱਗ ਗਈ, ਨਾਨਕ ਝੀਰਾ ਜੀ ਮਤਲਬ ਉੱਥੇ ਜਾ ਕੇ ਫਿਰ ਇਹਨਾਂ ਨੇ, ਕਿਉਂਕਿ ਉੱਥੇ ਇਹਨਾਂ ਦੀ ਜਾਤ 'ਚ ਗੁਰਦੁਆਰਾ ਬਣ ਰਿਹਾ,
ਉੱਥੇ ਜਾ ਕੇ ਇਹਨਾਂ ਨੇ ਆਪਣਾ ਜਿਹੜਾ ਇਹ ਸਰੀਰ ਸੀਗਾ ਉੱਥੇ ਤੇ ਗਿਆ। ਹਜੂਰ ਸਾਹਿਬ ਨਹੀਂ ਗੁਰਦੁਆਰਾ ਇਹਨਾਂ ਦੀ ਯਾਦ ਵਿੱਚ? ਇਹ ਗੁਰਦੁਆਰਾ ਇਹਨਾਂ ਦੀ ਯਾਦ 'ਚ ਨਹੀਂ ਹੈਗਾ। ਅੱਛਾ, ਉੱਥੇ ਬਿਧਰਿਆ। ਉੱਦਾਂ ਇਹਨਾਂ ਦੀ ਉੱਥੇ ਬਰਸ਼ੀ ਪਈ ਆ ਤੇ ਨਾਲ ਗਨ ਪਈ ਆ। ਗਨ ਤੋਪ ਜਿਹੜੀ ਉਹ ਵੀ ਕਾਫੀ ਹੈਵੀ ਆ। ਜੇ ਤੁਸੀਂ ਮਤਲਬ ਸਾਹਮਣੇ ਨਹੀਂ ਸਕਦਾ ਕਿ ਇੰਨੀ ਮੋਹਰੇ 9 ਫੁੱਟ ਤਾਂ ਮੋਹਰੇ ਆ ਤੇ ਪਿੱਛੇ ਸ਼ੋਲਡਰ ਤੋਂ ਬਾਂਹ ਦੇਖ ਲਓ ਕਿੰਨਾ। ਉਹ ਇਹਨਾਂ ਦੀ ਦੋ ਹੀ ਚੀਜ਼ਾਂ ਉੱਤੇ ਪਈਆਂ ਨੇ। ਉਹ ਛੇ ਮਾਈ ਭਾਗੋ ਹੀ ਵਰਤਦੇ ਉੱਥੇ ਪਈਆਂ ਨੇ ਓਕੇ ਹਜ਼ੂਰ ਓਕੇ ਸਾਹਿਬ। ਚਲੋ ਬਰਾੜ ਸਾਹਿਬ, ਕਿਉਂਕਿ ਅਖੀਰ ਤੇ ਅੱਧੇ ਕਮੈਂਟ ਵਿੱਚ ਤੁਸੀਂ ਮੈਨੂੰ ਲੱਗਦਾ ਆਪਣੇ ਕੋਲ ਸਮਾਂ ਮੁੱਕ ਗਿਆ, ਸੋ ਮੈਂ ਤੁਹਾਡਾ ਧੰਨਵਾਦੀ ਹਾਂ ਤਿੰਨਾਂ ਦਾ। ਅੱਜ ਮਾਘੀ ਦਾ ਪਵਿੱਤਰ ਦਿਹਾੜਾ ਸੀ ਜਿੱਥੇ 40 ਮੁਕਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ, ਜਿੱਥੇ ਹੋਰ ਵੀ ਸਿੰਘ ਸ਼ਹੀਦ ਹੋਏ। ਅਸੀਂ ਸਮੂਹ ਸ਼ਹੀਦਾਂ ਨੂੰ, ਹੁਣ ਤੱਕ ਹੋਏ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸਾਡੇ ਵੱਲੋਂ ਅਨੇਕਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਦਿਓ ਇਜਾਜ਼ਤ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।